ऊच भवन कन कामनी शिखर तजा फहराय। ताते भली मधुकरी संत संगे गुण गाय। ਉੱਚੇ ਮਹੱਲ ਕਿਸੇ ਦੇ ਹੋਣ, ਘਰ ਵਿੱਚ ਕਣਕ ਵੀ ਹੋਵੇ, ਕਾਮਨੀ ਵੀ ਹੋਵੇ, ਸੋਨਾ ਵੀ ਹੋਵੇ ਤੇ ਔਰਤ ਵੀ ਹੋਵੇ। ਕਣਕ ਤੇ ਕਾਮਨੀ ਦੋਨੋਂ ਮਿਲਾ ਕੇ ਸ਼ਬਦ ਬਣਿਆ ਹੈ ਕਨ ਕਾਮਨੀ। ਤੇ ਮਹਲ ਦੀ ਚੋਟੀ ਉੱਤੇ ਝੰਡਾ ਵੀ ਲਹਿਰਾ ਰਿਹਾ ਹੋਵੇ, ਉਹਦੇ ਨਾਲੋਂ ਚੰਗਾ ਕੀ ਹੈ? ਮੰਗਤਿਆਂ ਵਾਲਾ ਖਾਣਾ ਉਹਦੇ ਨਾਲੋਂ ਚੰਗਾ ਹੈ। ਜੇ ਉਹ ਖਾਣਾ ਖਾਣ ਵਾਲਾ ਪ੍ਰਾਣੀ ਸਤਸੰਗ ਵਿੱਚ ਬੈਠ ਕੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਪ੍ਰਭੂ ਦਾ ਸ਼ੁਕਰਾਨਾ ਕਰਦਾ ਹੈ, ਉਸ ਦੀ ਬਖਸ਼ਿਸ਼ ਦਾ ਸ਼ੁਕਰਾਨਾ ਕਰਦਾ ਹੈ, ਤਾਂ ਉਹ ਚੰਗਾ ਹੈ। ਮੰਗਤਿਆਂ ਵਾਲਾ ਖਾਣਾ ਖਾਣ ਵਾਲਾ ਜਿਹੜਾ ਪ੍ਰਾਣੀ ਹੈ ਉਹ ਚੰਗਾ ਹੈ। ਤੇ ਜਿਸ ਦੇ ਉੱਚੇ ਉੱਚੇ ਮਹੱਲ ਹਨ, ਘਰ ਵਿੱਚ ਧਨ ਪਦਾਰਥ ਬਹੁਤ ਹੈ, ਸੁੰਦਰ ਇਸਤਰੀ ਹੈ, ਤੇ ਮਹੱਲਾਂ ਉੱਪਰ ਝੰਡਾ ਝੂਲ ਰਿਹਾ ਜਿਵੇਂ ਰਾਜਾ ਹੁੰਦਾ ਹੈ, ਉਹਦੇ ਕੋਲ ਨਾਮ ਨਹੀਂ ਹੈ, ਉਹਦੇ ਕੋਲ ਸਤਸੰਗ ਨਹੀਂ ਹੈ, ਉਹਦੇ ਕੋਲ ਪ੍ਰਭੂ ਦੇ ਗੁਣ ਗਾਉਣ ਦਾ ਸਮਾਂ ਨਹੀਂ ਹੈ, ਤੇ ਉਹਦੇ ਨਾਲੋਂ ਐਸਾ ਪ੍ਰਾਣੀ ਚੰਗਾ ਹੈ ਜਿਹੜਾ ਮਧੂਕਰੀ ਤੋਂ ਭਾਵ ਹੈ ਮੰਗਿਆ ਹੋਇਆ ਖਾਣਾ, ਮੰਗਤਿਆਂ ਵਾਲਾ ਖਾਣਾ ਜਿਹੜਾ ਖਾਂਦਾ ਹੈ, ਥੋੜ੍ਹਾ ਖਾਂਦਾ ਹੈ, ਮੰਗਤਿਆਂ ਦੀ ਤਰ੍ਹਾਂ ਖਾਂਦਾ ਹੈ, ਉਹ ਉਹਦੇ ਨਾਲੋਂ ਚੰਗਾ ਹੈ। ਇਸ ਤਰ੍ਹਾਂ ਦਾ ਇੱਕ ਹੋਰ ਵੀ ਸ਼ਲੋਕ ਹੈ, ਉਹ 168 ਨੰਬਰ ਵੀ ਹੈ ਕਬੀਰ ਜੀ ਦੇ ਸ਼ਲੋਕਾਂ ਵਿੱਚ। ਉਹਦੇ ਵਿੱਚ ਵੀ ਗੱਲ ਕਹੀ ਹੈ, ਕਬੀਰ ਭਲੀ ਮਧੂਕਰੀ ਨਾਨਾ ਵਿਧਿ ਕੋ ਨਾਜੋ, ਦਾਵਾ ਕਾਹੂ ਕੋ ਨਹੀਂ ਵੱਡਾ ਦੇਸ਼ ਵੱਡ ਰਾਜ। ਸੋ ਉਹਦੇ ਵਿੱਚ ਵੀ ਕਬੀਰ ਜੀ ਨੇ ਮਧੂਕਰੀ ਸ਼ਬਦ ਦਾ ਜ਼ਿਕਰ ਕੀਤਾ ਹੈ। ਇਹਦਾ ਮਤਲਬ ਹੈ ਕਿ ਮੰਗਤਿਆਂ ਵਰਗਾ ਭੋਜਨ, ਰਲਿਆ ਮਿਲਿਆ ਭੋਜਨ, ਮਿੱਸਾ ਭੋਜਨ, ਮਿੱਸੀ ਰੋਟੀ ਇਹੀ ਚੰਗੀ ਹੈ ਉਸ ਬੰਦੇ ਦੀ ਜਿਹੜਾ ਭਜਨ ਬੰਦਗੀ ਕਰਨ ਵਾਲਾ ਹੈ। ਤੇ ਇਹ ਮਿੱਸੀ ਰੋਟੀ ਉਸ ਬੰਦੇ ਦੀ ਖੁਰਾਕ ਨਾਲੋਂ ਚੰਗੀ ਹੈ ਜਿਹੜਾ ਸੰਸਾਰ ਵਿੱਚ ਦਾਅਵੇ ਕਰਦਾ ਹੈ, ਮਲਕੀਤਾਂ ਬਣਾਉਂਦਾ ਹੈ, ਧਨ ਦੌਲਤ ਜਮ੍ਹਾਂ ਕਰ ਰੱਖਦਾ ਹੈ, ਪਰ ਉਹਦੇ ਕੋਲ ਸਿਮਰਨ ਨਹੀਂ ਹੁੰਦਾ, ਉਹਦੇ ਕੋਲ ਸਤਸੰਗਤ ਨਹੀਂ ਹੁੰਦੀ, ਤੇ ਉਹਦੇ ਨਾਲੋਂ ਇਹ ਫਕੀਰ ਵੱਡਾ ਹੈ, ਉਹਦੇ ਨਾਲੋਂ ਜਿਹੜਾ ਗਰੀਬ ਹੈ ਉਹ ਵੱਡਾ ਹੈ, ਜਿਹੜਾ ਮਿੱਸੀ ਰੋਟੀ ਖਾ ਕੇ ਵੀ ਗੁਜ਼ਾਰਾ ਕਰਦਾ ਹੈ, ਜਿਹੜਾ ਮੰਗਤਿਆਂ ਵਾਲੀ ਖੁਰਾਕ ਖਾ ਕੇ ਗੁਜ਼ਾਰਾ ਕਰਦਾ ਹੈ। ਉੱਥੇ ਹੀ ਮਧੂਕਰੀ ਸ਼ਬਦ ਦਾ ਜ਼ਿਕਰ ਕੀਤਾ ਹੈ। ਇੱਥੇ ਕੋਈ ਮੰਗਣ ਦੀ ਪ੍ਰੇਰਨਾ ਨਹੀਂ ਕੀਤੀ ਹੋਈ, ਕਿਉਂਕਿ ਇਹ ਸ਼ਬਦ ਸ਼ਲੋਕ ਇਹ ਸਾਰੇ ਗੁਰੂ ਸਾਹਿਬਾਨ ਵੱਲੋਂ ਪ੍ਰਵਾਨ ਕੀਤੇ ਗਏ ਸਨ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਚੜ੍ਹਾਏ ਗਏ ਹਨ। ਮੰਗਣ ਦਾ ਸਤਾਂਤ ਇੱਥੇ ਪੇਸ਼ ਨਹੀਂ ਕੀਤਾ ਗਿਆ ਵੀ ਕਿਰਤ ਕਰ ਛੱਡ ਕੇ ਮੰਗਣਾ ਹੈ। ਇੱਥੇ ਮੰਗਤਿਆਂ ਵਰਗੀ ਰੋਟੀ ਦਾ ਭਾਵ ਗਰੀਬੀ ਦਵੇ ਵਾਲੀ ਰੋਟੀ ਦਾ ਜ਼ਿਕਰ ਕੀਤਾ ਹੈ, ਘਰ ਦੀ ਰੁੱਖੀ ਮਿੱਸੀ ਦਾ ਜ਼ਿਕਰ ਕੀਤਾ ਹੈ ਵੀ ਉਹ ਖਾ ਕੇ ਵੀ ਜਿਹੜਾ ਸਤਸੰਗ ਕਰਦਾ ਹੈ, ਨਾਮ ਜਪਦਾ ਹੈ, ਪ੍ਰਭੂ ਨਾਲ ਚਿੱਤ ਜੋੜਦਾ, ਉਹਦਾ ਸ਼ੁਕਰਾਨਾ ਕਰਦਾ ਹੈ, ਉਹ ਚੰਗਾ ਹੈ ਉਹਦੇ ਨਾਲ ਜਿਹਦੇ ਘਰ ਵਿੱਚ ਉੱਚੇ ਉੱਚੇ ਮਹੱਲ ਜਿਹੜੇ ਉਹਨੂੰ ਮਿਲੇ ਹੋਏ ਹਨ, ਘਰ ਦੇ ਤੌਰ ਦੇ ਉੱਤੇ ਉੱਚੇ ਮਹੱਲਾਂ 'ਚ ਰਹਿੰਦਾ ਹੈ, ਤੇ ਸੋਨਾ ਬਹੁਤ ਹੈ ਘਰ ਵਿੱਚ, ਮਤਲਬ ਧਨ ਪਦਾਰਥ ਬੜੇ ਹਨ, ਸੁੰਦਰ ਇਸਤਰੀ ਹੈ, ਤੇ ਘਰ ਦੀ ਚੋਟੀ ਜਿਹੜੀ ਹੈ ਮਹੱਲ ਦੀ ਉੱਤੇ ਝੰਡਾ ਵੀ ਝੂਲ ਰਿਹਾ ਹੈ, ਪਰ ਸਿਮਰਨ ਨਹੀਂ ਹੈ, ਨਾਮ ਨਹੀਂ ਹੈ, ਸ਼ੁਕਰਾਨਾ ਨਹੀਂ ਹੈ, ਉਹਦੇ ਨਾਲੋਂ ਮੰਗਤਿਆਂ ਵਾਲੀ ਖੁਰਾਕ ਖਾਣ ਵਾਲਾ ਉਹ ਚੰਗਾ ਹੈ। ਕਬੀਰ ਪਾਟਨ ਤੇ ਉਜਰੂ ਭਲਾ, ਰਾਮ ਭਗਤ ਜੇਠਾ। ਪਾਟਨ ਤੋਂ ਭਾਵ ਹੈ ਵਸਦਾ ਹੋਇਆ ਸ਼ਹਿਰ। ਉਜਰ ਦਾ ਮਤਲਬ ਉਜਾੜ,
ਹੇਕ ਵੀ ਰਾਖ ਬਈ ਵਸਦੇ ਸ਼ਹਿਰ ਨਾਲੋਂ ਉਜੜਿਆ ਥਾਂ ਚੰਗਾ ਹੈ। ਰਾਮ ਭਗਤ ਜੇਠਾਂ, ਜਿਸ ਥਾਂ ਦੇ ਉੱਤੇ ਪ੍ਰਭੂ ਦੀ ਸਿਫਤਸਲਾ ਕੀਤੀ ਜਾ ਰਹੀ ਹੋਵੇ ਉਹ ਉਜੜਿਆ ਹੋਇਆ ਥਾਂ ਵੀ ਚੰਗਾ ਹੈ ਵਸਦੇ ਹੋਏ ਸ਼ਹਿਰ ਨਾਲੋਂ। ਰਾਮ ਸਨੇਹੀ ਬਾਹਰਾ ਜੰਪੁਰੂ ਮੇਰੇ ਭਾਏ। ਸੋ ਜਿੱਥੇ ਪ੍ਰਭੂ ਦਾ ਪਿਆਰ ਨਹੀਂ ਹੈ, ਪ੍ਰਭੂ ਦੀ ਸਿਫਤਸਲਾ ਕਰਨ ਵਾਲੇ ਬੰਦੇ ਜਿੱਥੇ ਨਹੀਂ ਹਨ, ਕਬੀਰ ਜੀ ਕਿ ਮੈਨੂੰ ਤਾਂ ਉਹ ਜੰਪੁਰ ਲੱਗਦਾ ਹੈ, ਨਰਕ ਜਿਹਾ ਜਾਪਦਾ ਹੈ ਮੈਨੂੰ ਤਾਂ, ਜਿੱਥੇ ਕੋਈ ਪ੍ਰੇਮ ਪ੍ਰਭੂ ਦੀ ਭਗਤੀ ਕਰਨ ਵਾਲੇ ਪ੍ਰਾਣੀ ਜਿੱਥੇ ਨਾ ਰਹਿੰਦੇ ਹੋਣ। ਸੋਹਣਾ ਸ਼ਬਦਾਂ ਵਿੱਚ ਜਿਹੜੀ ਕਿਰਤਕਾਰ ਛੱਡ ਕੇ ਮੰਗ ਖਾਣ ਨੂੰ ਇੱਥੇ ਚੰਗਾ ਨਹੀਂ ਕਹਿ ਰਹੇ, ਕਿਤੇ ਭੁਲੇਖਾ ਕਿਸੇ ਨੂੰ ਲੱਗ ਜਾਏ। ਇੱਥੇ ਤਾਂ ਰਾਜ ਭਾਗ ਦੀ ਨਿਖੇਧੀ ਕਰਦੇ ਹਨ, ਜਿੱਥੇ ਪ੍ਰਭੂ ਦੀ ਯਾਦ ਤੋਂ ਵਿਛੋੜਾ ਹੁੰਦਾ ਹੈ। ਜੋ ਪ੍ਰਭੂ ਨੂੰ ਵਿਛੋੜਦੀ ਹੈ, ਰਾਜ ਭਾਗ ਦੀ ਲਾਲਸਾ, ਜਿਹੜਾ ਵੀ ਪ੍ਰਾਣੀ ਅਭਿਮਾਨ ਤਿਆਗਦਾ ਹੈ, ਹਿਰਦੇ ਵਿੱਚ ਕੋਮਲ ਹੋ ਜਾਂਦਾ ਹੈ ਤੇ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰਦਾ ਹੈ, ਜੈਸਾ ਹਰੀ ਹੀ ਹੋਏ ਉਸ ਦਾ ਬਣ ਜਾਂਦਾ ਹੈ। ਉਸ ਨੂੰ ਸਤਸੰਗ ਹੀ ਸਭ ਤੋਂ ਪਿਆਰਾ ਲੱਗਦਾ ਹੈ। ਜਿੱਥੇ ਮੰਗਣ ਦੀ ਕਬੀਰ ਜੀ ਨੇ ਹਾਮੀ ਨਹੀਂ ਭਰੀ ਮੰਗ ਕੇ ਖਾਣ ਦੀ, ਇੱਥੇ ਸਿਰਫ ਇਹ ਕਿਹਾ ਕਿ ਥੋੜ੍ਹਾ ਖਾ ਲੈਣਾ ਘਰ ਦਾ, ਰੱਬ ਦੇ ਗੁਣ ਗਾ ਗਾ ਕੇ ਉਹੀ ਚੰਗਾ ਹੈ, ਬਜਾਏ ਇਸ 'ਤੇ ਕਿ ਵੱਡੇ ਵੱਡੇ ਮਹੱਲ ਹੋਣ, ਸੁੰਦਰ ਇਸਤਰੀ ਹੋਵੇ, ਧਨ ਪਦਾਰਥ ਹੋਵੇ, ਝੰਡਾ ਮਹੱਲਾਂ ਉੱਤੇ ਲਹਿਰਾ ਰਿਹਾ ਹੋਵੇ, ਰਾਮ ਦਾ ਨਾਮ ਕੋਲ ਹੋਵੇ ਹੀ ਨਾ, ਸੰਤਾਂ ਦੀ ਸੰਗਤ ਕਰਦਾ ਹੀ ਨਾ ਹੋਵੇ ਬੰਦਾ ਪਿਆ, ਉਹਦੇ ਨਾਲੋਂ ਤਾਂ ਜਿਹੜੀ ਕਿਰਤਕਾਰ ਦੀ ਥੋੜ੍ਹੀ ਜਿਹੀ ਰੋਟੀ ਖਾ ਲੈਣੀ ਉਹ ਚੰਗੀ ਹੈ, ਸੰਤਾਂ ਦੀ ਸੰਗਤ ਕਰ ਲੈਣੀ ਉਹ ਚੰਗੀ ਹੈ। ਇੱਥੇ ਮੰਗ ਖਾਣ ਦੀ ਇੱਥੇ ਹਮਾਇਤ ਨਹੀਂ ਕਰ ਰਹੇ ਭਗਤ ਕਬੀਰ ਜੀ। ਭਾਵ ਜਿਹੜਾ ਹੈ ਆਸ਼ਾ ਉਹ ਸਮਝਣਾ ਹੈ, ਸੰਗਤਾਂ ਦੀ ਸੰਗਤ ਕਰਨੀ ਅਤੇ ਹੰਕਾਰ ਦਾ ਤਿਆਗ ਕਰਨਾ। ਸੋ ਮੰਗ ਖਾਣ ਦਾ ਮਤਲਬ ਹੰਕਾਰ ਦਾ ਤਿਆਗ ਕਰਨ, ਨਿਮਰਤਾ ਨਾਲ ਜੋ ਘਰ ਵਿੱਚ ਹੈ ਉਸ ਨੂੰ ਵਰਤਣਾ। ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁਨ ਕੇ ਘਾਟ। ਜਮੁਨ ਸ਼ਬਦ ਮੰਮੇ ਨੌਕੜ ਨਾਲ ਹੈ ਤੇ ਨੰਨਾ ਨਾਲ ਜੋੜ ਕੇ ਲਿਖਿਆ ਹੋਇਆ। ਇਹ ਸ਼ਬਦ ਪ੍ਰੋਪਰ ਨਾਊਨ ਹੈ। ਪ੍ਰੋਪਰ ਨਾਊਨ ਤੋਂ ਬਾਅਦ ਦਾ ਮਤਲਬ ਹੈ ਜਮਨਾ। ਤੇ ਜਦੋਂ ਇਹ ਪ੍ਰੋਪਰ ਨਾਊਨ ਨਾ ਹੋਵੇ ਤਾਂ ਇਹ ਸ਼ਬਦ ਇਸ ਤਰ੍ਹਾਂ ਨਹੀਂ ਬਣ ਸਕਦਾ। ਜਿਸ ਸ਼ਬਦ ਦੇ ਅੰਤ ਵਿੱਚ ਚੌਂਕੜ ਲੱਗਾ ਹੁੰਦਾ ਹੈ ਉਹਦੇ ਨਾਲ ਨੰਨਾ ਨਹੀਂ ਜੁੜਦਾ। ਜਿਵੇਂ ਸੁਖਣੀ ਵਿੱਚ ਹੈ ਲੱਖ ਕਰੋੜੀ ਬੰਧ ਨਾ ਪਰੈ, ਉੱਥੇ ਬੰਧ ਸ਼ਬਦ ਅੱਧੇ ਨੌਕੜ ਹੈ, ਉਹਨੂੰ ਨੰਨਾ ਨਹੀਂ ਜੁੜੇਗਾ ਕਿਉਂਕਿ ਉੱਥੇ ਪ੍ਰੋਪਰ ਨਾਊਨ ਨਹੀਂ ਹੈ, ਸ਼ਬਦ ਕੋਈ ਵਰਤਿਆ ਗਿਆ ਬੰਧ ਆਦਿ। ਇੱਥੇ ਜਮਨ ਸ਼ਬਦ ਪ੍ਰੋਪਰ ਨਾਊਨ ਹੈ, ਇੱਥੇ ਨੰਨਾ ਜਿਹੜਾ ਜੁੜ ਸਕਦਾ ਨਾਲ। ਸੋ ਗੰਗ ਜਮੁਨ ਕੇ ਅੰਤਰੇ, ਇਹਦਾ ਮਤਲਬ ਹੈ ਗੰਗਾ ਜਮਨਾ ਅਤੇ ਜਿਹੜੀ ਸਰਸਵਤੀ ਨਦੀ ਹੈ ਇਹਨਾਂ ਦੇ ਮੇਲ ਵਿੱਚ। ਜਿੱਥੇ ਦੋ ਨਦੀਆਂ ਮਿਲਦੀਆਂ ਹਨ ਉੱਥੇ ਪਾਣੀ ਡੂੰਘਾ ਹੋ ਜਾਂਦਾ ਹੈ, ਗੰਭੀਰ ਹੋ ਜਾਂਦਾ ਹੈ, ਪਾਣੀ ਦੀ ਤੇਜ਼ੀ ਉੱਥੇ ਘਟ ਜਾਂਦੀ ਹੈ, ਪਾਣੀ ਟਿਕਿਆ ਹੋਇਆ ਜਾਪਦਾ ਹੈ। ਅਤੇ ਇਸ ਤਰ੍ਹਾਂ ਰੋੜੇ ਵਾਂਗ ਅਭਿਮਾਨ ਆਦਿਕ ਤੱਜ ਕੇ ਜਦੋਂ ਮਨੁੱਖ ਜੈਸਾ ਹਰੀ ਹੋਏ ਬਣਦਾ ਹੈ ਤਾਂ ਉਹ ਅਵਸਥਾ ਬਣਦੀ ਜਿਸ ਬਾਰੇ ਕਬੀਰ ਜੀ ਨੇ ਆਖਿਆ ਵੀ ਉਲਟੀ ਗੰਗਾ ਜਮੁਨ ਮਿਲਾਵੋਂ, ਭਾਵ ਮਨ ਮਾਇਆ ਵੱਲੋਂ ਉਲਟਾ ਕੇ ਉਹਨੂੰ ਅਡੋਲਤਾ ਵਿੱਚ ਲਿਆਉਣਾ। ਸਹਜ ਸੁਨ ਕੇ ਘਾਟ, ਸਹਜ ਭਾਵ ਅਡੋਲਤਾ। ਸ਼ੁਨ ਦਾ ਮਤਲਬ ਉਹ ਅਵਸਥਾ ਜਿੱਥੇ ਫੁਰਨੇ ਆਦਿਕ ਨਹੀਂ ਹੁੰਦੇ ਮਾਇਆ ਦੇ। ਇਹ ਸੁਨ ਸ਼ਬਦ ਜਿਹੜਾ ਸੰਸਕ੍ਰਿਤ ਦੇ ਸ਼ੂਨਿਆ ਤੋਂ ਬਣਦਾ ਹੈ। ਸ਼ੂਨਿਆ ਮਤਲਬ ਹੁੰਦਾ ਜ਼ੀਰੋ, ਸਿਫਰ। ਜਿਹਦੇ ਕੋਲ $0 ਹੈ, £0 ਹੈ, ਜਿਹਦੀ ਜੇਬ ਵਿੱਚ 0 ਰੁਪਈਏ ਹਨ,
ਉਹਦੇ ਕੋਲ ਕੋਈ ਹਿਲਜੁਲ ਨਹੀਂ ਹੋਏਗੀ। ਹਿਲਜੁਲ ਤੋਂ ਭਾਵ ਹੈ ਉਹਦਾ ਮਨ ਨਹੀਂ ਕਰੇਗਾ ਉਹ ਕਿਸੇ ਸਟੋਰ ਨੂੰ ਜਾਵੇ ਤੇ ਕੋਈ ਚੀਜ਼ ਖਰੀਦ ਕੇ ਲਿਆਵੇ। $0 ਨਾਲ ਕੋਈ ਚੀਜ਼ ਖਰੀਦੀ ਨਹੀਂ ਜਾ ਸਕਦੀ। ਇਸ ਕਰਕੇ ਖਰੀਦਣ ਦੇ ਫੁਰਨੇ ਉਹਨੂੰ ਨਹੀਂ ਆ ਸਕਦੇ ਜਿਹਦੀ ਜੇਬ ਵਿੱਚ $0 ਹੈ, ਭਾਵ ਕੁਝ ਵੀ ਨਹੀਂ ਹੈ। ਤਾਂ ਉਹ ਸ਼ੂਨਿਆ ਸ਼ਬਦ ਤੋਂ ਇਹ ਬਣਦਾ ਸ਼ੁੰਨ, ਜਿੱਥੇ ਫੁਰਨੇ ਨਹੀਂ ਹੁੰਦੇ। ਮਨ ਵਿੱਚ ਫੁਰਨਿਆਂ ਦੀ ਘਾਟ ਹੁੰਦੀ ਹੈ, ਉਹਨੂੰ ਸ਼ੁੰਨ ਅਵਸਥਾ ਕਿਹਾ ਜਾਂਦਾ ਹੈ। ਏਕ ਵੀ ਰਾਖ ਕੇ ਜਿਵੇਂ ਜਿਵੇਂ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ ਤੇ ਪ੍ਰਭੂ ਵਰਗੇ ਹੀ ਹੋਣ ਵਾਲੀ ਅਵਸਥਾ ਜਦੋਂ ਹੋ ਜਾਂਦੀ ਹੈ ਤਾਂ ਫਿਰ ਕਬੀਰ ਜੀ ਕਹਿੰਦੇ ਨੇ, ਮੈਂ ਕਬੀਰ ਦੇ ਮਨ ਨੇ ਹੁਣ ਉਸ ਪੱਤਨ ਤੇ ਟਿਕਾਣਾ ਕਰ ਲਿਆ ਹੈ ਜਿੱਥੇ ਸਹਿਜ ਅਵਸਥਾ ਹੈ। ਗੰਗ ਗੁੱਜਾ ਮੁਨ ਕੇ ਅੰਤਰੇ ਸਹਜ ਸ਼ੁੰਨ ਕੇ ਘਾਟ, ਜਿੱਥੇ ਸਹਿਜ ਅਵਸਥਾ ਹੈ, ਜਿੱਥੇ ਮਾਇਕ ਫੁਰਨੇ ਨਹੀਂ ਫੁਰਦੇ, ਜਿੱਥੇ ਮੰਨ ਲਓ ਗੰਗਾ ਜਮਨਾ ਦੇ ਪਾਣੀਆਂ ਦਾ ਮਿਲਾਪ ਹੈ। ਇਹਦਾ ਮਤਲਬ ਹੈ ਜਦੋਂ ਵੱਖ-ਵੱਖ ਨਦੀਆਂ ਦਾ ਪਾਣੀ ਦਾ ਵੇਗ ਘਟਦਾ ਹੈ, ਦੋ ਨਦੀਆਂ ਮਿਲਦੀਆਂ ਹਨ, ਉਹ ਪਾਣੀ ਵਿੱਚ ਗੰਭੀਰਤਾ ਤੇ ਸ਼ਾਂਤੀ ਆ ਜਾਂਦੀ ਹੈ। ਉਸ ਅਵਸਥਾ ਵਿੱਚ ਮੇਰਾ ਹੁਣ ਵਾਸਾ ਹੈ, ਉਸ ਅਵਸਥਾ ਵਿੱਚ ਵਸ ਰਿਹਾ ਹਾਂ। ਤਹਾਂ ਕਬੀਰ ਮਾਟੁਕੀਆ ਖੋਜਿਤ ਮੁਨੀ ਜਨ ਬਾਟ। ਸੋ ਇੱਥੇ ਹੀ ਕਬੀਰ ਜੀ ਨੇ ਟਿਕਾਣਾ ਕੀਤਾ ਹੈ। ਮਾਟੁਕੀਆ, ਮਟ ਦਾ ਮਤਲਬ ਨਿਵਾਸ ਕੀਤਾ ਹੈ, ਬਾੜ ਦਾ ਮਤਲਬ ਹੈ ਰਸਤਾ। ਸੋ ਇਹ ਅਵਸਥਾ ਜਿਹੜੀ ਹੈ, ਇਸ ਤੱਕ ਪਹੁੰਚਣ ਵਾਸਤੇ ਮੁਨੀ ਜਨ ਆਦਿਕ ਉਹ ਭਾਲਦੇ ਰਹਿੰਦੇ ਹਨ ਕਿ ਸਾਨੂੰ ਅਵਸਥਾ ਮਿਲੇ, ਸਹਿਜ ਅਵਸਥਾ ਮਿਲੇ, ਜਿੱਥੇ ਨਦੀ ਦਾ ਪਾਣੀ ਮਿਲ ਕੇ ਗੰਭੀਰ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਜਿੱਥੇ ਫੁਰਨੇ ਮਾਇਕ ਫੁਰਨੇ ਨਹੀਂ ਫੁਰਦੇ। ਇਹ ਅਵਸਥਾ ਜਿਹੜੀ ਹੈ ਸਾਜ ਦੀ ਅਡੋਲਤਾ ਦੀ ਅਵਸਥਾ, ਇਸ ਨੂੰ ਮੁਨੀ ਜਨ ਵੀ ਭਾਲਦੇ ਫਿਰਦੇ ਹਨ। ਕਬੀਰ ਜੈਸੀ ਉਪਜੀ ਪੇੜ ਤੇ ਜੋ ਜੈਸੀ ਨਿਭ ਹੈ ਓੜੀ। ਇਸ ਦਾ ਭਾਵ ਇਹ ਹੈ ਕਿ ਜਿਸ ਤਰ੍ਹਾਂ ਦੀ ਨਵੇਂ ਉੱਗੇ ਬੂਟੇ ਵਿੱਚ ਕੋਮਲਤਾ ਹੁੰਦੀ ਹੈ, ਲਚਕ ਹੁੰਦੀ ਹੈ, ਇਸ ਤਰ੍ਹਾਂ ਦੀ ਕੋਮਲਤਾ ਜੇ ਕਿਸੇ ਪ੍ਰਾਣੀ ਦੇ ਹਿਰਦੇ ਵਿੱਚ ਪੈਦਾ ਹੋ ਜਾਏ, ਟਿਕੀ ਰਹੇ, ਤਾਂ ਫਿਰ ਕੀ ਹੁੰਦਾ ਹੈ? ਹੀਰਾ ਕਿਸ ਕਾ ਬਾਪੁਰਾ ਪੁੱਜਨ ਰਤਨ ਕਰੋੜੀ। ਤਾਂ ਇਹ ਹੀਰਾ ਜਿਹੜਾ ਹੈ, ਇਹ ਵਿਚਾਰਾ ਕੀ ਹੈ? ਕਰੋੜਾਂ ਰਤਨ ਵੀ ਇਕੱਠੇ ਹੋ ਕੇ ਉਸ ਪ੍ਰਾਣੀ ਦੀ ਕੀਮਤ ਨਹੀਂ ਪਾ ਸਕਦੇ, ਜਿਹਦੇ ਅੰਦਰ ਕੋਮਲਤਾ ਪੈਦਾ ਹੋ ਜਾਂਦੀ ਹੈ, ਨਿਮਰਤਾ ਪੈਦਾ ਹੋ ਜਾਂਦੀ ਹੈ, ਜਿਸ ਤਰ੍ਹਾਂ ਨਵੇਂ ਬੂਟੇ ਦੇ ਉਗਣ ਤੇ ਪੈਦਾ ਹੁੰਦੀ ਹੈ। ਕਬੀਰਾ ਏਕ ਅਚੰਭਉ ਦੇਖਿਓ ਹੀਰਾ ਹਾਟ ਬਿਕਾਇ। ਇਹ ਕਬੀਰ, ਸੰਸਾਰ ਵਿੱਚ ਮੈਂ ਇੱਕ ਮੂਰਖਤਾ ਦਾ ਤਮਾਸ਼ਾ ਦੇਖਿਆ ਹੈ, ਮੂਰਖਤਾ ਦਾ ਅਚੰਭਾ ਦੇਖਿਆ ਹੈ ਕਿ ਹੀਰਾ ਹੱਟੀ ਹੱਟੀ ਤੇ ਵਿਕ ਰਿਹਾ ਹੈ। ਕਿਉਂ? ਬਨ ਜਨਹਾਰੇ ਬਾਹਰਾ ਕੌਡੀ ਬਦਲੈ ਜਾਏ। ਕਿਉਂਕਿ ਕਿਸੇ ਨੂੰ ਇਸ ਹੀਰੇ ਦੀ ਕਦਰ ਨਹੀਂ ਹੈ, ਪਛਾਣ ਨਹੀਂ ਹੈ, ਇਸ ਕਰਕੇ ਕੌਡੀਆਂ ਦੇ ਭਾਅ ਜਾ ਰਿਹਾ ਹੈ, ਅਜਾਈਂ ਹੀ ਜਾ ਰਿਹਾ ਹੈ। ਤੋ ਇਸ ਕਰਕੇ ਇਸ ਨੂੰ ਕਬੀਰ ਜੀ ਨੇ ਮੂਰਖਤਾ ਦਾ ਤਮਾਸ਼ਾ ਕਿਹਾ ਹੈ। ਜਿੱਥੇ ਹੀਰੇ ਦੀ ਕਦਰ ਨਹੀਂ, ਜਿੱਥੇ ਵਿਦਿਆ ਦੀ ਕਦਰ ਨਹੀਂ, ਜਿੱਥੇ ਮੋਹ ਮਾਇਆ ਨਾਲ, ਅਗਿਆਨਤਾ ਨਾਲ ਹੀ ਪਿਆਰ ਹੈ, ਅਨਪੜ੍ਹਤਾ ਨਾਲ ਜਿੱਥੇ ਪਿਆਰ ਹੈ, ਉੱਥੇ ਦੀ ਗੱਲ ਕਰਦੇ ਹਨ ਕਿ ਉੱਥੇ ਲੋਕਾਂ ਨੂੰ ਹੀਰੇ ਦੀ ਕੀਮਤ ਨਹੀਂ ਪਤਾ ਹੁੰਦੀ, ਕਿ ਉਹ ਹੀਰੇ ਦਾ ਕੋਈ ਵਪਾਰੀ ਨਹੀਂ ਹੁੰਦਾ, ਵਪਾਰ ਕਰਨ ਵਾਲਾ ਹੀਰੇ ਨੂੰ ਕੋਈ ਖਰੀਦਣ ਵਾਲਾ ਨਹੀਂ ਹੁੰਦਾ।
ਹੀਰੇ ਦੀ ਕੌਡੀ ਕੀਮਤ ਵੀ ਉੱਥੇ ਪੈਂਦੀ ਨਹੀਂ ਜਿੱਥੇ ਅਗਿਆਨਤਾ ਨਾਲ ਪਿਆਰ ਹੋਵੇ, ਜਿੱਥੇ ਅਵਿਦਿਆ ਨਾਲ ਪਿਆਰ ਹੋਵੇ। ਇਸ ਕਰਕੇ ਭਗਤ ਰਵਿਦਾਸ ਜੀ ਨੇ ਕਿਹਾ ਸੀ, ਮਾਧੋ ਅਵਿਦਿਆ ਹਿਤਕੀਨ। ਇਹਨਾਂ ਲੋਕਾਂ ਨੇ ਤਾਂ ਅਨਪੜ੍ਹਤਾ ਨਾਲ ਹੀ ਪਿਆਰ ਕਰ ਲਿਆ ਹੈ, ਅਵਿਦਿਆ ਨਾਲ ਹੀ ਪਿਆਰ ਕਰ ਲਿਆ ਹੈ। ਇਹਨਾਂ ਨੂੰ ਐਜੂਕੇਸ਼ਨ ਦੀ ਕੋਈ ਕਦਰ ਨਹੀਂ ਹੈ, ਹੀਰੇ ਦੀ ਕੋਈ ਕਦਰ ਨਹੀਂ ਹੈ। ਵਿਵੇਕ ਦੀਪ ਮਲੀਨ, ਇਹਨਾਂ ਜਿਹੜਾ ਵਿਵੇਕ ਵਾਲਾ ਦੀਵਾ ਉਹ ਮੈਲਾ ਹੋ ਚੁੱਕਾ, ਗੰਦਾ ਹੋ ਚੁੱਕਾ ਹੈ। ਇਸ ਕਰਕੇ ਇਹ ਜਿਹੜਾ ਹੀਰਾ ਆ ਇਹਨੂੰ ਇਹ ਲੋਕ ਬਿਨਾਂ ਪਛਾਣ ਤੋਂ ਹੱਟੀ ਹੱਟੀ ਤੇ ਵੇਚ ਰਹੇ ਹਨ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ। ਸਿੱਤਤਾ ਹਾ ਇਹਦਾ ਪਾਠ ਤੈਂ ਰੌਂਗ ਹੈ, ਤੇ ਜਹਾਂ ਹਾਹੀ ਨੂੰ ਕੰਨਾ ਲੱਗਾ ਹੋਇਆ ਬੜਾ ਸੋਹਣਾ ਪਾਠ ਹੁੰਦਾ। ਜਹਾਂ ਜਦੋਂ ਗੁਰਮੁਖ ਤੇ ਕੰਨਾ ਹਟ ਜਾਂਦਾ ਲੋਕ ਕਹਿੰਦੇ ਨੇ ਜੈ, ਸਿਰਫ ਕੰਨਾ ਹੀ ਹਟਿਆ ਤੇ ਪਾਠ ਕੀ ਬਦਲ ਗਿਆ ਜੈ। ਤੇ ਹੁਣ ਇਹਨੂੰ ਜਹਾਂ ਕਿਉਂ ਨਹੀਂ ਪੜ੍ਹਿਆ ਜਾਂਦਾ? ਹੁਣ ਵੀ ਸ਼ਬਦ ਉਹੀ ਹੈ, ਕੰਨਾ ਲੱਗਾ ਹੋਇਆ। ਇਸ ਕਰਕੇ ਕੰਨਾ ਲੱਗਾ ਹੋਇਆ ਚਾਹੇ ਨਹੀਂ ਲੱਗਾ ਹੋਇਆ, ਇਹਦਾ ਪਾਠ ਜੈ ਰੌਂਗ ਹੈ। ਜਹਾਂ ਕੰਨਾ ਨਾ ਵੀ ਹੋਵੇ ਤਾਂ ਵੀ ਪਾਠ ਹੋਏਗਾ ਜਹਾਂ, ਫਿਰ ਸ਼ਾਰਟ ਹੋਏਗਾ ਕੰਨੇ ਤੋਂ ਬਿਨਾਂ। ਤਤਾ ਦਾ ਪਾਠ ਹੈ ਤਹਾਂ, ਸ਼ਾਰਟ ਹੋਏਗਾ। ਇਹ ਤਹਾਂ ਦਾ ਹੀ ਸ਼ਾਰਟ ਸ਼ਬਦ ਹੈ, ਇੱਥੇ ਕੰਨਾ ਮਿਸ ਕਰਕੇ ਲਿਖਿਆ ਹੋਇਆ। ਇੱਕ ਵੀ ਰਾਖ ਕਿ ਜਿੱਥੇ ਜਿੱਥੇ ਗਿਆਨ ਹੈ, ਜਿੱਥੇ ਗੁਰੂ ਦੀ ਬਾਣੀ ਦੀ ਸਮਝ ਹੈ, ਜਿੱਥੇ ਗੁਰੂ ਦੇ ਸ਼ਬਦਾਂ ਦਾ ਅਰਥ ਲੋਕਾਂ ਨੂੰ ਪਤਾ ਹੈ, ਲੋਕਾਂ ਨੂੰ ਗਿਆਨ ਹੈ, ਤੇ ਜੀਵਨ ਦਾ ਮਨੋਰਥ ਜਿਹੜਾ ਹੈ ਉਹਨੂੰ ਪੂਰਾ ਕਰਨ ਦੀ ਜਿਹੜੀ ਫਰਜ਼ ਸ਼ਨਾਸ਼ੀ ਹੈ, ਇਹ ਸਿਰਫ ਉੱਥੇ ਹੋ ਸਕਦੀ ਹੈ ਜਿੱਥੇ ਸਮਝ ਹੋਵੇ, ਜਿੱਥੇ ਗਿਆਨ ਹੋਵੇ ਕਿ ਜਿਹੜਾ ਹੀਰਾ ਜਨਮ ਹੈ ਉਹ ਕਾਹਦੇ ਲਈ ਮਿਲਿਆ ਹੈ। ਫਿਰ ਜਹਾਂ ਝੂਠ ਤਹਾਂ ਪਾਪ। ਤੋ ਜਿਸ ਮਨੁੱਖ ਦੇ ਅੰਦਰ ਝੂਠ ਹੀ ਝੂਠ ਹੈ, ਕੂੜ ਹੀ ਕੂੜ ਹੈ, ਸੱਚ ਦਾ ਜਿਸ ਨੂੰ ਪਤਾ ਹੀ ਨਹੀਂ ਹੈ, ਅਤੇ ਜਿੱਥੇ ਲੋਭ ਦਾ, ਜਿੱਥੇ ਝੂਠ ਦਾ ਜ਼ੋਰ ਹੈ, ਉੱਥੇ ਪਾਪ ਹੀ ਪਾਪ ਹੈ। ਉੱਥੇ ਧਰਮ ਨਹੀਂ ਹੋ ਸਕਦਾ, ਉੱਥੇ ਪਾਪ ਹੀ ਪਾਪ ਹੈ। ਇਹਦਾ ਮਤਲਬ ਹੈ ਉੱਥੇ ਆਤਮਿਕ ਮੌਤ ਹੀ ਹੈ। ਤੋ ਇਹ ਗੱਲ ਬੜੀ ਸੋਚਣ ਵਾਲੀ ਹੈ। ਗਿਆਨ ਹੈ ਜਿੱਥੇ, ਉੱਥੇ ਧਰਮ ਹੈ। ਜਿੱਥੇ ਗਿਆਨ ਨਹੀਂ ਹੈ ਉੱਥੇ ਕੋਈ ਧਰਮ ਨਹੀਂ ਹੈ। ਉੱਥੇ ਕੋਈ ਜ਼ਿੰਦਗੀ ਦੇ ਮਨੋਰਥ ਨੂੰ ਪੂਰਾ ਕਰਨ ਵਾਸਤੇ ਉੱਥੇ ਕੋਈ ਯਤਨ ਨਹੀਂ ਹੈ, ਕਿਉਂਕਿ ਗਿਆਨ ਹੀ ਨਹੀਂ ਹੈ। ਗਿਆਨ ਨਹੀਂ ਹੈ ਤਾਂ ਧਰਮ ਕਿਵੇਂ ਹੋ ਸਕਦਾ ਹੈ? ਜੀਵਨ ਮਨੋਰਥ ਨੂੰ ਪੂਰਾ ਕਰਨ ਦਾ ਮਕਸਦ ਜਿਹੜਾ ਹੈ, ਇਹਦੀ ਫਰਜ਼ ਸ਼ਨਾਸੀ ਕਿਵੇਂ ਹੋ ਸਕਦੀ ਹੈ? ਸੋ ਗਿਆਨ ਹੈ ਤਾਂ ਧਰਮ ਹੈ। ਇਹ ਗੱਲ ਬੜੀ ਕੀਮਤੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਹੈ ਤਾਂ ਫਿਰ ਹੀ ਕਹਿ ਸਕਦੇ ਹਾਂ ਵੀ ਕਿਸੇ ਕੋਲ ਸਿੱਖੀ ਧਰਮ ਹੈ। ਅਸਲ ਰੂਪ ਵਿੱਚ ਉਹ ਸਿੱਖ ਹੈ ਜਿਸ ਕੋਲ ਬਾਣੀ ਦਾ ਗਿਆਨ ਹੈ, ਬਾਣੀ ਦੇ ਸ਼ਬਦਾਂ ਦੀ ਸੋਝੀ ਹੈ, ਗੁਰੂ ਦੇ ਦੱਸੇ ਹੋਏ ਸ਼ਬਦਾਂ ਵਿਚਲੇ ਸੱਚ ਦਾ ਜਿਸ ਨੂੰ ਪਤਾ ਹੈ, ਉੱਥੇ ਹੀ ਧਰਮ ਹੈ। ਜੇ ਇਸ ਗੱਲ ਨੂੰ ਵਿਚਾਰ ਕੇ ਦੇਖੀਏ ਤਾਂ ਗੁਰਮੁਖੋ ਬਹੁਤ ਸਾਰੀਆਂ ਕੱਚੀਆਂ ਰਚਨਾਵਾਂ ਨਿਤਨੇਮ ਵਿੱਚ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ। ਬਹੁਤ ਸਾਰੀਆਂ ਕੱਚੀਆਂ ਰਚਨਾਵਾਂ ਗੁਰਦੁਆਰਿਆਂ ਵਿੱਚ ਪੜ੍ਹੀਆਂ ਜਾ ਰਹੀਆਂ ਹਨ। ਇਹਦਾ ਮਤਲਬ ਹੈ ਕਿ ਉਹ ਲੋਕ ਸੁਣ ਰਹੇ ਹਨ, ਉਹ ਲੋਕ ਪੜ੍ਹ ਰਹੇ ਹਨ ਜਿਨ੍ਹਾਂ ਨੂੰ ਗਿਆਨ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਨਹੀਂ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਹੋਵੇ ਤਾਂ ਉੱਥੇ ਸੱਚਾ ਧਰਮ ਉੱਥੇ ਪੈਦਾ ਹੋ ਸਕਦਾ ਹੈ, ਸੱਚੀ ਸਿੱਖੀ ਉੱਥੇ ਹੋ ਸਕਦੀ ਹੈ, ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਹੋਵੇ। ਗਿਆਨ ਨਾ ਹੋਣ ਕਰਕੇ ਹੀ ਇਹ ਕੱਚੀਆਂ ਰਚਨਾਵਾਂ ਜਿਹੜੀਆਂ ਸਿੱਖਾਂ ਦੇ ਗਲ ਵਿੱਚ ਪੈ ਚੁੱਕੀਆਂ ਹਨ, ਕਿਉਂਕਿ ਸਿੱਖ ਸਮਝਦੇ ਨਹੀਂ ਉਹਨਾਂ ਨੂੰ, ਉਹਨਾਂ ਦਾ ਅਰਥ ਨਹੀਂ ਪਤਾ ਲੋਕਾਂ ਨੂੰ ਕਿ ਉਹ ਰਚਨਾਵਾਂ ਕੀ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਨਹੀਂ ਪਤਾ। ਇਸ ਕਰਕੇ ਉਹਨਾਂ ਨੂੰ ਚੈੱਕ ਨਹੀਂ ਕਰ ਸਕਦੇ, ਗਿਆਨ ਤੋਂ ਬਿਨਾਂ ਹੀ ਚੱਲ ਰਹੇ ਹਨ।
ਅਗਿਆਨਤਾ ਦੇ ਹਨੇਰੇ ਵਿੱਚ ਚੱਲ ਰਹੇ ਹਨ। ਇਸ ਕਰਕੇ ਜਿੱਥੇ ਗਿਆਨ ਹੈ ਧਰਮ ਉੱਥੇ ਹੀ ਹੈ, ਜਿੱਥੇ ਗਿਆਨ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉੱਥੇ ਕੋਈ ਧਰਮ ਨਹੀਂ ਹੈ। ਜਿੱਥੇ ਝੂਠ ਹੈ ਉੱਥੇ ਪਾਪ ਹੈ। ਜਹਾਂ ਲੋਭ ਤਾਂ ਕਾਲ ਹੈ, ਜਹਾਂ ਖਿਮਾ ਤਾਂ ਆਪੀ। ਜਿੱਥੇ ਲੋਭ ਲਾਲਚ ਹੈ ਉੱਥੇ ਆਤਮਿਕ ਮੌਤ ਹੈ, ਕਾਲ ਹੈ। ਜਿੱਥੇ ਖਿਮਾ ਹੈ ਉੱਥੇ ਪ੍ਰਭੂ ਆਪ ਵਸਦਾ ਹੈ। ਤੇ ਪ੍ਰਭੂ ਦਾ ਵਾਸਾ ਜਿਹੜਾ ਹੈ ਕੇਵਲ ਉਹਦੇ ਹਿਰਦੇ ਵਿੱਚ ਹੁੰਦਾ ਹੈ, ਜਿੱਥੇ ਸ਼ਾਂਤੀ ਹੁੰਦੀ ਹੈ, ਜਿਹਦਾ ਮਨ ਸ਼ਾਂਤ ਹੁੰਦਾ ਹੈ, ਮੋਹ ਮਾਇਆ ਦੀ ਭਟਕਣਾ ਤੋਂ ਜਿਹੜਾ ਰੁਕਿਆ ਹੁੰਦਾ ਹੈ, ਉੱਥੇ ਪ੍ਰਭੂ ਦਾ ਆਪ ਹੀ ਵਾਸਾ ਹੁੰਦਾ ਹੈ। ਕਬੀਰ ਮਾਇਆ ਤਜੀ ਤਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਸੋ ਕਬੀਰ ਆਖ ਕਿ ਮਾਇਆ ਦਾ ਤਿਆਗ ਤਾਂ ਕਰ ਦਿੱਤਾ, ਪਰ ਮਾਨ ਜਿਹੜਾ ਹੈ ਉਹ ਉਸੇ ਤਰ੍ਹਾਂ ਹੀ ਕਾਇਮ ਹੈ। ਸੋ ਵੱਡੇ ਵੱਡੇ ਰਿਸ਼ੀ ਮੁਨੀ ਮਾਇਆ ਦਾ ਤਿਆਗ ਕਰਕੇ ਇਹਦੇ ਹੰਕਾਰ ਵਿੱਚ ਰਹਿ ਜਾਂਦੇ ਹਨ। ਸੋ ਮਾਇਆ ਦਾ ਤਿਆਗ ਤਾਂ ਕਰ ਦਿੱਤਾ, ਪਰ ਹੰਕਾਰ ਛੱਡਿਆ ਹੀ ਨਹੀਂ ਅਜੇ। ਉਹ ਬੰਦਾ ਫੇਰ ਹੀ ਕਹੀ ਜਾਂਦਾ ਮੈਂ ਮਾਇਆ ਛੱਡ ਦਿੱਤੀ, ਮੈਂ ਮਾਇਆ ਛੱਡਤੀ। ਦੇਖੋ ਮੈਂ ਸਭ ਨਾਲੋਂ ਚੰਗਾ, ਮੈਂ ਮਾਇਆ ਛੱਡ ਦਿੱਤੀ। ਹੰਕਾਰ ਜਿਹੜਾ ਉਹ ਫੇਰ ਨਹੀਂ ਗਿਆ। ਸੋ ਉੱਚੇ ਭਵਨ ਕੋਈ ਛੱਡ ਦੇਵੇ, ਕਨ ਕਾਮਨੀ ਛੱਡ ਦੇਵੇ, ਤਾਂ ਇਸ ਤਰ੍ਹਾਂ ਦੀ ਮਾਇਆ ਤਾਂ ਬੰਦਾ ਤਿਆਗ ਦਿੰਦਾ ਹੈ ਤਾਂ ਕੁਝ ਨਹੀਂ ਉਹਦਾ ਸੰਵਰਦਾ, ਕਿਉਂਕਿ ਅਜੇ ਹੰਕਾਰ ਉਹਦੇ ਅੰਦਰ ਟਿਕਿਆ ਹੋਇਆ ਹੈ। ਮਾਇਆ ਛੱਡਣ ਨਾਲ ਵੀ ਹੰਕਾਰ ਨਹੀਂ ਗਿਆ, ਉਹ ਟਿਕਿਆ ਹੋਇਆ ਹੈ। ਜੋ ਮਾਨ ਤਜਿਆ ਨਹੀਂ ਜਾਏ। ਜੇ ਹੰਕਾਰ ਨਹੀਂ ਤਿਆਗਿਆ ਜਾਂਦਾ ਤਾਂ ਇਸ ਤਰ੍ਹਾਂ ਮਾਇਆ ਜਾਂ ਮਾਇਕ ਪਦਾਰਥਾਂ ਦਾ ਜਿਹੜਾ ਇਹ ਲਾਲਚ ਹੈ, ਇਹ ਛੱਡਣ ਦਾ ਕੋਈ ਲਾਭ ਨਹੀਂ ਜੇ ਹੰਕਾਰ ਫਿਰ ਵੀ ਟਿਕਿਆ ਹੋਇਆ ਹੈ। ਮਾਨ ਮੁਨੀ ਮੁਨੀ ਵਰ ਗਲੇ, ਮਾਨ ਸਭੈ ਕੋ ਖਾਏ। ਇਸ ਤਰ੍ਹਾਂ ਵੱਡੇ ਵੱਡੇ ਰਿਸ਼ੀ ਮੁਨੀ ਜਿਹੜੇ ਸਨ ਉਹ ਵੀ ਇਸ ਤਰ੍ਹਾਂ ਉਹਨਾਂ ਨੇ ਮਾਇਆ ਤਿਆਗੀ ਤੇ ਫਿਰ ਮਾਣ ਤੇ ਹੰਕਾਰ ਉਹਨਾਂ ਨੇ ਛੱਡਿਆ ਨਹੀਂ, ਉਹਦੇ ਵਿੱਚ ਹੀ ਉਹ ਗਲ ਜਾਂਦੇ ਹਨ, ਸੜ ਜਾਂਦੇ ਹਨ। ਕਿਉਂਕਿ ਮਾਣ ਜਿਹੜਾ ਹੈ, ਹੰਕਾਰ ਹੈ, ਇਹ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਮਾਨ ਸਭੈ ਕੋ ਖਾਏ, ਇਹ ਸਾਰੇ ਨੂੰ ਖਾ ਜਾਂਦਾ ਹੈ। ਤੇ ਜਿਹੜਾ ਵੀ ਪ੍ਰਾਣੀ, ਜੋ ਵੀ ਜੀਵ ਹੰਕਾਰੀ ਹੋ ਜਾਂਦਾ ਹੈ, ਉਹਦੇ ਵਿੱਚੋਂ ਨਾਮ ਨਿਕਲ ਜਾਂਦਾ ਹੈ, ਬੰਦਗੀ ਨਿਕਲ ਜਾਂਦੀ ਹੈ, ਤੇ ਉਹਦਾ ਆਤਮਿਕ ਜੀਵਨ ਜਿਹੜਾ ਸਹਿਜੇ ਸਹਿਜੇ ਖਤਮ ਹੋ ਜਾਂਦਾ ਹੈ। ਕਬੀਰ ਸਾਚਾ ਸਤਿਗੁਰੂ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕੋ। ਇਹ ਕਬੀਰ ਜਦੋਂ ਦਾ ਮੈਨੂੰ ਪੂਰਾ ਸਤਿਗੁਰੂ ਮਿਲਿਆ ਹੈ, ਸੱਚਾ ਸਤਿਗੁਰੂ ਮਿਲਿਆ ਹੈ, ਤਾਂ ਉਸਨੇ ਇੱਕ ਸ਼ਬਦ ਸੁਣਾਇਆ, ਸ਼ਬਦ ਜੋ ਬਾਹਿਆ ਏਕ। ਸੋ ਬਾਹਿਆ ਦਾ ਮਤਲਬ ਹੈ ਉਸਨੇ ਮੈਨੂੰ ਸ਼ਬਦ ਸੁਣਾਇਆ, ਸ਼ਬਦ ਰੂਪ ਤੀਰ ਉਸਨੇ ਚਲਾਇਆ। ਸ਼ਬਦ ਜੋ ਬਾਹਿਆ ਏਕ, ਜਿਹੜਾ ਮੇਰੇ ਹਿਰਦੇ ਵਿੱਚ ਇਉਂ ਲੱਗਾ ਜਿਵੇਂ ਤੀਰ ਮਾਰਿਆ ਗਿਆ ਹੋਵੇ, ਤੀਰ ਵਾਂਗ ਮੈਨੂੰ ਵਿੰਨ ਗਿਆ। ਇੱਕ ਸ਼ਬਦ ਸੁਣਾਇਆ ਮੈਨੂੰ ਪੂਰੇ ਗੁਰੂ ਨੇ, ਜੋ ਮੈਨੂੰ ਤੀਰ ਵਾਂਗ ਲੱਗਾ। ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਲੇਜੇ ਛੇਕ। ਸੋ ਜਿਉਂ ਹੀ ਉਹ ਸ਼ਬਦ ਰੂਪੀ ਤੀਰ ਮੈਨੂੰ ਲੱਗਾ ਤੇ ਫਿਰ ਲਾਗਤ ਹੀ ਪੋਏ ਮਿਲ ਗਿਆ। ਪੋਏ ਮਿਲ ਗਿਆ ਦਾ ਮਤਲਬ ਹੈ ਗੁਰੂ ਚਰਨਾਂ ਦੇ ਵਿੱਚ ਇਹ ਮੇਰਾ ਹਿਰਦਾ ਜਿਹੜਾ ਹੈ, ਮੇਰਾ ਮਨ ਪਰੋਤਾ ਗਿਆ, ਤੇ ਹੰਕਾਰ ਜਿਹੜਾ ਮਿੱਟੀ 'ਚ ਮਿਲ ਗਿਆ। ਭੋਏ ਮਿਲ ਗਿਆ। ਸੋ ਕਿਹੜੀ ਚੀਜ਼ ਭੋਏ ਨਾਲ ਮਿਲ ਗਈ? ਮਿੱਟੀ 'ਚ ਮਿਲ ਗਈ। ਹੰਕਾਰ, ਹੰਕਾਰ ਮਿੱਟੀ 'ਚ ਮਿਲ ਗਿਆ। ਤੇ ਇਸ ਤਰ੍ਹਾਂ ਭਰਿਆ ਕਲੇਜੇ ਛੇਕ, ਤੇ ਮੇਰਾ ਹਿਰਦਾ ਜਿਹੜਾ ਸੀ ਉਹ ਗੁਰੂ ਚਰਨਾਂ ਦੇ ਨਾਲ ਜੁੜ ਗਿਆ, ਗੁਰੂ ਚਰਨ ਵਿੱਚ ਪਰੋਤਾ ਗਿਆ। ਮੇਰੇ ਮਨ 'ਚ ਗੁਰੂ ਦੇ ਚਰਨ ਜਿਹੜੇ ਉਹ ਟਿਕ ਗਏ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ।
ਹੇ ਕਬੀਰ ਆਖ ਜੇ ਸਿੱਖ ਵਿੱਚ ਹੀ ਕੋਈ ਉਕਾਈ ਹੋਵੇ, ਸਿੱਖਾਂ ਮੈਂ ਚੂਕ, ਜੇ ਸਿੱਖਾਂ ਵਿੱਚ ਹੀ ਗਲਤੀ ਹੈ, ਉਕਾਈ ਹੈ, ਤਾਂ ਸਤਿਗੁਰੂ ਵੀ ਕੁਝ ਸੰਵਾਰ ਨਹੀਂ ਸਕਦਾ। ਸਾਚਾ ਸਤਿਗੁਰ ਕਿਆ ਕਰੇ, ਕਿਉਂ ਸਤਿਗੁਰੂ ਤਾਂ ਆਪਣਾ ਉਪਦੇਸ਼ ਦਿੰਦਾ ਹੈ, ਸਿੱਖ ਮੰਨਦੇ ਹੀ ਨਹੀਂ, ਸਿੱਖ ਪ੍ਰਵਾਨ ਨਹੀਂ ਕਰਦੇ। ਸਿੱਖ ਕਹਿੰਦਾ ਹੈ ਕਿ ਮੈਂ ਕੱਚੀਆਂ ਬਾਣੀਆਂ ਪੜ੍ਹਨੀਆਂ ਹਨ। ਸਤਿਗੁਰੂ ਇਹ ਮਨਾ ਕਰਦੇ ਹਨ ਇਹਨਾਂ ਤੋਂ ਵੀ ਸੱਚੀ ਬਾਣੀ ਨਾਲ ਜੁੜੋ, ਤੇ ਸਿੱਖ ਕਹਿੰਦਾ ਮੈਂ ਕੱਚੀ ਪੜ੍ਹਨੀ ਹੈ। ਸਤਿਗੁਰੂ ਕਹਿੰਦੇ ਹਨ ਕੇਵਲ ਅਕਾਲ ਪੁਰਖ ਦੇ ਜਿਹੜੀ ਨਾਲ ਜੋੜਨ ਵਾਲੀ ਰਚਨਾ ਆ, ਬਾਣੀ ਆ, ਉਹ ਪੜ੍ਹੋ, ਸੱਚੀ ਬਾਣੀ ਉਹ ਜਿਹੜੀ ਪ੍ਰਭੂ ਨਾਲ ਜੋੜਦੀ ਹੈ। ਤੇ ਸਿੱਖ ਤਾਂ ਕਹਿੰਦਾ, ਸਿੱਖ ਕਹਿੰਦੇ ਹਨ ਵੀ ਅਸੀਂ ਤਾਂ ਮਹਾਕਾਲ ਦੀ ਸਿਫਤ ਵਾਲੀ ਰਚਨਾ ਪੜ੍ਹਨੀ ਆ, ਕਵੇ ਬਾਅਦ ਬੇਨਤੀ ਚੌਪਈ ਪੜ੍ਹਨੀ ਜਿਹਦੇ ਵਿੱਚ ਮਹਾਕਾਲ ਦੀ ਸਿਫਤ ਕੀਤੀ ਗਈ ਹੈ। ਫਿਰ ਸਤਿਗੁਰੂ ਕੀ ਕਰੇਗਾ? ਜੇ ਸਿੱਖਾਂ ਵਿੱਚ ਚੂਕ ਹੈ, ਸਿੱਖਾਂ ਵਿੱਚ ਇਹਨੇ ਸਮਝ ਹੀ ਨਹੀਂ ਹੈ, ਅਕਲ ਨਹੀਂ ਆ ਰਹੀ ਜੋ ਗੁਰੂ ਦੱਸ ਰਿਹਾ ਹੈ, ਤਾਂ ਸਿੱਖ ਕਹਿੰਦਾ ਮੈਂ ਤਾਂ ਇਹ ਪੜ੍ਹਨੀ ਹੈ, ਮੈਂ ਤਾਂ ਮਹਾਕਾਲ ਦੀ ਰਚਨਾ ਪੜ੍ਹਨੀ ਹੈ, ਮੈਂ ਤਾਂ ਮਹਾਕਾਲ ਦੀ ਸਿਫਤ ਕਰਨੀ ਹੈ। ਸਤਿਗੁਰੂ ਕਹਿੰਦਾ ਗੁਰੂ ਪਰਮੇਸ਼ਰ ਦੀ ਸਿਫਤ ਕਰਨੀ ਹੈ, ਤੇ ਸਿੱਖ ਕਹਿੰਦਾ ਮੈਂ ਤਾਂ ਦੇਹ ਸ਼ਿਵਾ ਬਰਮੋਹ ਇਹੀ ਪੜ੍ਹਨਾ ਆ। ਤੇ ਜਦੋਂ ਨਿਸ਼ਾਨ ਸਾਹਿਬ ਵਿੱਚ ਚੜਾਇਆ ਜਾਂਦਾ, ਕਿਤੇ ਲੋਕ ਪੜ੍ਹਦੇ ਦੇਹ ਸ਼ਿਵਾ, ਮਹਾ ਗਿਆਨਤਾ ਦਾ ਉੱਥੇ ਪ੍ਰਗਟਾਵਾ ਸਿੱਖ ਕਰਦੇ ਹਨ, ਤੇ ਇਹ ਦਿਖਾ ਰਹੇ ਹਨ ਕਿ ਅਸੀਂ ਹੁਣ ਬ੍ਰਾਹਮਣਵਾਦੀ ਜੂਲੇ ਥੱਲੇ ਚੰਗੀ ਤਰ੍ਹਾਂ ਆ ਗਏ ਹਾਂ। 100% ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਬ੍ਰਾਹਮਣਵਾਦੀ ਗੱਲਬਾਤ ਚੜ੍ਹ ਚੁੱਕਾ ਹੈ। ਕਿੱਥੇ ਨਿਸ਼ਾਨ ਸਾਹਿਬ ਦੀ ਸੇਵਾ, ਕਿੱਥੇ ਦੇਹ ਸੇਵਾ। ਸੋ ਕਿੱਥੇ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ, ਕਿੱਥੇ ਨਿਸ਼ਾਨ ਸਾਹਿਬ ਚੜ੍ਹਾਇਆ ਜਾਂਦਾ ਹੈ, ਤੇ ਉੱਥੇ ਦੁਰਗਾ ਦਾ ਪਾਠ ਕੀਤਾ ਜਾਂਦਾ ਹੈ, ਦੁਰਗਾ ਦੀ ਸਿਫਤ ਕੀਤੀ ਜਾਂਦੀ ਹੈ, ਦੁਰਗਾ ਕੋਲੋਂ ਵਰ ਮੰਗਿਆ ਜਾ ਰਿਹਾ, ਤੇ ਨਿਸ਼ਾਨ ਸਾਹਿਬ ਚੜ੍ਹਾਇਆ ਜਾ ਰਿਹਾ ਜਿਹੜਾ ਗੁਰੂ ਨੂੰ ਸਮਰਪਿਤ ਹੈ। ਤੇ ਉਹ ਜਿਹੜਾ ਸ਼ਬਦ ਗੀਤ ਗਾ ਰਹੇ ਹਨ, ਉਹ ਗਾ ਰਹੇ ਹਨ ਦੁਰਗਾ ਦੇ ਸ਼ਿਵਾ ਦੇ, ਦੁਰਗਾ ਦੇ ਸ਼ਿਵਾ ਦੁਰਗਾ ਦੇ, ਦੁਰਗਾ ਕੋਲੋਂ ਵਰ ਮੰਗਿਆ ਜਾ ਰਿਹਾ। ਇੰਨੀ ਬਾਣੀ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਲੋਕ ਦੁਰਗਾ ਮਗਰ ਫੇਰ ਲੱਗੇ ਹੋਏ ਹਨ। ਇਹਦਾ ਮਤਲਬ ਫਿਰ ਸੱਚਾ ਸਤਿਗੁਰ ਕੀ ਕਰੇਗਾ? ਸਤਿਗੁਰੂ ਕੀ ਕਰੇਗਾ? ਸਿੱਖਾਂ ਵਿੱਚ ਇੰਨੀ ਉਕਾਈ ਆ ਰਹੀ ਹੈ, ਸਿੱਖ ਜਿਹੜੇ ਸਤਿਗੁਰੂ ਦੀ ਬਾਣੀ ਦਾ ਉਪਦੇਸ਼ ਸਮਝ ਨਹੀਂ ਰਹੇ, ਟਾਈਮ ਨਹੀਂ ਸਿੱਖਾਂ ਕੋਲ ਬਾਣੀ ਦੇ ਅਰਥ ਪੜ੍ਹਨ ਦਾ, ਤੇ ਸਤਿਗੁਰ ਕੀ ਕਰੇਗਾ? ਸਿੱਖਾਂ ਵਿੱਚ ਇੰਨੀ ਊਣਤਾ ਹੀ ਆ ਰਹੀ ਹੈ। ਅਰਦਾਸ ਕਰਨ ਲੱਗਿਆ ਫਿਰ ਦੁਰਗਾ ਦੀ ਪੂਜਾ, ਪ੍ਰਥਮ ਭਗਵਤੀ ਸਿਮਰ ਕੇ ਫਿਰ ਦੁਰਗਾ ਮੋਹਰੇ ਲਿਆ ਕੇ ਦੁਰਗਾ ਦਾ ਪਾਠ ਪਹਿਲਾਂ, ਬਾਬਾ ਨਾਨਕ ਦਾ ਚੇਤਾ ਬਾਅਦ 'ਚ ਆਉਂਦਾ, ਤੇ ਦੁਰਗਾ ਪਹਿਲਾਂ ਚਿੱਤੇ ਆ ਰਹੀ ਹੈ। ਤੋ ਇਸ ਤਰ੍ਹਾਂ ਗੁਰਮੁਖੋ ਇਹ ਰਚਨਾਵਾਂ ਜਿਹੜੀਆਂ ਹਨ 1931 ਤੋਂ 1945 14 ਸਾਲਾਂ ਦਾ ਲੰਮਾ ਸਮਾਂ ਲਾ ਕੇ ਇਹ ਬ੍ਰਾਹਮਣਵਾਦ ਵੱਲੋਂ ਤਕੜੇ ਹਮਲੇ ਕੀਤੇ ਗਏ ਹਨ, ਸਿੱਖੀ ਤੇ ਮਾਰੂ-ਬਾਰ ਕੀਤੇ ਜਾ ਚੁੱਕੇ ਹਨ। ਇਹਨਾਂ ਨੂੰ ਸਮਝੋ। ਇੰਨਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦਾ ਸਾਡੇ ਕੋਲ ਹੈ, ਇਹਨੂੰ ਛੱਡ ਕੇ ਅਸੀਂ ਇੱਕ ਨਕਲੀ ਪਿਓ ਦੇ ਮਗਰ ਲੱਗ ਕੇ ਆਪਣਾ ਸੱਤਿਆਨਾਸ਼ ਕਰ ਰਹੇ ਹਾਂ। ਨਕਲੀ ਪਿਓ ਮਗਰ 2 ਪਿਓ ਬਣਾ ਰਹੇ ਹਾਂ। ਸਿੱਖਾਂ ਨੇ ਆਪਣੇ 2 ਪਿਓ ਬਣਾ ਲਏ ਨੇ, ਇੱਕ ਬੰਦੇ 2 ਪਿਓ ਬਣ ਚੁੱਕੇ ਹਨ, ਜਿਹੜਾ ਕਦੀ ਹੋ ਨਹੀਂ ਸਕਦਾ। ਪਰ ਸਿੱਖਾਂ ਦੇ ਵਿੱਚ ਇਹ ਸੰਭਵ ਹੈ ਕਿ ਉਹਨਾਂ ਦੇ 2 ਪੇ ਵੀ ਹੋ ਸਕਦੇ ਹਨ। ਇਹ ਗੁਰੂ ਗ੍ਰੰਥ ਸਾਹਿਬ ਹੈ, ਇੱਕ ਦਸ਼ ਗ੍ਰੰਥ ਹੈ, ਤੇ ਦਸ਼ ਗ੍ਰੰਥ ਦੀਆਂ ਰਚਨਾਵਾਂ ਹੀ ਨਿਤਨੇਮ ਵਿੱਚ ਪਾਈਆਂ ਗਈਆਂ, ਅਰਦਾਸ ਵਿੱਚ ਪਹਿਰਾ ਪਾਇਆ ਗਿਆ ਪਹਿਲਾਂ, ਸਿੱਖਾਂ ਨੂੰ ਪੜ੍ਹਨ ਲਾ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਨੇ ਵੀ ਕਹਿ ਦਿੱਤਾ ਕਿ ਦਸ਼ ਗ੍ਰੰਥ ਦੀਆਂ ਰਚਨਾਵਾਂ ਦਾ ਕੀਰਤਨ ਹੋ ਸਕਦਾ ਹੈ। ਗੁਰਮੁਖੋ ਕਿੱਥੋਂ ਨੂੰ ਕੌਮ ਜਾਏਗੀ? ਸਿੱਖ ਕੌਮ ਦਾ ਭਲਾ ਕਿਵੇਂ ਹੋਏਗਾ? ਸਿੱਖ ਕੌਮ ਦੇ ਆਗੂ ਜਿਹੜੇ ਹਨ ਉਹ ਹੀ ਸਿੱਖਾਂ ਦੇ 2 ਪਿਓ ਜਿਹੜੇ ਬਣਾ ਰਹੇ ਹਨ, ਦੂਜੇ ਪਿਓ ਤੇ ਉਹਨਾਂ ਨੇ ਮੋਹਰ ਲਾ ਦਿੱਤੀ ਹੈ ਵੀ ਇਹਦੀਆਂ ਰਚਨਾਵਾਂ ਪੜ੍ਹੋ, ਇਹਦਾ ਕੀਰਤਨ ਕਰੋ। ਤਾਂ ਇੰਨਾ ਬ੍ਰਾਹਮਣਵਾਦੀ ਗਲਬਾ ਜਿਹੜਾ ਹੈ, ਕੁਝ ਰਾਜਨੀਤੀ ਰਾਹੀਂ, ਕੁਝ ਸਿੱਧਾ ਰਾਜਨੀਤੀ ਦੇ ਡੰਡੇ ਨਾਲ ਬ੍ਰਾਹਮਣਵਾਦੀ ਗਲਬਾ ਸਿੱਖਾਂ ਪਰ ਚੜਾਇਆ ਜਾ ਚੁੱਕਾ ਹੈ। ਗੁਰਮੁਖੋ ਤੇ ਸਤਿਗੁਰੂ ਦਾ ਕੋਈ ਕਸੂਰ ਹੈ ਜੇ ਸਿੱਖਾਂ ਵਿੱਚ ਇੰਨੀਆਂ ਊਣਤਾਈਆਂ ਹਨ? ਸਿੱਖ ਨਹੀਂ ਸਮਝ ਰਹੇ, ਸਿੱਖ ਨਹੀਂ ਮੰਨ ਰਹੇ। ਹੀਰੇ ਨੂੰ ਇਹ ਥਾਂ ਤੇ ਵੇਚ ਰਹੇ ਹਨ, ਹੀਰਾ ਹੱਟੀ ਤੇ ਇਹ ਵਿਕ ਰਿਹਾ ਹੈ, ਇਹਦੀ ਕਦਰ ਹੀ ਨਹੀਂ ਹੈ। ਇਹਦੀ ਕਦਰ ਹੀ ਸਿੱਖਾਂ ਕੋਲ ਰਹਿ ਗਈ, ਕਿਉਂਕਿ ਵਪਾਰ ਕਰਨ ਵਾਲਾ ਸੱਚ ਦਾ ਕੋਈ ਰਹਿ ਹੀ ਨਹੀਂ ਗਿਆ। ਤੇ ਗੁਰਮੁਖੋ ਸਿੱਖਾਂ ਵਿੱਚ ਇਹ ਊਣਤਾਈਆਂ ਹਨ, ਤਾਂ ਸੱਚਾ ਸਤਿਗੁਰੂ ਉਹ ਕੀ ਕਰ ਸਕਦਾ ਹੈ? ਇਹ ਗੱਲ ਸਮਝਣ ਵਾਲੀ ਹੈ, ਵਿਚਾਰਨ ਵਾਲੀ ਹੈ। ਜੋ ਸਿੱਖਾਂ ਮੈਂ ਚੂਕ, ਤੋ ਸਿੱਖ ਹੀ ਕਹਿੰਦੇ ਨੇ ਅਸੀਂ ਦੂਜਾ ਪਿਓ ਬਣਾਉਣਾ ਹੈ, ਤਾਂ ਗੁਰੂ ਸੱਚਾ ਗੁਰੂ ਜਿਹੜਾ ਸੱਚਾ ਪਿਤਾ ਉਹ ਫਿਰ ਕੀ ਕਰ ਸਕਦਾ? ਬਣਾ ਲਾ ਫਿਰ ਤੂੰ ਦੂਜਾ ਬਣਾਉਣਾ। ਸੱਚਾ ਗੁਰੂ ਤਾਂ ਇਹੀ ਕਹੇਗਾ ਜੇ ਦੂਜਾ ਪਿਓ ਤਾਂ ਬਣਾਉਣਾ ਆ, ਜੇ ਮੇਰੇ ਪਿਓ ਤੋਂ ਤੇਰਾ ਕੰਮ ਨਹੀਂ ਸਰਦਾ ਤਾਂ ਦੂਜਾ ਪਿਓ ਬਣਾ ਕੇ ਤੇਰਾ ਧਰਮ ਜਿਹੜਾ ਰਹਿੰਦਾ ਹੈ ਤੂੰ ਆਪਣਾ ਧਰਮ ਰੱਖ ਲੈ, ਦੂਜਾ ਪਿਓ ਬਣਾ ਲੈ।
ਤੋ ਸਿੱਖੋ ਸਤਿਗੁਰੂ ਕੀ ਕਹੇਗਾ ਫਿਰ? ਸਤਿਗੁਰ ਸੱਚਾ ਕੀ ਕਰ ਸਕਦਾ ਹੈ ਜੇ ਸਿੱਖਾਂ ਵਿੱਚ ਊਣਤਾਈਆਂ ਆ ਰਹੀਆਂ ਹਨ, ਸਿੱਖਾਂ ਦੇ ਵਿੱਚ ਬ੍ਰਾਹਮਣਵਾਦੀ ਗਲਬਾ ਛਾਇਆ ਪਿਆ ਹੈ। ਸਤਿਗੁਰ ਸੱਚਾ ਕੀ ਕਰ ਸਕਦਾ ਹੈ? ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲੱਗ ਗਈ, ਜਿਉ ਬਾਂਸ ਬਜਾਈਏ ਫੂਕ। ਤੋ ਕਬੀਰ ਜੀ ਕਹਿੰਦੇ ਹਨ ਜੇ ਸਿੱਖਾਂ ਵਿੱਚ ਇਹ ਊਣਤਾਈਆਂ ਹਨ ਤਾਂ ਸਤਿਗੁਰੂ ਜਿਹੜਾ ਉਹ ਫਿਰ ਕੀ ਕਰੇ? ਸਤਿਗੁਰੂ ਕੀ ਸਵਾਰ ਸਕਦਾ ਹੈ? ਤੋ ਹੀਰੇ ਜਨਮ ਨੂੰ ਜਿਹੜਾ ਕੌਡੀ ਬਦਲੇ ਜਾ ਰਿਹਾ ਹੈ ਉਹ ਕਿਵੇਂ ਬਚ ਸਕਦਾ ਹੈ? ਜਿਹੜਾ ਵੀ ਪ੍ਰਾਣੀ ਹੰਕਾਰ ਵਿੱਚ ਅੰਨਾ ਹੋਇਆ ਰਹੇ, ਗੁਰੂ ਦੀ ਸਿੱਖਿਆ ਦੀ ਗੱਲ ਉਹਨੂੰ ਕੋਈ ਲੱਗ ਨਹੀਂ ਸਕਦੀ। ਜਿਸ ਤਰ੍ਹਾਂ ਫੂਕ ਮਾਰਿਆਂ ਬਾਂਸ ਦੀ ਜਿਹੜੀ ਬਾਂਸਰੀ ਹੈ ਉਹ ਵੱਜਣ ਲੱਗ ਪੈਂਦੀ ਹੈ, ਫੂਕ ਮਾਰਨ ਨਾਲ ਵੱਜਣ ਲੱਗ ਪੈਂਦੀ ਹੈ, ਫੂਕ ਮਾਰੀਏ ਤਾਂ। ਪਰ ਫੂਕ ਇੱਕ ਸਿਰੇ ਤੋਂ ਲੰਘ ਕੇ ਦੂਜੇ ਸਿਰੇ ਤੇ ਰਾਹੀਂ ਉਹ ਬਾਹਰ ਨਿਕਲ ਜਾਂਦੀ ਹੈ। ਤੇ ਇਸ ਤਰ੍ਹਾਂ ਜਿਹੜਾ ਹੰਕਾਰੀ ਹੋ ਗਿਆ ਹੈ, ਜਿਹੜਾ ਗੁਰੂ ਦੀ ਬਾਣੀ ਸਮਝਦਾ ਨਹੀਂ ਹੈ, ਹੰਕਾਰੀ ਹੋ ਗਿਆ ਹੈ, ਇੱਕ ਕੰਨ ਤੋਂ ਦੂਜੇ ਕੰਨ ਰਾਹੀਂ ਉਹ ਸਿੱਖਿਆ ਜਿਹੜੀ ਹੈ ਅਸਰ ਕਰਨ ਤੋਂ ਬਿਨਾਂ ਹੀ ਨਿਕਲ ਜਾਂਦੀ ਹੈ। ਤੋ ਸਿੱਖਿਆ ਗੁਰੂ ਦੀ ਜਿਹੜੀ ਹੈ ਉਹ ਕੰਨਾਂ ਵਿੱਚ ਪੈਂਦੀ ਹੀ ਨਹੀਂ। ਤੋ ਬਾਂਸ 'ਚ ਮਾਰੀ ਫੂਕ ਬਾਂਸਰੀ ਵਜਾ ਦਿੰਦੀ ਹੈ, ਪਰ ਫੂਕ ਦੂਜੇ ਸਿਰੇ ਤੋਂ ਨਿਕਲ ਜਾਂਦੀ ਹੈ। ਤੋ ਇਸ ਤਰ੍ਹਾਂ ਹੀ ਅੰਧੇ ਏਕ ਨਾ ਲੱਗ ਗਈ। ਅੰਧੇ ਤੋਂ ਭਾਵ ਹੈ ਜਿਹੜਾ ਹੰਕਾਰ ਵਿੱਚ ਅੰਨਾ ਹੋਇਆ, ਅਗਿਆਨਤਾ ਵਿੱਚ ਅੰਨਾ ਹੋਇਆ ਹੈ, ਉਹਦੇ ਉੱਪਰ ਗੁਰੂ ਦੀ ਸਿੱਖਿਆ ਕੋਈ ਅਸਰ ਨਹੀਂ ਕਰ ਰਹੀ। ਤੋ ਇਸ ਕਰਕੇ ਜਿਵੇਂ ਫੂਕ ਮਾਰਨ ਦੇ ਨਾਲ ਬਾਂਸ ਦੀ ਬੰਸਰੀ ਵੱਜਣ ਲੱਗ ਪੈਂਦੀ ਹੈ, ਤੋ ਇਸ ਤਰ੍ਹਾਂ ਗੁਰੂ ਦੀ ਸਿੱਖਿਆ ਦੀ ਕੋਈ ਵੀ ਗੱਲ ਜਿਹੜਾ ਹੰਕਾਰ ਵਿੱਚ ਅੰਨਾ ਹੋਇਆ ਹੈ, ਅਗਿਆਨਤਾ ਵਿੱਚ ਅੰਨਾ ਹੋਇਆ, ਉਸ ਨੂੰ ਕੋਈ ਵੀ ਨਹੀਂ ਲੱਗ ਸਕਦੀ। ਕਬੀਰ ਹੈ ਗੈ ਬਾਹਨ ਸਘਨ ਘਨ, ਛਤਰਪਤੀ ਕੀ ਨਾਰੀ। ਹੈ ਦਾ ਮਤਲਬ ਘੋੜੇ, ਗੈ ਦਾ ਮਤਲਬ ਹਾਥੀ, ਬਾਹਨ ਦਾ ਮਤਲਬ ਸਵਾਰੀ, ਸਘਨ ਘਨ ਮੈਨੇ ਬਹੁਤ ਸਾਰੇ ਘੋੜੇ ਹਨ, ਹਾਥੀ ਹਨ ਸਵਾਰੀ ਕਰਨ ਵਾਸਤੇ ਘਰ ਵਿੱਚ। ਤੇ ਛਤਰਪਤੀ ਰਾਜਾ ਹੈ, ਛਤਰ ਦਾ ਮਾਲਕ ਹੈ, ਰਾਜਾ ਹੈ। ਤੇ ਨਾਰੀ ਤੋਂ ਭਾਵ ਹੈ ਔਰਤ। ਤਾਸ ਪਟੰਤਰ ਨਾ ਪੁਜੈ, ਹਰੀ ਜਨ ਕੀ ਪਨਿਹਾਰੀ। ਤੋ ਇਸ ਤਰ੍ਹਾਂ ਛਤਰਪਤੀ ਰਾਜਾ ਹੈ, ਉਹਦੇ ਘਰ ਵਿੱਚ ਹਾਥੀ ਘੋੜੇ ਸਵਾਰੀ ਕਰਨ ਵਾਸਤੇ ਬੜੇ ਹਨ, ਉਹਦੀ ਰਾਣੀ ਵੀ ਹੈ। ਪਰ ਇਹ ਰਾਣੀ ਉਸ ਇਸਤਰੀ ਦੇ ਬਰਾਬਰ ਨਹੀਂ ਹੋ ਸਕਦੀ, ਪੁੱਜ ਸਕਦੀ, ਜਿਹੜੀ ਸੰਤ ਜਨਾਂ ਵਾਸਤੇ, ਸਾਧੂ ਪੁਰਸ਼ਾਂ ਵਾਸਤੇ ਪਾਣੀ ਢੋਣ ਦੀ ਸੇਵਾ ਕਰਦੀ ਹੈ। ਪਾਣੀ ਭਰਨ ਵਾਲੀ ਔਰਤ, ਸੇਵਾ ਕਰਨ ਵਾਲੀ ਔਰਤ ਜਿਹੜੀ ਹੈ, ਇਹਦੇ ਬਰਾਬਰ ਛਤਰਪਤੀ ਦੀ ਰਾਣੀ ਨਹੀਂ ਹੋ ਸਕਦੀ, ਜਿਹਦੇ ਘਰ ਹਜ਼ਾਰਾਂ ਹਾਥੀ ਘੋੜੇ ਸਵਾਰੀ ਕਰਨ ਲਈ ਹੁੰਦੇ ਹਨ। ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀਐ, ਕਿਉਂ ਹਰੀ ਚੇਰੀ ਕੋ ਮਾਨ। ਇਹ ਕਬੀਰ ਆਖ ਕਿ ਰਾਜੇ ਦੀ ਰਾਣੀ ਨੂੰ ਅਸੀਂ ਮਾੜਾ ਕਿਉਂ ਆਖਦੇ ਹਾਂ? ਜਿਹੜੀ ਸਾਧ ਸੰਗਤ ਦੀ ਸੇਵਾ ਕਰਨ ਵਾਲੀ ਹੈ, ਹਰੀ ਚੇਰੀ ਹੈ, ਉਸ ਨੂੰ ਚੰਗਾ ਕਿਉਂ ਆਖਦੇ? ਇਸ ਦਾ ਭੇਦ ਸਮਝ ਲਓ। ਉਹ ਮਾਂਗ ਸਵਾਰ ਹੈ ਵਿਖੇ ਕਹੋ, ਉਹ ਸਿਮਰੈ ਹਰੀ ਨਾਮ। ਉਹ ਰਾਜੇ ਦੀ ਰਾਣੀ ਜਿਹੜੀ ਹੈ, ਉਹ ਤਾਂ ਆਪਣੀਆਂ ਪੱਟੀਆਂ ਨੂੰ ਸ਼ਿੰਗਾਰਦੀ ਹੈ, ਆਪਣੇ ਵਾਲਾਂ ਨੂੰ ਸ਼ਿੰਗਾਰ ਕੇ ਰੱਖਦੀ ਹੈ। ਉਹ ਤਾਂ ਸਜਾਵਟ ਸਰੀਰ ਦੀ ਕਰਕੇ ਰੱਖਦੀ ਹੈ, ਕੇਵਲ ਵਿਖੇ ਕਹੋ, ਕਾਮ ਵਾਸ਼ਨਾ ਵਾਸਤੇ ਉਹ ਆਪਣੇ ਸਰੀਰ ਨੂੰ ਸ਼ਿੰਗਾਰਦੀ ਰਹਿੰਦੀ ਹੈ। ਤੇ ਦੂਜੀ ਔਰਤ ਜਿਹੜੀ ਹੈ, ਉਹ ਸਿਮਰੈ ਹਰੀ ਨਾਮ। ਜਿਹੜੀ ਸਾਧ ਸੰਗਤ ਦੀ ਸੇਵਾ ਕਰਨ ਵਾਲੀ ਹੈ, ਉਹ ਤਾਂ ਨਾਮ ਸਿਮਰਦੀ ਹੈ, ਨਾਮ ਜਪਣ ਵਾਲੀ ਹੈ। ਇਸ ਕਰਕੇ ਅਸੀਂ
ਜੋ ਰਾਜੇ ਦੀ ਰਾਣੀ ਹੈ, ਜਿਹਦੇ ਕੋਲ ਨਾਮ ਨਹੀਂ ਹੈ, ਕੇਵਲ ਸ਼ਿੰਗਾਰ ਕਾਮ ਵਾਸ਼ਨਾ ਵਾਸਤੇ ਹੈ, ਉਹਨੂੰ ਅਸੀਂ ਇਸ ਕਰਕੇ ਮਾੜਾ ਕਿਹਾ ਹੈ। ਅਤੇ ਜਿਹੜੀ ਸਾਧ ਸੰਗਤ ਦੀ ਸੇਵਾ ਕਰਨ ਵਾਲੀ ਹੈ, ਹਰੀ ਦੀ ਚੇਲੀ ਹੈ, ਉਹ ਨਾਮ ਜਪਣ ਵਾਲੀ ਹੈ, ਇਸ ਕਰਕੇ ਅਸੀਂ ਉਸ ਨੂੰ ਵਡਿਆਈ ਦਿੱਤੀ ਹੈ। ਕਬੀਰ ਥੂਨੀ ਪਾਈ ਥਿਤੀ ਭਈ, ਸਤਿਗੁਰ ਬੰਧੀ ਧੀਰ। ਥੂਨੀ ਦਾ ਮਤਲਬ ਹੈ ਥੰਮੀ। ਇਹ ਥੰਮੀ ਹੈ ਸਤਿਗੁਰ ਦਾ ਸ਼ਬਦ। ਇਹ ਸੁਖਣੀ ਵਿੱਚ ਵੀ ਸਾਨੂੰ ਮਿਲਦਾ ਹੈ। ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ। ਗੁਰੂ ਦਾ ਸ਼ਬਦ ਜਿਹੜਾ ਹੈ ਉਹ ਥੰਮੀ ਹੈ। ਜਿਉ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ। ਤੇ ਗੁਰੂ ਦੇ ਸ਼ਬਦ ਦੀ ਥੰਮੀ ਜਿਹੜੀ ਹੈ, ਇਹਦਾ ਥੂਨੀ ਦਾ ਅਰਥ ਹੈ। ਥੂਨੀ ਪਾਈ ਥਿਤੀ ਪਈ। ਥਿਤੀ ਮਤਲਬ ਸ਼ਾਂਤੀ ਹੋ ਗਈ, ਟਿਕਾਣਾ ਮਿਲ ਗਿਆ, ਟਿਕਾਓ ਮਿਲ ਗਿਆ, ਸ਼ਾਂਤੀ ਮਿਲ ਗਈ। ਸਤਿਗੁਰੂ ਸ਼ਬਦ ਦੀ ਥੰਮੀ ਮਿਲ ਗਈ, ਟਿਕਾਣਾ ਮਿਲ ਗਿਆ, ਪ੍ਰਭੂ ਚਰਨਾਂ ਵਿੱਚ ਟਿਕਾਓ ਹੋ ਗਿਆ। ਸਤਿਗੁਰ ਬੰਧੀ ਧੀਰ। ਧੀਰ ਮੈਂ ਨਾ ਧੀਰੇ ਦੇ ਦਿੱਤਾ। ਸਤਿਗੁਰੂ ਨੇ ਕਿਰਪਾ ਕੀਤੀ, ਉਸਨੇ ਧੀਰਜ ਬਣਾ ਦਿੱਤੀ, ਉਸਨੇ ਭਟਕਣਾ ਤੋਂ ਬਚਾ ਲਿਆ। ਕਬੀਰ ਹੀਰਾ ਬਨ ਜਿਆ ਮਾਨ ਸਰੋਵਰ ਤੀਰ। ਸੋ ਬਣ ਜਿਆ ਮੈਨੇ ਖਰੀਦ ਲਿਆ, ਵਪਾਰ ਕਰ ਲਿਆ। ਤੇ ਇਹਦਾ ਮਤਲਬ ਵੀ ਮਨ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ, ਦੌੜ ਭੱਜ ਤੋਂ ਹਟਾ ਕੇ। ਹੀਰਾ ਮਤਲਬ ਪ੍ਰਭੂ ਦਾ ਨਾਮ। ਮਾਨ ਸਰੋਵਰ ਦਾ ਮਤਲਬ ਹੈ ਸਤਸੰਗ। ਤੀਰ ਦਾ ਮਤਲਬ ਹੈ ਕੰਡਾ। ਸੋ ਕਬੀਰ ਹੀਰਾ ਬਣ ਜਿਆ ਮਾਨ ਸਰੋਵਰ ਤੀਰ। ਇਹਦਾ ਮਤਲਬ ਹੈ ਸਤਸੰਗ ਵਿੱਚ ਬੈਠ ਕੇ ਪ੍ਰਭੂ ਦਾ ਨਾਮ ਜਿਹੜਾ ਉਹ ਖਰੀਦ ਲਿਆ ਹੈ, ਮਨ ਗੁਰੂ ਦੇ ਹਵਾਲੇ ਕਰ ਦਿੱਤਾ ਹੈ। ਤੋ ਜਿਹੜਾ ਵੀ ਪ੍ਰਾਣੀ ਸਤਿਗੁਰੂ ਸ਼ਬਦ ਨੂੰ ਆਪਣੇ ਜੀਵਨ ਦੀ ਥੰਮੀ ਬਣਾ ਲੈਂਦਾ ਹੈ, ਉਹਦਾ ਮਨ ਪ੍ਰਭੂ ਚਰਨਾਂ 'ਚ ਟਿਕਦਾ ਹੈ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰਦਾ ਹੈ। ਤੇ ਸਤਸੰਗ ਵਿੱਚ ਪ੍ਰਭੂ ਦਾ ਜਿਹੜਾ ਕੀਮਤੀ ਨਾਮ ਹੈ ਹੀਰਾ, ਉਸ ਨੂੰ ਖਰੀਦਦਾ ਹੈ। ਕਬੀਰ ਹਰੀ ਹੀਰਾ ਜਨ ਜੌਹਰੀ, ਲੈ ਲੈ ਕੈ ਮਾਂਡੈ ਹਾਟ। ਹਰੀ ਹੀਰਾ ਜਨ ਜੌਹਰੀ। ਹਰੀ ਜਿਹੜਾ ਹੀਰਾ ਹੈ, ਜੌਹਰੀ ਤੋਂ ਭਾਵ ਹੈ ਜਿਹੜਾ ਨਾਮ ਰੂਪ ਹੀਰੇ ਦਾ ਵਪਾਰੀ ਹੈ, ਜੌਹਰੀ ਜਿਹਨੂੰ ਹੀਰੇ ਦੀ ਪਰਖ ਹੈ, ਉਹ ਜੌਹਰੀ ਹੈ। ਲੇਕ ਹੈ ਮਾਂਡੈ ਹਾਟ। ਲੇਕ ਮੈਂ ਨਾਮ ਹੀਰਾ ਲੈ ਕੇ, ਮਾਂਡੇ ਦਾ ਮਤਲਬ ਸਜਾਉਂਦਾ ਹੈ ਆਪਣੀ ਹੱਟੀ ਨੂੰ, ਹੱਟੀ ਰੂਪ ਹਿਰਦਾ ਨੂੰ। ਹੱਟੀ ਦਾ ਮਤਲਬ ਤੇ ਹਿਰਦਾ, ਹਿਰਦੇ ਨੂੰ ਉਹ ਨਾਮ ਰੂਪੀ ਹੀਰੇ ਨਾਲ ਸਜਾਉਂਦਾ ਹੈ। ਤੇ ਇਸ ਤਰ੍ਹਾਂ ਕਬੀਰ ਜੀ ਕਹਿੰਦੇ ਹਨ, ਪ੍ਰਭੂ ਦਾ ਨਾਮ ਇੱਕ ਹੀਰਾ ਹੈ। ਉਹਦਾ ਸੇਵਕ ਜਿਹੜਾ ਹੈ ਉਹ ਹੀਰੇ ਦਾ ਵਪਾਰੀ ਹੈ, ਜੌਹਰੀ ਹੈ। ਤਾਂ ਉਹ ਇਹ ਹੀਰਾ ਪ੍ਰਾਪਤ ਕਰਕੇ ਆਪਣੀ ਹਿਰਦੇ ਰੂਪੀ ਹੱਟੀ ਨੂੰ ਉਹ ਸੇਵਕ ਜਿਹੜਾ ਸਜਾਉਂਦਾ ਰਹਿੰਦਾ ਹੈ। ਜਬ ਹੀ ਪਾਈ ਹੈ ਪਾਰਖੂ, ਤਬ ਹੀਰਨ ਕੀ ਸਾਟ। ਸੋ ਪਾਰਖੂ ਤੋਂ ਭਾਵ ਹੈ ਪਰਖ ਕਰਨ ਵਾਲਾ, ਜਿਹੜਾ ਹੀਰੇ ਨੂੰ ਜਾਣਨ ਵਾਲਾ ਹੈ। ਹੀਰਨ ਕੀ, ਹੀਰਨ ਕੀ ਦਾ ਮਤਲਬ ਹੀਰਿਆਂ ਦੀ, ਪ੍ਰਭੂ ਦੇ ਗੁਣਾਂ ਦੀ। ਸਾਟ ਦਾ ਮਤਲਬ ਵਟਾਂਦਰਾ ਕਰਨਾ, ਸਾਂਝ ਕਰਨੀ। ਤੋ ਸਾਧ ਸੰਗਤ ਬੈਠ ਕੇ ਪ੍ਰਭੂ ਦੇ ਗੁਣਾਂ ਦੀ ਸਾਂਝ ਕਰਨੀ। ਜਬ ਹੀ ਪਾਈਐ ਪਾਰਖੂ। ਤੇ ਜਦੋਂ ਹੀ ਨਾਮ ਰੂਪੀ ਹੀਰਾ ਜਿਹੜਾ ਹੈ ਇਹਦੇ ਪਾਰਖੂ ਮਿਲ ਜਾਣ, ਇਹਦੇ ਕਦਰ ਜਾਣਨ ਵਾਲੇ ਜਿਹੜੇ ਸੇਵਕ ਹਨ, ਜਦੋਂ ਇਹ ਮਿਲਦੇ ਹਨ, ਸਾਧ ਸੰਗਤ ਇਕੱਠੇ ਹੁੰਦੇ ਹਨ, ਤਬ ਹੀਰਨ ਕੀ ਸਾਟ। ਉਦੋਂ ਫਿਰ ਇਹ ਪ੍ਰਭੂ ਦੇ ਜਿਹੜੇ ਗੁਣ ਹਨ, ਹੀਰੇ ਰੂਪੀ ਗੁਣ ਹਨ ਪ੍ਰਭੂ ਦੇ, ਉਹਨਾਂ ਗੁਣਾਂ ਦੀ ਸਾਧ ਸੰਗਤ ਬੈਠ ਕੇ ਹੀਰਿਆਂ ਦੀ ਪਰਖ ਕਰਨ ਵਾਲੇ ਇਹਨਾਂ ਗੁਣਾਂ ਦੀ ਸਾਂਝ ਕਰਦੇ ਹਨ, ਸਿਫਤ ਸਲਾਹ ਕਰਦੇ ਹਨ। ਕਬੀਰ ਕਾਮ ਪਰੇ ਹਰੀ ਸਿਮਰੀਐ, ਐਸਾ ਸਿਮਰੋ ਨਿਤ। ਸੋ ਕਾਮ ਪਰੇ ਦਾ ਮਤਲਬ ਜਦੋਂ ਲੋੜ ਪਵੇ, ਜਦੋਂ ਕੋਈ ਗਰਜ਼ ਹੋਵੇ, ਜਦੋਂ ਕੋਈ ਬੰਦਾ ਮੁਸ਼ਕਿਲ ਫਸ ਜਾਏ, ਉਦੋਂ ਫਿਰ ਰੱਬ ਰੱਬ ਕਰਦਾ ਹੈ। ਕਾਮ ਪਰੇ, ਕੰਮ ਪੈਣ ਦੇ ਉੱਤੇ। ਤਾਂ ਕੋਈ ਗਰਜ਼ ਪੈ ਜਾਂਦੀ ਹੈ, ਕੋਈ ਲੋੜ ਪੈ ਜਾਂਦੀ ਹੈ, ਤੇ
ਉਸ ਵੇਲੇ ਬੰਦਾ ਰੱਬ ਰੱਬ ਕਰਦਾ ਹੈ। ਐਸਾ ਸਿਮਰੋ ਨਿਤ, ਤੋ ਉਹ ਜਿਹੜਾ ਐਸਾ ਪ੍ਰਭੂ ਹੈ ਉਸ ਨੂੰ ਸਦਾ ਹੀ ਪਿਆਰ ਨਾਲ ਯਾਦ ਕਰਨਾ ਚਾਹੀਦਾ ਹੈ। ਨਿਰਾ ਗਰਜ਼ ਪੈਣ ਤੇ ਕੰਮ ਪੈਰ ਤੇ ਰੱਬ ਰੱਬ ਨਹੀਂ ਕਰਨਾ, ਜਦੋਂ ਕੰਮ ਪੈ ਰੱਬ ਰੱਬ ਕਰ ਲਓ, ਸਦਾ ਹੀ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ। ਅਮਰਾਪੁਰ ਬਾਸਾ ਕਰੋ, ਹਰੀ ਗਿਆ ਬਹੋਰੈ ਬਿੱਤ। ਗਿਆ ਬਿੱਤ, ਬਿੱਤ ਦਾ ਮਤਲਬ ਹੈ ਧਨ ਦੌਲਤ। ਗਿਆ ਮੈਨੇ ਗੁਆਚਿਆ ਹੋਇਆ, ਬਹੋਰੈ ਮੈਨੇ ਮੋੜ ਲਿਆਉਂਦਾ ਹੈ, ਮੁੜ ਪੈਦਾ ਕਰ ਦਿੰਦਾ ਹੈ। ਤੋ ਇਸ ਤਰ੍ਹਾਂ ਜੇ ਉਹਨੂੰ ਸਦਾ ਹੀ ਯਾਦ ਰੱਖਾਂਗੇ ਤਾਂ ਫਿਰ ਅਮਰਾਪੁਰ ਬਾਸਾ ਕਰੋ, ਤਾਂ ਉੱਥੇ ਫਿਰ ਆਤਮਿਕ ਅਵਸਥਾ ਜਿਹੜੀ ਬਣ ਜਾਏਗੀ, ਉਹ ਜਿੱਥੇ ਅਡੋਲਤਾ ਪੈਦਾ ਹੁੰਦੀ ਹੈ, ਜਿੱਥੇ ਆਤਮਿਕ ਮੌਤ ਨਹੀਂ ਆਉਂਦੀ, ਐਸਾ ਟਿਕਾਣਾ ਮਿਲ ਜਾਏਗਾ। ਫਿਰ ਤੇ ਜਿਹੜੇ ਵੀ ਸੁੰਦਰ ਗੁਣ, ਜਿਹੜੇ ਗਵਾ ਚੁੱਕੇ ਗੁਣ ਹਨ, ਮੋਹ ਮਾਇਆ ਪਿੱਛੇ ਲੱਗ ਕੇ ਜਿਹੜਾ ਬੰਦਾ ਆਪਣੇ ਆਤਮਿਕ ਗੁਣ ਜਿਹੜੇ ਗਵਾ ਦਿੰਦਾ ਹੈ, ਉਹ ਪ੍ਰਭੂ ਪਾਤਸ਼ਾਹ ਜਿਹੜਾ ਹੈ ਉਹ ਸਿਮਰਨ ਕਰਨ ਵਾਲੇ ਦੇ ਹਿਰਦੇ ਵਿੱਚ ਉਹ ਗੁਣ ਦੁਬਾਰਾ ਪੈਦਾ ਕਰ ਦਿੰਦਾ ਹੈ। ਗਿਆ ਬਹੋਰੈ ਬਿੱਤ, ਗਿਆ ਹੋਇਆ ਧਨ ਜਿਹੜਾ ਉਹ ਮੋੜ ਲਿਆਉਂਦਾ ਹੈ। ਗਈ ਹੋਈ ਜਿਹੜੀ ਇਹ ਆਤਮਿਕ ਅਵਸਥਾ ਹੈ ਉਹਨੂੰ ਵਾਪਸ ਪਰਤਾ ਕੇ ਉਸ ਪ੍ਰਾਣੀ ਦੇ ਅੰਦਰ ਟਿਕਾ ਦਿੰਦਾ ਹੈ। ਕਬੀਰ ਸੇਵਾ ਕਉ ਦੁਇ ਭਲੇ, ਏਕ ਸੰਤ ਇਕ ਰਾਮ। ਸੇਵਾ ਕਰਨ ਵਾਸਤੇ ਦੋ ਚੰਗੇ ਹਨ। ਇਹਦਾ ਮਤਲਬ ਇਹ ਨਹੀਂ ਕਿ ਕਬੀਰ ਜੀ ਦੁਨੀਆ ਦੀ ਸੇਵਾ ਕਰਨ ਤੋਂ ਬਾਕੀਆਂ ਨੂੰ ਵਰਜ ਰਹੇ ਹਨ ਵੀ ਇਹ ਦੋ ਹੀ ਚੰਗੇ ਹਨ, ਸੰਤ ਤੇ ਰਾਮ ਤੇ ਹੋਰ ਕੋਈ ਚੰਗਾ ਨਹੀਂ ਹੈ, ਐਸੀ ਗੱਲ ਨਹੀਂ ਹੈ। ਤੋ ਇੱਥੇ ਜਿਹੜਾ ਕਬੀਰ ਜੀ ਦਾ ਭਾਵ ਜਿਹੜਾ ਸ਼ਲੋਕ ਵਿੱਚ ਕਹਿਣ ਦਾ, ਉਹਨੂੰ ਸਮਝਣਾ ਜ਼ਰੂਰੀ ਹੈ। ਸੋ ਕਬੀਰ ਜੀ ਕਹਿੰਦੇ ਹਨ, ਹੇ ਕਬੀਰ, ਮੋਹ ਮਾਇਆ ਦੇ ਬੰਧਨਾਂ ਤੋਂ ਜਿਹੜਾ ਖਲਾਸੀ ਦੇਣ ਵਾਲਾ, ਛੁਟਕਾਰਾ ਦੇਣ ਵਾਲਾ ਹੈ, ਉਹ ਪ੍ਰਭੂ ਪਾਤਸ਼ਾਹ ਆਪ ਹੈ। ਅਤੇ ਸੰਤ ਗੁਰਮੁਖ ਤਾਂ ਉਸ ਪ੍ਰਭੂ ਦਾ ਨਾਮ ਜਿਹੜਾ ਹੈ ਉਹਦੀ ਬੰਦਗੀ ਕਰਨ ਦੀ ਪ੍ਰੇਰਨਾ ਹੀ ਦਿੰਦੇ ਹਨ। ਇਸ ਕਰਕੇ ਕਿਹਾ ਹੈ ਇੱਕ ਸੰਤ ਹੈ, ਇੱਕ ਪਰਮਾਤਮਾ ਹੈ। ਮੁਕਤੀ ਤੇ ਪ੍ਰਭੂ ਮਿਲਾਪ ਦੀ ਖਾਤਰ ਤੋ ਇਹਨਾਂ ਦੋਹਾਂ ਦੀ ਹੀ ਸੇਵਾ ਪੂਜਾ ਕਰਨੀ ਚਾਹੀਦੀ ਹੈ। ਇਸ ਕਰਕੇ ਸੇਵਾ ਕੋ ਦੋਇ ਭਲੇ, ਏਕ ਸੰਤ ਇੱਕ ਰਾਮ। ਤੇ ਇੱਕ ਸੰਤ ਹੈ, ਇੱਕ ਰਾਮ ਹੈ। ਇਹਨਾਂ ਦੀ ਸੇਵਾ ਚੰਗੀ ਹੈ ਕਰਨੀ। ਰਾਮ ਦੀ ਸੇਵਾ ਕਰਨੀ, ਰਾਮ ਜਪਣਾ, ਉਹ ਰਾਮ ਦੀ ਸੇਵਾ ਹੈ। ਸੰਤ ਦੀ ਸੇਵਾ ਕੀ ਹੈ? ਸੰਤ ਦੀ ਸੰਗਤ 'ਚ ਬੈਠਣਾ, ਸੰਤਾਂ ਦਾ ਉਪਦੇਸ਼ ਧਾਰਨ ਕਰਨਾ ਅਤੇ ਹੋਰ ਯੋਗ ਸੇਵਾ ਸੰਤਾਂ ਦੀ ਕਰਨੀ। ਲੋੜ ਮੁਤਾਬਕ ਪ੍ਰਸ਼ਾਦੇ ਪਾਣੀ ਦੀ ਅਤੇ ਹੋਰ। ਤੋ ਇਸ ਤਰ੍ਹਾਂ ਸੇਵਾ ਦੇ ਹੱਕਦਾਰ ਕਹਿੰਦੇ ਇੱਕ ਸੰਤ ਤੇ ਇੱਕ ਰਾਮ, ਇਹ ਦੋ ਹਨ ਧਾਰਮਿਕ ਦੁਨੀਆ ਵਿੱਚ। ਕਿਉਂ? ਕਿਉਂਕਿ ਰਾਮ ਮੁਕਤੀ ਦੇਣ ਵਾਲਾ ਹੈ, ਦਾਤਾ ਮੁਕਤੀ ਕੋ, ਮੋਹ ਮਾਇਆ ਦੇ ਬੰਧਨਾਂ ਤੋਂ ਖਲਾਸੀ ਦੇਣ ਵਾਲਾ ਉਹ ਰਾਮ ਹੈ। ਤੇ ਇਹ ਖਲਾਸੀ ਜਿਹੜੀ ਹੈ ਇਹਦੀ ਪ੍ਰੇਰਨਾ ਕਰਨ ਵਾਲਾ ਜਿਹੜਾ ਸੰਤ ਹੈ, ਕਿਉਂਕਿ ਨਾਮ ਜਪਾਉਂਦਾ ਹੈ, ਸੰਤ ਨਾਮ ਜਪਾਉਂਦਾ ਹੈ, ਤੋ ਗੁਰੂ ਨਾਮ ਜਪਾਉਂਦਾ ਹੈ। ਪ੍ਰਭੂ ਜਿਹੜਾ ਉਹ ਮੁਕਤੀ ਦਾਤਾ ਹੈ, ਗੁਰੂ ਪ੍ਰੇਰਨਾ ਕਰਦਾ ਹੈ ਨਾਮ ਜਪਣ ਦੀ। ਤੇ ਇਸ ਤਰ੍ਹਾਂ ਗੁਰੂ ਅਤੇ ਸੰਤ, ਗੁਰੂ ਅਤੇ ਪ੍ਰਭੂ, ਗੁਰੂ ਅਤੇ ਪਰਮੇਸ਼ਰ, ਇਹਨਾਂ ਦੀ ਸੇਵਾ ਕਰਨੀ ਜਿਹੜੀ ਹੈ ਯੋਗ ਹੈ, ਤੇ ਇਹ ਸੇਵਾ ਕਰਨੀ ਚਾਹੀਦੀ ਹੈ। ਕਬੀਰ ਜਿਹ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ। ਤੋ ਪੰਡਤਾਂ ਦਾ ਮਾਰਗ ਕੀ ਸੀ? ਤੀਰਥ ਵਰਤ ਕਰਨੇ, ਤੀਰਥਾਂ ਪਰ ਜਾਣਾ, ਵਰਤ ਰੱਖਣੇ, ਤਿਲਕ ਲਾਉਣੇ, ਇਸ ਤਰ੍ਹਾਂ ਵੱਖ-ਵੱਖ ਕਰਮ ਕਾਂਡਾਂ ਵਿੱਚ ਲੋਕਾਂ ਨੂੰ ਲਾਉਣਾ ਤੇ ਦਛਣਾ ਆਦਿਕ ਲੈਣੀ। ਇਹ
ਇਹ ਪੰਡਤਾਂ ਦਾ ਮਾਰਗ ਸੀ ਤੇ ਲੋਕ ਉਹਨਾਂ ਮਗਰ ਇੱਦਾਂ ਲਾਗੇ ਜਿਵੇਂ ਵੀਰਾਂ ਘੱਤ ਕੇ ਕੋਈ ਜਾ ਰਿਹਾ ਹੋਵੇ। ਤੇ ਜਿਸ ਰਸਤੇ ਉੱਤੇ ਪੰਡਤ ਲੋਕ ਤੁਰ ਰਹੇ ਸਨ, ਕਿਉਂਕਿ ਉਹ ਰਸਤਾ ਸੌਖਾ ਸੀ, ਕਰਮਕਾਂਡ ਕਰਨੇ ਸੌਖਾ ਕੰਮ ਹੈ, ਤੇ ਤੀਰਥਾਂ ਦੇ ਜਾ ਕੇ ਇਸ਼ਨਾਨ ਕਰ ਲੈਣਾ, ਮੱਥੇ ਉੱਤੇ ਤਿਲਕ ਲਾ ਲੈਣਾ, ਜਨੇਊ ਪਾ ਲੈਣਾ, ਵਰਤ ਰੱਖ ਲੈਣੇ, ਤੇ ਇਹ ਸੌਖੇ ਕੰਮ ਸਨ। ਇਸ ਕਰਕੇ ਲੋਕ ਇਹਨਾਂ ਮਗਰ ਵੀਰਾਂ ਘੱਤ ਕੇ ਲੱਗ ਗਏ। ਪਿੱਛੇ ਪਿੱਛੇ ਲੋਕ ਪੰਡਤਾਂ ਦੇ ਜਾਣ ਲੱਗ ਪਏ। ਇੱਕ ਅਵਕਟ ਘਾਟੀ ਰਾਮ ਕੀ ਤੇ ਚਾੜੀ ਰਹੋ ਕਬੀਰ। ਜੋ ਸਿਮਰਨ ਦਾ ਰਸਤਾ ਹੈ ਇਹ ਇਹਨਾਂ ਕਰਮ ਕਾਂਡਾਂ ਨਾਲੋਂ ਵੱਖਰਾ ਹੈ। ਸਿਮਰਨ ਦਾ ਰਸਤਾ ਵੱਖਰਾ ਹੈ, ਇਹ ਔਖਾ ਹੈ, ਇਹ ਕਠਿਨ ਹੈ। ਇਸ ਕਰਕੇ ਲੋਕ ਇਸ ਪਾਸੇ ਨੂੰ ਘੱਟ ਤੁਰੇ। ਪੰਡਤਾਂ ਮਗਰ ਲੋਕ ਜ਼ਿਆਦਾ ਗਏ, ਕਿਉਂਕਿ ਉਹ ਮੋਮੋ ਠਗਣੀਆਂ ਗੱਲਾਂ ਕਰਕੇ ਲੋਕਾਂ ਕੋਲੋਂ ਦਾਨ ਦਛਣਾ ਲੈ ਕੇ ਕਈ ਤਰ੍ਹਾਂ ਦੇ ਕਰਮ ਕਾਂਡ ਉਹਨਾਂ ਤੋਂ ਕਰਵਾ ਕੇ ਕਹਿੰਦੇ ਸਨ ਵੀ ਤੁਹਾਨੂੰ ਸ਼ਾਂਤੀ ਮਿਲਣੀ ਹੈ, ਤੁਹਾਨੂੰ ਸਵਰਗ ਮਿਲਣਾ ਹੈ। ਤੇ ਲੋਕ ਉਹਨਾਂ ਦੇ ਚਾਂਸੇ ਵਿੱਚ ਆ ਕੇ ਉਹਨਾਂ ਦੇ ਮਗਰ ਵੀਰਾਂ ਘੱਤ ਕੇ ਲੱਗ ਗਏ। ਕਬੀਰ ਜੀ ਕਹਿੰਦੇ ਹਨ ਜੋ ਪ੍ਰਭੂ ਦਾ ਸਿਮਰਨ ਹੈ ਇਹ ਔਖੀ ਘਾਟੀ ਹੈ, ਇਹ ਵਿਖੜਾ ਰਸਤਾ ਹੈ। ਜਿਸ ਤਰ੍ਹਾਂ ਪਹਾੜੀ ਰਸਤਾ ਹੁੰਦਾ ਹੈ, ਤੋ ਅਵਕਟ ਘਾਟੀ ਦਾ ਮਤਲਬ ਹੈ ਇਹ ਔਖੀ ਘਾਟੀ ਹੈ, ਔਖਾ ਰਸਤਾ ਹੈ, ਚੜ੍ਹਾਈ ਦਾ ਪੈਂਡਾ ਹੈ। ਤੇ ਇਸ ਕਰਕੇ ਤੇ ਚੜ ਰਹੋ ਕਬੀਰ। ਤੇ ਕਬੀਰ ਜੀ ਕਹਿੰਦੇ ਨੇ ਪ੍ਰਭੂ ਦਾ ਜਿਹੜਾ ਸਿਮਰਨ ਵਾਲਾ ਮਾਰਗ ਹੈ ਬੜਾ ਔਖਾ ਰਸਤਾ। ਇਸ ਕਰਕੇ ਲੋਕ ਇਸ ਰਸਤੇ ਉੱਪਰ ਉਹ ਚੱਲੇ ਨਹੀਂ ਤੇ ਪੰਡਤਾਂ ਮਗਰ ਲੋਕ ਜ਼ਿਆਦਾ ਲੱਗ ਗਏ। ਤੋ ਕਬੀਰ ਤਾਂ ਇਹਨਾਂ ਪੰਡਤਾਂ ਲੋਕਾਂ ਦਾ ਦੱਸਿਆ ਮਾਰਗ ਛੱਡ ਕੇ ਚੜ੍ਹਾਈ ਵਾਲਾ ਪੈਂਡਾ ਜਿਹੜਾ ਹੈ ਉਹੀ ਚੜ ਰਿਹਾ ਹੈ। ਇੱਕ ਅਵਕਟ ਘਾਟੀ ਰਾਮ ਕੀ ਤੇ ਚੜੇ ਰਹੋ ਕਬੀਰ। ਜਿੱਥੇ ਲੋਕ ਵੀਰਾਂ ਘੱਤ ਕੇ ਪੰਡਤਾਂ ਦੇ ਮਗਰ ਲੱਗੇ ਹੋਏ ਹਨ, ਤਾਂ ਕਬੀਰ ਜੀ ਕਹਿੰਦੇ ਹਨ ਮੈਂ ਤਾਂ ਉਹ ਪੰਡਤਾਂ ਵਾਲਾ ਰਸਤਾ ਛੱਡ ਕੇ ਉਸ ਰਸਤੇ ਨੂੰ ਰੱਦ ਕਰਕੇ ਜਿਹੜਾ ਸਿਮਰਨ ਵਾਲਾ ਰਸਤਾ ਹੈ, ਭਾਵੇਂ ਔਖੀ ਘਾਟੀ ਹੈ, ਇਹਦੇ ਉੱਪਰ ਹੀ ਚੱਲ ਰਿਹਾ ਹਾਂ। ਕਬੀਰ ਦੁਨੀਆ ਕੇ ਦੋਖੇ ਮੁਆ ਚਾਲਤ ਕੁਲ ਕੀ ਕਾਨੀ। ਸੋ ਪੰਡਤ ਲੋਕਾਂ ਨੇ ਤਾਂ ਇਹ ਆਪਣਾ ਪੰਥ ਚਲਾ ਦਿੱਤਾ। ਵਰਤ ਰੱਖੋ, ਤੀਰਥਾਂ ਤੇ ਇਸ਼ਨਾਨ ਕਰੋ, ਮੂਰਤੀ ਪੂਜਾ ਕਰੋ, ਬੁੱਤ ਪੂਜਾ ਕਰੋ, ਤੇ ਇਸ ਤਰ੍ਹਾਂ ਉਹਨਾਂ ਨੇ ਪੰਡਤਾਂ ਨੇ ਲੋਕਾਂ ਨੂੰ ਰਸਤਾ ਦੱਸ ਦਿੱਤਾ। ਇਸ ਤਰ੍ਹਾਂ ਹੀ ਹਿੰਦੂ ਇਸਤਰੀਆਂ ਉਹਨਾਂ ਨੂੰ ਕਰਵਾ ਚੌਥ ਦੇ ਵਰਤ, ਮਹਾਲక్ష్ਮੀ ਦੇ ਵਰਤ ਪੂਜਾ ਕਰਨੀ ਅਤੇ ਹੋਰ ਕਈ ਤਰ੍ਹਾਂ ਦੇ ਉਹਨਾਂ ਨੇ ਕਰਮ ਕਾਂਡ ਦੱਸ ਦਿੱਤੇ। ਤੇ ਲੋਕਾਂ ਦਾ ਇਹਨਾਂ ਕਰਮ ਕਾਂਡਾਂ 'ਚੋਂ ਲਿਖਣਾ ਜਿਹੜਾ ਔਖਾ ਹੋ ਗਿਆ। ਤੇ ਕਬੀਰ ਜੀ ਕਹਿੰਦੇ ਹਨ ਕਿ ਦੁਨੀਆ ਕੇ ਦੋਖੇ ਮੁਆ ਚਾਲਤ ਕੁਲ ਕੀ ਕਾਨੀ। ਕੁਲ ਕੀ ਕਾਂ ਦਾ ਮਤਲਬ ਹੈ ਬੰਦਿਸ਼ ਵਿੱਚ, ਕੁਲ ਦੀ ਬੰਦਿਸ਼ ਵਿੱਚ ਲੋਕ ਤੁਰੇ ਆ ਰਹੇ ਹਨ। ਉਸ ਬੰਦਿਸ਼ ਵਿੱਚ ਜਿਸ ਵਿੱਚ ਆਪਣੀ ਕੁਲ ਦੇ ਲੋਕ ਉਹ ਤੁਰੇ ਆ ਰਹੇ ਹਨ, ਉਹਦੇ ਬੰਦਿਸ਼ ਵਿੱਚ ਬਾਕੀ ਲੋਕ ਤੁਰੇ ਆ ਰਹੇ ਹਨ। ਤੇ ਇਸ ਤਰ੍ਹਾਂ ਇਹ ਕਬੀਰ ਮਨੁੱਖ ਜਿਹੜਾ ਆ ਆਮ ਕਰਕੇ ਜਿਹੜੀ ਕੁਲ ਦੀ ਰੀਤ ਹੈ ਉਹਦੇ ਮੁਤਾਬਕ ਹੀ ਤੁਰਦਾ ਆ ਰਿਹਾ ਹੈ ਵੀ ਸਾਡੇ ਕੁਲ ਵਿੱਚ ਇੱਦਾਂ ਹੁੰਦਾ ਆ ਰਿਹਾ ਹੈ ਤੇ ਅਸੀਂ ਵੀ ਇੱਦਾਂ ਹੀ ਕਰਨਾ ਹੈ। ਆਮ ਲੋਕ ਜਿਹੜੇ ਹਨ ਉਹ ਇਸ ਤਰ੍ਹਾਂ ਕਰਦੇ ਚੱਲੇ ਆ ਰਹੇ ਹਨ। ਦੁਨੀਆ ਕੇ ਦੋਖੇ ਮੁਆ। ਸੋ ਇਹ ਖਿਆਲ ਜਿਹੜਾ ਹੈ ਕਿ ਦੁਨੀਆ ਕੀ ਆਖੇਗੀ, ਲੋਕਾਚਾਰ ਨੂੰ ਛੱਡ ਕੇ ਭਗਤੀ ਸਤਸੰਗ ਵਾਲੇ ਪਾਸੇ ਰਸਤੇ ਵੱਲ ਜਿਹੜਾ ਉਹ ਮਨੁੱਖ ਇਸ ਤਰ੍ਹਾਂ ਇੱਧਰ ਨੂੰ ਨਹੀਂ ਆਉਂਦਾ ਵੀ ਲੋਕ ਕੀ ਕਹਿਣਗੇ। ਕੁਲ ਦੀ ਕਾਨ ਜਿਹੜੀ ਹੈ, ਕੁਲ ਦੀ ਜਿਹੜੀ ਚਾਲ ਹੈ, ਉਹਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਣ ਨਾਲ ਲੋਕ ਕੀ ਕਹਿਣਗੇ, ਇਸ ਤੋਂ ਬੰਦਾ ਡਰਦਾ ਹੈ। ਤੇ ਇਸ ਤਰ੍ਹਾਂ ਕਰਨ ਨਾਲ ਬੰਦਾ ਆਤਮਕ ਮੌਤੇ ਜ਼ਰੂਰ ਮਰ ਜਾਂਦਾ ਹੈ, ਕਿਉਂਕਿ ਜਿਹੜੀ ਕੁਲ ਦੀ ਕਾਨ ਹੀ ਹੈ ਇਹਦੇ ਵਿੱਚ ਕਰਮ ਕਾਂਡ ਤੇ ਹੋਰ ਕਈ ਕੁਛ ਹਨ। ਇਸ ਕਰਕੇ ਆਤਮਕ ਮੌਤੇ ਬੰਦਾ ਮਰ ਜਾਂਦਾ ਹੈ, ਕਿਉਂਕਿ ਸਤਸੰਗ ਵਾਲੇ ਪਾਸੇ ਨਹੀਂ ਆਉਂਦਾ। ਤਬ ਕੋਲ ਕਿਸ ਕਾ ਲਾਜ ਸੀ ਜਬ ਲੈ ਤਰਹਿ ਮਸ਼ਾਨੇ। ਜਦੋਂ ਮੌਤ ਆ ਗਈ, ਜਦੋਂ ਮਸ਼ਾਨਾਂ ਵਿੱਚ ਲਿਜਾ ਕੇ ਜੀਵ ਨੂੰ ਰੱਖ ਦਿੱਤਾ, ਕਬਰਸਤਾਨ ਵਿੱਚ ਲੈ ਗਏ, ਤਾਂ ਫਿਰ ਇਹ ਜਿਹੜੀ
ਇਹ ਕੁਲ ਦੀ ਰੀਤ ਚੱਲੀ ਆ ਰਹੀ ਹੈ, ਇਹ ਤਾਂ ਫਿਰ ਆਪਣੇ ਆਪ ਛੁੱਟ ਜਾਣੀ ਹੈ ਉਦੋਂ ਉਦੋਂ ਇਹ ਕਿੱਥੇ ਰਹਿਣੀ ਹੈ। ਤੇ ਇਸ ਕਰਕੇ ਸਿਮਰਨ ਤੇ ਭਗਤੀ ਤੋਂ ਜਿਹੜਾ ਉਹ ਵਾਂਝੇ ਰਹਿ ਕੇ ਜੋ ਜ਼ਿੰਦਗੀ ਵਿੱਚ ਖੁਆਰੀ ਕਰ ਲਈ ਹੈ, ਜੋ ਆਤਮਿਕ ਮੌਤ ਜਿਹੜੀ ਹੈ ਉਹ ਸਹੇੜ ਲਈ ਹੈ, ਤੇ ਫਿਰ ਉਹਦੇ ਕਾਰਨ ਫਿਰ ਜਿਹੜੇ ਕਿਸ ਨੂੰ ਕੁਲ ਦੀ ਨੂੰ ਨਮੋਸ਼ੀ ਕਿਸ ਨੂੰ ਆਉਣੀ ਹੈ, ਤਬ ਕੁਲ ਕਿਸ ਕਾ ਲਾਜ ਸੀ, ਤੇ ਕਿਸ ਦੇ ਕੁਲ ਨੂੰ ਫਿਰ ਨਮੋਸ਼ੀ ਆਵੇਗੀ, ਇਹ ਸੋਚਣ ਵਾਲੀ ਗੱਲ ਹੈ। ਕਿਉਂਕਿ ਬੰਦਾ ਆਪਣੇ ਕੁਲ ਦੇ ਮਗਰ ਲੱਗਾ ਰਿਹਾ, ਸਾਡੀ ਕੁਲ ਵਿੱਚ ਇਉਂ ਹੁੰਦਾ ਰਿਹਾ, ਇਉਂ ਹੁੰਦਾ ਰਿਹਾ, ਤੇ ਉਹਦੇ ਮਗਰ ਚੱਲ ਕੇ ਆਤਮਿਕ ਮੌਤ ਇਹਨੇ ਸਹੇੜ ਲਈ, ਤਾਂ ਫਿਰ ਜਦੋਂ ਇਹਦੀ ਮੌਤ ਹੋਣ ਲੱਗੀ ਆ, ਫਿਰ ਕੁਲ ਕਿਵੇਂ, ਕੁਲ ਜਿਹੜੀ ਹੈ ਉਹ ਫਿਰ ਕੀ ਕਰੇਗੀ, ਉੱਥੇ ਆ ਕੇ ਕੁਲ ਉਸ ਨੂੰ ਕੁਲ ਦੀ ਜਿਹੜੀ ਰੀਤ ਮੰਨਦਾ ਆ ਰਿਹਾ, ਉਸ ਨੂੰ ਆਤਮਿਕ ਮੌਤ ਤੋਂ, ਉਹ ਆਉਣ ਜਾਵਣ ਦੇ ਚੱਕਰ ਤੋਂ ਉਸ ਨੂੰ ਫਿਰ ਉਹ ਬਚਾ ਨਹੀਂ ਸਕੇਗੀ। ਜਦੋਂ ਬੰਦਾ ਜਿਹੜਾ ਹੈ ਮਸ਼ਾਣਾ ਵਿੱਚ ਲਿਜਾ ਕੇ ਰੱਖ ਦੇਣਾ, ਤੇ ਕੁਲ ਦੀ ਚਾਲ ਹੀ ਕਰਦਾ ਆਇਆ, ਉਹਨੇ ਇਹ ਕਰਮ ਕਾਂਡਾਂ ਵਿੱਚ ਆਪਣੀ ਜ਼ਿੰਦਗੀ ਬਿਤਾ ਦਿੱਤੀ, ਰੱਬ ਦੇ ਨਾਮ ਨਾਲ ਚਿੱਤ ਜੋੜਿਆ ਨਹੀਂ, ਸਿਮਰਿਆ ਨਹੀਂ। ਇਸ ਕਰਕੇ ਕਬੀਰ ਜੀ ਕਹਿੰਦੇ ਹਨ ਕਿ ਇਹ ਬੰਦਾ ਇਹ ਨਹੀਂ ਸੋਚਦਾ ਕਿ ਮੌਤ ਆ ਗਈ, ਇਹ ਫਿਰ ਜਿਹੜੀ ਕੁਲ ਦੀ ਰੀਤ ਹੈ ਇਹ ਆਪੇ ਛੁੱਟ ਜਾਣੀ ਹੈ, ਤੇ ਸਿਮਰਨ ਭਗਤੀ ਤੋਂ ਵਾਂਝੇ ਰਹਿ ਕੇ ਜਿਹੜੀ ਖੁਆਰੀ ਖੱਟ ਲਈ ਹੈ ਜ਼ਿੰਦਗੀ ਵਿੱਚ, ਉਹਦੇ ਕਾਰਨ ਫਿਰ ਇਹ ਕਿਸ ਦੀ ਕੁਲ ਨੂੰ ਨਮੋਸ਼ੀ ਆਵੇਗੀ। कबीर डूबहि गोरे बापुरे बहु लोगन की कहानी। हे कबीर आख के डुब जाओगे बपड़े बेचारे लोगों, तुम डुब जाओगे मंदभागी जीव, रे बापरे डुब जाएगा। इदां लोकां दी लोगन की कान मैंने जिवें लोग करते पे ना लोक लाज विच, तू भी डुब जाएगा। इस करके लोक लाज विच ना चल, जो कुल दी रीत जिहड़ी चली आ रही है, ये कर्मकांडी रीत ओहदे विच ना चली जा, डुब जाएगा। डुब बहिगो रे बाप रे बहु लोगन की कहानी। तो इस तरह मंदभागी जीव मनुख बापरे बहुता लोक लाज विच ही जे तू रहेगा, ਤਾਂ ਇਸ ਲੋਕ ਲਾਜ ਵਿੱਚ ਹੀ ਤੂੰ ਡੁੱਬ ਜਾਏਗਾ, ਆਤਮ ਤੇ ਮਰ ਜਾਏਗਾ ਲੋਕ ਲਾਜ ਨੂੰ ਪਾਲਦਾ ਹੋਇਆ। ਖਿਆਲ ਰੱਖ ਪਾਰ ਉਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਤੇ ਤੂੰ ਇੱਥੇ ਬੈਠ ਕੇ ਨਹੀਂ ਰਹਿਣਾ ਸਦਾ, ਤੇ ਜਿਵੇਂ ਪੜੋਸੀ ਵੱਲ ਦੇਖ, ਮੌਤ ਜਿਹੜੀ ਆ ਇਹ ਕਿਸੇ ਗੁਆਂਢੀ ਤੇ ਆ ਰਹੀ ਹੈ, ਉਹਦੇ ਵੱਲ ਦੇਖ, ਚੇਤਾ ਰੱਖ ਉਹ ਤੇਰੇ ਤੇ ਵੀ ਆਉਣੀ ਹੈ। ਉਹ ਮੌਤ ਤੇਰੇ ਪਾਸੇ ਵੱਲ ਨੂੰ ਵੀ ਉਹਨੇ ਮੂੰਹ ਕਰਨਾ ਹੈ। ਇਸ ਕਰਕੇ ਤੂੰ ਲੋਕ ਲਾਜ ਵਿੱਚ ਹੀ ਆਪਣੀ ਆਤਮਿਕ ਮੌਤ ਨਾ ਸਹੇੜਦਾ ਰਹਿ। ਕਬੀਰ ਭਲੀ ਮਧੂਕਰੀ ਨਾਨਾ ਵਿਧਿ ਕੋ ਨਾਜੋ। ਮਧੂਕਰੀ ਮਤਲਬ ਹੈ ਘਰ ਘਰ ਤੋਂ ਮੰਗੀ ਪਿੱਛੇ, ਉਹਨੂੰ ਮਧੂਕਰੀ ਕਿਹਾ ਜਾਂਦਾ ਹੈ। ਚੰਗੀ ਹੈ, ਭਲੀ ਹੈ। ਨਾਨਾ ਵਿਧੀ ਮੈਨੇ ਕਈ ਪ੍ਰਕਾਰ ਦਾ। ਨਾਜ ਦਾ ਮਤਲਬ ਅਨਾਜ, ਅੰਨ। ਨਾਨਾ ਵਿਧੀ ਕੋ ਨਾਜ, ਇਸਦਾ ਮਤਲਬ ਹੈ ਇੱਕ ਵੀ ਰਾਖ ਵੀ ਬਹੁਤ ਸਾਰੀਆਂ ਮਲਕੀਤਾਂ, ਜ਼ਮੀਨ ਦੀ, ਧਨ ਦੌਲਤ ਦੀ ਮਲਕੀਤ ਇਸ ਤਰ੍ਹਾਂ ਮੱਲਣ ਨਾਲੋਂ ਮੰਗਤਾ ਬਣ ਕੇ ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਲੈਣੀ ਚੰਗੀ ਹੈ, ਜਿਸ ਵਿੱਚ ਘਰ ਘਰ ਤੋਂ ਮੰਗਣ ਕਰਕੇ ਕਈ ਕਿਸਮਾਂ ਦਾ ਅੰਨ ਹੁੰਦਾ ਹੈ। ਨਾਨਾ ਵਿਧੀ ਕੋ ਨਾਜ, ਕਈ ਕਿਸਮ ਦਾ ਅਨਾਜ ਵਿੱਚ ਹੁੰਦਾ ਹੈ। ਜਿਹੜਾ ਮੰਗਤਾ ਹੈ ਉਹ ਕਿਸੇ ਜਾਇਦਾਦ ਉੱਤੇ ਆਪਣਾ ਹੱਕ ਨਹੀਂ ਸਮਝਦਾ। ਦਾਵਾ ਕਾਹੂ ਕੋ ਨਹੀਂ ਵੱਡਾ ਦੇਸ਼ ਵੱਡ ਰਾਜ। ਤੋ ਮੰਗਤਾ ਕਿਸੇ ਜਾਇਦਾਦ ਉੱਤੇ ਆਪਣਾ ਹੱਕ ਨਹੀਂ ਸਮਝਦਾ, ਹੱਕ ਨਹੀਂ ਬਣਦਾ। ਸਾਰਾ ਦੇਸ਼ ਹੀ ਉਹਦਾ ਆਪਣਾ ਦੇਸ਼ ਉਹਨੂੰ ਲੱਗਦਾ ਹੈ, ਤੇ ਸਾਰਾ ਰਾਜ ਹੀ ਉਹਦਾ ਆਪਣਾ ਰਾਜ ਹੁੰਦਾ ਹੈ। ਤੋ ਇੱਥੇ ਭੁਲੇਖਾ ਨਾ ਖਾ ਜਾਣਾ ਕਿ ਕਬੀਰ ਜੀ
ਰੋਟੀ ਮੰਗ ਕੇ ਖਾਣ ਦੀ ਇੱਥੇ ਨਸੀਹਤ ਦਿੰਦੇ ਹਨ। ਤੋ ਐਸੀ ਗੱਲ ਕੋਈ ਨਹੀਂ ਹੈ। ਤੋ ਇਹ ਕਹਿੰਦੇ ਹਨ ਕਿ ਜਾਇਦਾਦਾਂ ਬਣਾਉਣ, ਮੱਲਾਂ ਮੱਲਣ ਨਾਲ, ਮਲਕੀਤਾਂ ਬਣਾਉਣ ਨਾਲੋਂ ਮੰਗਤਿਆਂ ਵਾਂ ਮੰਗ ਖਾਣਾ ਚੰਗਾ ਹੈ, ਕਿਉਂਕਿ ਜਿਉਂ-ਜਿਉਂ ਮਨੁੱਖ ਜਾਇਦਾਦ ਇਕੱਠੀ ਕਰਦਾ ਹੈ ਤਿਉਂ-ਤਿਉਂ ਉਸ ਦੇ ਅੰਦਰ ਜਿਹੜਾ ਉਹ ਮਲਕੀਤ, ਆਪਣਾਪਨ ਜਿਹੜਾ ਹੈ ਉਹ ਦਾਜਨ ਵੱਧਦੀ ਹੈ। ਤੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਸੋਠ ਰਾਗ ਵਿੱਚ ਇੱਦਾਂ ਦੱਸਿਆ ਹੈ ਕਿ ਕਾਚਾ ਤਨ ਸੰਚੈ ਮੂਰਖ ਗਵਾਰ। ਸੋ ਇਸ ਤਰ੍ਹਾਂ ਅੱਜ ਵੀ ਖੇਡ ਵਾਪਰ ਰਹੀ ਹੈ ਕਿ ਗੁਰਦੁਆਰੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਬਾਣੀ ਸੁਣਦੇ ਹਾਂ, ਸਿੱਖਿਆ ਸੁਣਦੇ ਹਾਂ, ਅਤੇ ਇਹ ਸੁਣਦੇ ਹਾਂ ਕਿ ਧਨ ਜੋੜਨਾ ਜਿਹੜਾ ਹੈ ਇਹ ਮੂਰਖਾਂ ਦਾ ਕੰਮ ਹੈ। ਮੂਰਖ ਗਵਾਰ, ਕਾਚਾ ਤਨ ਸੰਚੈ ਮੂਰਖ ਗਵਾਰ। ਤੋ ਇਸ ਨਾਲੋਂ ਮੰਗ ਖਾਣਾ ਚੰਗਾ ਹੈ। ਪਰ ਬਾਹਰ ਦੁਨੀਆ ਵਿੱਚ ਹੈ ਕਿ ਸਾਡਾ ਸਾਰਾ ਜ਼ੋਰ ਧਨ ਜੋੜਨ ਤੇ ਮਲਕੀਤਾਂ ਬਣਾਉਣ ਤੇ ਲੱਗ ਜਾਂਦਾ ਹੈ। ਉੱਥੋਂ ਸਿੱਖਿਆ ਅਸੀਂ ਹੋਰ ਸੁਣ ਕੇ ਆਉਂਦੇ ਹਾਂ, ਬਾਹਰ ਹੈ ਕੁਝ ਹੋਰ ਹੈ। ਤੋ ਸਧਾਰਨ ਮਨੁੱਖ ਜਿਹੜਾ ਹੈ ਧਨ ਜੋੜਨ ਦਾ ਯਤਨ ਨਾ ਕਰੇ ਤੇ ਹੋਰ ਕਰੇ ਵੀ ਕੀ। ਬੁਢੇਪਾ, ਬਿਮਾਰੀ, ਬੱਚਿਆਂ ਦੀ ਜਿਹੜੀ ਉਹ ਵਿੱਦਿਆ ਹੈ, ਹੋਰ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ। ਸੋ ਜਾਪਦਾ ਹੈ ਕਿ ਭਗਤ ਕਬੀਰ ਜੀ ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਭਾਈਚਾਰਕ ਸੰਬੰਧ ਅਤੇ ਰਾਜ ਪ੍ਰਬੰਧ ਵਿੱਚ ਵੀ ਕਈ ਉਹ ਊਣਤਾਈਆਂ ਵੇਖ ਰਹੇ ਸਨ। ਸੋ ਰਾਜ ਪ੍ਰਬੰਧ ਜਿਹੜਾ ਅਜਿਹਾ ਹੋਵੇ ਜਿੱਥੇ ਹਰੇਕ ਮਨੁੱਖ ਮਾਤਰ ਨੂੰ ਇਹ ਘੱਟੋ ਘੱਟ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕੁਝ ਹੋਵੇ, ਤਾਂ ਜੋ ਮੱਲਾਂ ਮੱਲਣ ਦੀ ਲੋੜ ਨਾ ਰਹਿ ਜਾਏ। ਸੋ ਧੱਕਾ, ਧੋਖਾ ਆਦਿ ਬਹੁਤ ਇਸ ਤਰ੍ਹਾਂ ਘਟ ਸਕਦੇ ਹਨ। ਤੋ ਇਸ ਤਰ੍ਹਾਂ ਹੱਕ ਦੀ ਕਮਾਈ ਤੇ ਖਲਕ ਨਾਲ ਪਿਆਰ ਵਾਲਾ ਰਾਹ ਜਿਹੜਾ ਹੈ ਇਹਦੇ ਮਗਰ ਬੰਦਾ ਜਾ ਸਕਦਾ ਹੈ। ਤੋ ਇਸ ਤੋਂ ਅਗਾਂਹ ਫਿਰ ਧਰਮ ਦੀ ਇੱਕ ਔਖੀ ਘਾਟੀ ਰਹਿ ਜਾਂਦੀ ਹੈ, ਉਹ ਹੈ ਲਗਨ ਅਤੇ ਰਜ਼ਾ। ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਕ। ਜੋ ਜਨ ਨਿਰਦਾਵੈ ਰਹਿ, ਸੋ ਗਨੈ ਇੰਦਰ ਸੋ ਰੰਕ। ਸੋ ਦਾਵੈ ਦਾਜਨ ਹੇਤ ਹੈ, ਹੋਤ ਹੈ। ਦਾਵੇ ਦਾ ਮਤਲਬ ਹੈ ਦਾਅਵੇ ਕਰਨੇ, ਮਲਕੀਤਾਂ ਬਣਾਉਣੀਆਂ। ਦਾਜੋਂ ਦਾ ਮਤਲਬ ਹੈ ਸੜਨ ਜਾਂ ਖਿੱਚ, ਮਲਕੀਤਾਂ ਬਣਾਉਣ ਦੇ ਪ੍ਰਤੀ ਖਿੱਚ। ਨਿਸੰਕ ਦਾ ਮਤਲਬ ਹੈ ਬੇਫਿਕਰ, ਬਿਨਾਂ ਸੰਗ ਤੋਂ। ਸੋ ਇੰਦਰ ਮਤਲਬ ਇੰਦਰ ਦੇਵਤਿਆਂ ਵਰਗਿਆਂ ਨੂੰ। ਰੰਕ ਦਾ ਮਤਲਬ ਕੰਗਾਲ। ਸੋ ਇੱਕ ਵੀ ਰਾਗ ਵੀ ਬਹੁਤ ਸਾਰੀਆਂ ਮਲਕੀਤਾਂ ਬਣਾਉਣ ਨਾਲ, ਦਾਅਵੇ ਕਰਨ ਨਾਲ ਮਨੁੱਖ ਦੇ ਅੰਦਰ ਜਿਹੜੀ ਉਹ ਖਿੱਚ ਜਾਂ ਸੜਨ ਪੈਦਾ ਹੁੰਦੀ ਹੈ, ਖਿੱਚ ਪੈਦਾ ਹੁੰਦੀ ਹੈ। ਦਾਜਨ ਹੋਤ ਹੈ। ਤੇ ਜਿਹੜਾ ਵੀ ਪ੍ਰਾਣੀ ਇਸ ਤਰ੍ਹਾਂ ਦਾਅਵੇ ਨਹੀਂ ਕਰਦਾ ਪਿਆ, ਮਲਕੀਤਾਂ ਨਹੀਂ ਬਣਾਉਂਦਾ ਪਿਆ, ਉਸ ਨੂੰ ਕੋਈ ਚਿੰਤਾ ਫਿਕਰ ਨਹੀਂ ਹੁੰਦਾ। ਨਿਰਦਾਵੈ ਰਹਿ ਨਿਸੰਕ। ਸੋ ਨਿਰਦਾਵੈ ਮਲਕੀਤਾਂ ਜਿਹੜੇ ਨਹੀਂ ਬਣਾਉਂਦੇ ਹਨ ਉਹ ਚਿੰਤਾ ਫਿਕਰ ਤੋਂ ਰਹਿਤ ਰਹਿੰਦੇ ਹਨ। ਸੋ ਜੋ ਵੀ ਪ੍ਰਾਣੀ ਮਲਕੀਤਾਂ ਨਹੀਂ ਬਣਾਉਂਦਾ, ਇੱਥੇ ਆ ਕੇ ਧਨ ਪਦਾਰਥ ਇਕੱਠਾ ਕਰਕੇ ਦਾਅਵੇ ਨਹੀਂ ਕਰਦਾ, ਉਹ ਇੰਦਰ ਦੇਵਤੇ ਵਰਗਿਆਂ ਨੂੰ ਵੀ ਕੰਗਾਲ ਹੀ ਸਮਝਦਾ ਹੈ। ਭਾਵ ਕਿਸੇ ਧਨਾੜ ਆਦਿਕ ਦੀ ਖੁਸ਼ਾਮਦ ਨਹੀਂ ਕਰਦਾ ਫਿਰਦਾ। ਜੋ ਜਨ ਨਿਰਦਾਵੈ ਰਹਿ, ਜੋ ਮਲਕੀਤਾਂ ਨਹੀਂ ਬਣਾਉਂਦਾ ਫਿਰਦਾ ਇੱਥੇ ਆ ਕੇ, ਸੋ ਗਨੈ ਇੰਦਰ ਸੋ ਰੰਕ। ਇਹਦਾ ਮਤਲਬ ਉਹ ਇੰਦਰ ਵਾਲੇ ਦੇਵਤੇ, ਉਹਨਾਂ ਨੂੰ ਵੀ ਉਹ ਰੰਕ ਸਮਝਦਾ ਹੈ, ਕੰਗਾਲ ਸਮਝਦਾ ਹੈ। ਕਬੀਰ ਪਾਲੀ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਪਾਲ ਦਾ ਮਤਲਬ ਹੈ ਕੰਢਾ ਜਾਂ ਕਿਨਾਰਾ। ਇਹ ਸ਼ਬਦ ਸੰਸਕ੍ਰਿਤ ਦਾ ਹੈ। ਸਮੂਹਾ ਦਾ ਮਤਲਬ ਹੈ ਨਕਾ ਨਕ, ਮੂੰਹ ਤੱਕ। ਸਮੂਹਾ, ਸ ਜਮਾ ਮੂੰਹ, ਮੂੰਹ ਤੱਕ। ਪਾਲ ਸੰਭਾਵ ਮਤਲਬ ਕੰਢਿਆਂ ਤੱਕ, ਨਕਾ ਨਕ ਜਿਹੜਾ ਭਰਿਆ ਹੋਇਆ। ਸਰਵਰ ਦਾ ਮਤਲਬ ਤਲਾਬ ਭਰਿਆ ਪਿਆ, ਨਕਾ ਨਕ ਭਰਿਆ ਪਿਆ ਹੈ ਤਲਾਬ।
ਪੀ ਨਾ ਸਕੇ ਕੋਈ ਨੀਰ। ਨੀਰ ਦਾ ਮਤਲਬ ਹੈ ਜਲ, ਪਾਣੀ। ਤੋ ਇਹ ਕਬੀਰ ਆਖ ਵੀ ਸਰੋਵਰ ਜਿਹੜਾ ਉਹ ਤਾਂ ਕੰਢਿਆਂ ਤੱਕ ਭਰਿਆ ਪਿਆ ਹੈ ਪਾਣੀ ਨਾਲ, ਪਰ ਇਹਦੇ ਵਿੱਚੋਂ ਕੋਈ ਪਾਣੀ ਪੀ ਨਹੀਂ ਸਕਦਾ। ਜਿਹੜਾ ਦਾਅਵੇ ਕਰਦਾ ਹੈ, ਦਾਅਵੇ ਕਰਦਾ ਜਿਹਦੇ ਵਿੱਚ ਸੜਨ ਪੈਦਾ ਹੋਈ ਹੈ, ਮਲਕੀਤਾਂ ਬਣਾਉਂਦਾ ਹੈ, ਤੋ ਇਹ ਪਾਣੀ ਜਿਹੜਾ ਹੈ ਉਸ ਨੂੰ ਦਿਸਦਾ ਨਹੀਂ ਕਿ ਸਰੋਵਰ ਨਕਾਨਕ ਪਾਣੀ ਨਾਲ ਭਰਿਆ ਪਿਆ ਹੈ। ਉਹ ਆਪਣੇ ਹੰਕਾਰ ਵਿੱਚ, ਦਾਅਵੇ ਦੇ ਚੱਕਰ ਵਿੱਚ ਉਹਨੂੰ ਇਹ ਪਾਣੀ ਦਿਸਦਾ ਨਹੀਂ, ਉਹ ਪੀ ਨਹੀਂ ਸਕਦਾ। ਪੀ ਨਾ ਸਕੈ ਕੋਈ ਨੀਰ, ਭਾਗ ਵੱਡੇ ਤੈਂ ਪਾਇਓ, ਤੂੰ ਭਾਰੀ ਭਾਰੀ ਪੀਓ ਕਬੀਰ। ਹੇ ਕਬੀਰ, ਤੂੰ ਵੱਡੇ ਭਾਗਾਂ ਨਾਲ ਇਹ ਮਲਕੀਤਾਂ ਬਣਾਉਣ ਤੋਂ ਬਚ ਗਿਆ ਹੈ, ਇਹ ਮਲਕੀਤਾਂ ਬਣਾਉਣ ਦੀ ਸੜਨ ਤੋਂ ਬਚ ਗਿਆ ਹੈ। ਇਸ ਕਰਕੇ ਚੰਗੇ ਭਾਗਾਂ ਨਾਲ ਤੈਨੂੰ ਇਹ ਨਕਾਨਕ ਭਰਿਆ ਹੋਇਆ ਸਰੋਵਰ ਜਿਹੜਾ ਹੈ ਇਹ ਦਿਸ ਪਿਆ ਹੈ। ਨਾਮ ਰੂਪੀ ਸਰੋਵਰ ਪਾਣੀ ਨਾਲ ਭਰਿਆ ਪਿਆ, ਨਾਮ ਜਲ ਨਾਲ ਭਰਿਆ ਤੈਨੂੰ ਦਿਸ ਪਿਆ ਹੈ। ਇਸ ਕਰਕੇ ਤੂੰ ਹੁਣ ਪਿਆਲੇ ਭਰ ਭਰ ਕੇ ਪੀ। ਇਹਦਾ ਮਤਲਬ ਮੌਜ ਨਾਲ ਸਵਾਸ ਸਵਾਸ ਨਾਮ ਜਪਣਾ ਕਰ, ਕਿਉਂਕਿ ਤੈਨੂੰ ਇਸ ਦੀ ਸਮਝ ਪੈ ਗਈ ਹੈ ਕਿ ਇਹ ਨਾਮ ਦਾ ਸਰੋਵਰ ਜਿਹੜਾ ਹੈ ਇਹ ਨਾਮ ਜਲ ਨਾਲ ਭਰਿਆ ਪਿਆ ਹੈ। ਇਹ ਤੈਨੂੰ ਇਸ ਦੀ ਸੋਝੀ ਪੈ ਗਈ ਹੈ, ਪਤਾ ਲੱਗ ਗਿਆ ਹੈ। ਇਸ ਕਰਕੇ ਤੂੰ ਇਸ ਨੂੰ ਪਿਆਲੇ ਭਰ ਭਰ ਕੇ ਪੀਣਾ ਕਰ। ਕਬੀਰ ਪ੍ਰਭਾਤੇ ਤਾਰੇ ਖਿਸਹਿ, ਤਿਉ ਇਹੋ ਖਿਸੈ ਸਰੀਰ। ਪ੍ਰਭਾਤੇ ਮੈਨੇ ਸਵੇਰ ਵੇਲੇ ਜਿਉਂ ਸੂਰਜ ਚੜ੍ਹਨ ਤੇ ਆਉਂਦਾ ਹੈ, ਤਾਰੇ ਅਲੋਪ ਹੋ ਜਾਂਦੇ ਹਨ। ਖਿਸਹਿ ਖਿਸਕ ਜਾਂਦੇ ਹਨ, ਮੱਧਾਂ ਪੈ ਜਾਂਦੇ, ਤਾਰਿਆਂ ਦਾ ਚਾਨਣ ਘਟਦਾ ਜਾਂਦਾ ਹੈ ਸੂਰਜ ਦੀ ਰੋਸ਼ਨੀ ਨਾਲ। ਤੇ ਇਸੇ ਤਰ੍ਹਾਂ ਇਹ ਸਰੀਰ ਜਿਹੜਾ ਹੈ ਇਹ ਵੀ ਹੌਲੀ ਹੌਲੀ ਇਹ ਖਿਸਦਾ ਜਾਂਦਾ ਹੈ, ਇਹਦਾ ਤੇਜ ਪ੍ਰਤਾਪ ਵੀ ਘਟਦਾ ਜਾਂਦਾ ਹੈ, ਖੀਣ ਹੁੰਦਾ ਜਾਂਦਾ ਹੈ। ਇਹਦੇ ਵਿੱਚੋਂ ਆਤਮਿਕ ਜਿਹੜੀ ਸ਼ਕਤੀ ਹੈ ਉਹ ਕਮਜ਼ੋਰ ਹੁੰਦੀ ਜਾਂਦੀ ਹੈ, ਤੇ ਜਿਹੜੇ ਗਿਆਨ ਇੰਦਰੀਆਂ ਵੱਲੋਂ ਪ੍ਰਭੂ ਪਾਸੇ ਵੱਲ ਪ੍ਰੇਰਨਾ ਜਿਹੜੀ ਹੁੰਦੀ ਹੈ ਉਹ ਵੀ ਘਟਦੀ ਜਾਂਦੀ ਹੈ। ਤੇ ਇਸ ਕਰਕੇ ਕਬੀਰ, ਜਿਵੇਂ ਸੂਰਜ ਦਾ ਤੇਜ ਪ੍ਰਤਾਪ ਹੋਵੇ ਤਾਂ ਸਵੇਰ ਵੇਲੇ ਤਾਰੇ ਜਿਹੜੇ ਹਨ ਉਹਨਾਂ ਦੀ ਲੋ ਘਟਦੀ ਜਾਂਦੀ ਹੈ, ਉਹ ਮੱਧਮ ਪੈ ਜਾਂਦੇ ਹਨ। ਇਹ ਦੋਈ ਅੱਖਰ ਨਾ ਖਿਸੇ, ਜੋ ਗਹਿ ਰਹਿਓ ਕਬੀਰ। ਇਹ ਦੋ ਅੱਖਰਾਂ ਵਾਲਾ ਜਿਹੜਾ ਰਾਮ ਦਾ ਨਾਮ ਹੈ ਇਹ ਨਾਸ਼ਵਾਨ ਨਹੀਂ ਹੈ। ਨਾ ਖਿਸੈ, ਇਹ ਦੋ ਅੱਖਰ ਖਿਸਣ ਵਾਲੇ ਨਹੀਂ, ਖਿਸਕਣ ਵਾਲੇ ਨਹੀਂ, ਇੱਕ ਤੇ ਜਾਣ ਵਾਲੇ ਨਹੀਂ। ਇਸ ਕਰਕੇ ਰਾਮ ਦੇ ਨਾਮ ਨੂੰ ਕਬੀਰ ਗਹਿ ਹੋਏ ਮੈਨੇ ਸੰਭਾਲ ਕੇ ਬੈਠਾ, ਆਪਣੇ ਹਿਰਦੇ ਵਿੱਚ ਸੰਭਾਲ ਕੇ ਬੈਠਾ ਹੈ। ਕਬੀਰ ਕੋਠੀ ਕਾਠ ਕੀ, ਦਾਂ ਦਿਸ਼ ਲਾਗੀ ਆਗੇ। ਕੋਠੀ, ਇਹ ਸੰਸਾਰ, ਇਹਨੂੰ ਕੋਠੜੀ ਕਿਹਾ ਹੈ। ਜਗਤ ਸੰਸਾਰ, ਕੋਠੀ, ਕਾਠ ਕੀ, ਲੱਕੜ ਦੀ, ਦਾਂ ਦਿਸ਼ ਦਾ ਮਤਲਬ ਹੈ ਦਸਵੇਂ ਪਾਸੇ, ਦਸਾਂ ਦਿਸ਼ਾਵਾਂ ਵਿੱਚ ਵੱਲੋਂ ਇਹਦੇ ਅੱਗ ਲੱਗੀ ਫਿਰਦੀ ਹੈ। ਦਾ ਸ਼ਬਦ ਸ਼ਾਰਦਾ ਭਾਸ਼ਾ ਦਾ ਹੈ, ਤੇ ਦਿਸ਼ੀ ਦਾ ਮਤਲਬ ਹੈ ਦਿਸ਼ਾਵਾਂ ਵਿੱਚ। ਦਾ ਦਿਸ਼ੀ, ਦਸਾਂ ਪਾਸਿਆਂ ਵੱਲੋਂ। ਸੋ ਇੱਕ ਵੀ ਆ ਕੇ ਸੰਸਾਰ ਇਸ ਤਰ੍ਹਾਂ ਜਿਵੇਂ ਲੱਕੜ ਦਾ ਇਹ ਮਕਾਨ ਹੈ, ਲੱਕੜ ਦੀ ਕੋਠੀ ਹੈ, ਤੇ ਇਸ ਨੂੰ ਸਾਰੇ ਪਾਸਿਆਂ ਤੋਂ ਅੱਗ ਲੱਗੀ ਹੋਈ ਹੈ। ਕਾਹਦੀ? ਮੱਲਾਂ ਮੱਲਣ ਦੀ ਅੱਗ ਲੱਗੀ ਹੋਈ ਹੈ। ਆਹ ਵੀ ਮੇਰਾ ਹੈ, ਉਹ ਵੀ ਮੈਂ ਬਣਾ ਲਵਾਂ ਆਪਣਾ, ਉਹ ਵੀ ਮੈਂ ਆਪਣਾ ਬਣਾ ਲਵਾਂ। ਇੰਨੇ ਜਿਹੜੇ ਖੇਤ ਮੇਰੇ ਹੋ ਗਏ ਹਨ, 10 ਖੇਤ ਹੋਰ ਵਧਾ ਲਵਾਂ। ਮਲਕੀਤਾਂ ਮੱਲਣ ਦੀ, ਮੱਲਾਂ ਮੱਲਣ ਦੀ ਇਹਨੂੰ ਹੋੜ ਲੱਗੀ ਹੋਈ ਹੈ। ਹੈ ਤਾਂ ਲੱਕੜ ਦੀ ਕੋਠੀ, ਤਾਂ ਇਹਨੂੰ ਹਰ ਪਾਸੇ ਵੱਲੋਂ ਹੀ ਮੱਲਾਂ ਮੱਲਣ ਦੀ ਸਮਝੋ ਅੱਗ ਲੱਗੀ ਹੋਈ ਹੈ। ਪੰਡਿਤ ਪੰਡਿਤ ਜਲ ਮੂਏ, ਮੂਰਖ ਉਬਰੇ ਭਾਗੇ। ਤੋ ਜਿਹੜੇ
ਮਨੁੱਖ ਆਪਣੇ ਵੱਲੋਂ ਸਿਆਣੇ ਬਣ ਗਏ, ਚਤੁਰ ਬਣ ਗਏ, ਪੰਡਿਤ ਬਣ ਗਏ, ਤੇ ਪੰਡਿਤ ਜਲ ਮੂਏ ਉਹ ਇਹ ਸਰੀਰ ਦੇ ਉਹ ਇੱਥੇ ਸਰੀਰ ਉਸ ਜਗਤ ਵਿੱਚ ਉਹ ਬੈਠੇ ਰਹਿੰਦੇ ਨੇ, ਇਸ ਅੱਗ ਵਿੱਚ ਬੈਠੇ ਰਹਿੰਦੇ ਹਨ। ਜਿਹੜੀ ਮੱਲਾਂ ਮੱਲਣ ਵਾਲੀ ਅੱਗ ਹੈ, ਇਹਦੇ ਵਿੱਚ ਉਹ ਬੈਠੇ ਬਾਹਰ ਮੱਲਾਂ ਉਹ ਮਲਦੇ ਰਹਿੰਦੇ ਹਨ। ਤੇ ਇਸ ਤਰ੍ਹਾਂ ਮੱਲਾਂ ਮਲਦੇ ਮਲਦੇ ਇਸ ਅੱਗ ਵਿੱਚ ਉਹ ਸੜ ਮਰਦੇ ਹਨ। ਪੰਡਿਤ ਜਲ ਮੂਏ ਤੋਂ ਪੰਡਤ ਪਾਠਣੀਆਂ ਪੰਡਿਤ ਡੱਡੇ ਨੂੰ ਸਿਆਰੀਆਂ ਬੋਲਣੀਆਂ ਹਨ। ਤੇ ਜਿਹੜੇ ਵੀ ਬੰਦੇ ਇਹਨਾਂ ਪੰਡਤਾਂ ਦੇ ਪਾਣੀ ਮੂਰਖ ਹੁੰਦੇ ਹਨ, ਉਭਰੇ ਭਾਗ, ਉਹ ਇਸ ਮੱਲਾਂ ਮਲਣ ਦੀ ਅੱਗ ਤੋਂ ਦੂਰ ਪਰੇ ਭੱਜ ਕੇ ਉਹ ਸੜਨ ਤੋਂ ਬਚ ਜਾਂਦੇ ਹਨ। ਕਬੀਰ ਸੰਸ਼ਾ ਦੂਰ ਕਰੋ ਕਾਗਦ ਦੇ ਬਿਹਾਏ। ਸੰਸ਼ਾ ਮਤਲਬ ਚਿੰਤਾ, ਸੜਨ ਦੀ ਚਿੰਤਾ। ਕਾਗਦ ਇਹਨਾਂ ਨੂੰ ਬਿਹਾਏ, ਮੈਨੇ ਰੋਡ ਦੇ ਪਰੇ ਕਿਤੇ। ਕਾਗਦ ਦਾ ਮਤਲਬ ਹੈ ਦੁਨੀਆ ਚਿੰਤਾ ਵਾਲੇ ਲੇਖੇ, ਜਿਹੜੇ ਦੁਨੀਆ ਦੇ ਐਸੇ ਕੰਮ ਦਾਅਵੇ ਕਰਨ ਵਾਲੇ, ਮਲਕੀਤਾਂ ਵਾਲੇ, ਜਿਹੜੇ ਚਿੰਤਾ ਵਿੱਚ ਪਾਉਂਦੇ ਹਨ ਬੰਦੇ ਨੂੰ। ਬਿਹਾਈ ਮੈਨੇ ਰੋੜ ਦੇ। ਤੋ ਹਰੀ ਦੇ ਚਰਨਾਂ ਨਾਲ ਚਿੱਤ ਜੋੜਨ ਵਾਲਾ ਐਸਾ ਇੱਕ ਪ੍ਰਵਾਹ ਚਲਾ ਦੇ, ਜਿਹਦੇ ਵਿੱਚ ਇਹ ਜਿਹੜੇ ਮਲਕੀਤਾਂ ਦੇ ਦਾਅਵੇ ਹਨ, ਇਹ ਸੜਨ ਆਦਿਕ, ਇਹ ਸਾਰੇ ਇਸ ਪ੍ਰਵਾਹ ਵਿੱਚ ਰੁੜ ਜਾਣ। ਸੋ ਇਹ ਕਬੀਰ ਸੋ ਕੀ ਕਰ ਬਈ ਦੁਨੀਆ ਦੀਆਂ ਮਲਕੀਤਾਂ ਦੇ ਜਿਹੜੇ ਦਾਅਵੇ ਹਨ, ਜਿਹੜੇ ਬੰਦੇ ਨੂੰ ਖਿੱਚ ਲਾਉਂਦੇ ਹਨ, ਸੜਨ ਲਾਉਂਦੇ ਹਨ, ਇਹਨਾਂ ਨੂੰ ਚਿੰਤਾ ਪੈਦਾ ਕਰਨ ਵਾਲਿਆਂ ਨੂੰ, ਇਹ ਜਿਹੜੇ ਲੇਖੇ ਚਿੰਤਾ ਪੈਦਾ ਕਰਨ ਵਾਲੇ ਹਨ, ਇਹਨਾਂ ਨੂੰ ਭਗਤੀ ਦੇ ਪ੍ਰਵਾਹ ਵਿੱਚ ਰੋੜ ਦੇ। ਭਗਤੀ ਦਾ ਪ੍ਰਵਾਹ ਚਲਾ, ਉਹਦੇ ਵਿੱਚ ਇਹਨਾਂ ਨੂੰ ਰੋੜ ਦੇ। ਸੰਸ਼ਾ ਦੂਰ ਕਰ ਕਾਗਦ ਦੇ ਬਿਹਾਏ, 52 ਅੱਖਰ ਸ਼ੋਧ ਕੈ ਹਰਿ ਚਰਨੀ ਚਿਤ ਲਾਏ। ਸੋ 52 ਅੱਖਰ ਦਾ ਮਤਲਬ ਹੈ 52 ਅੱਖਰ। ਸੰਸਕ੍ਰਿਤ ਹਿੰਦੀ ਦੇ 52 ਅੱਖਰ ਹੁੰਦੇ ਹਨ। ਜਿਹੜੀ ਹਿੰਦੂ ਕੌਮ ਹੈ ਉਹ ਸੰਸਕ੍ਰਿਤ ਜਾਂ ਹਿੰਦੀ ਦੇ ਰਾਹੀਂ ਹੀ ਵਿੱਦਿਆ ਹਾਸਲ ਕਰਦੀ ਹੈ, ਤੇ 52 ਅੱਖਰਾਂ ਰਾਹੀਂ। ਸੋ 52 ਅੱਖਰ ਦਾ ਭਾਵ ਹੋ ਗਿਆ ਵਿੱਦਿਆ, ਕਿਉਂਕਿ ਇਹਨਾਂ 52 ਅੱਖਰਾਂ ਰਾਹੀਂ ਵਿੱਦਿਆ ਦਿੱਤੀ ਜਾਂਦੀ ਹੈ। ਸੋ ਦਾ ਮਤਲਬ ਹੈ ਐਜੂਕੇਸ਼ਨ। ਸੋ ਇਹ ਕਬੀਰ ਵਿੱਦਿਆ ਰਾਹੀਂ ਵਿਚਾਰਵਾਨ ਬਣ ਕੇ ਕੀ ਕਰ ਹਰੀ ਚਰਨੀ ਚਿਤ ਲਾਏ। ਵਿੱਦਿਆ ਪ੍ਰਾਪਤ ਕਰਕੇ ਹੰਕਾਰ ਕਰਨ ਦੀ ਥਾਂ ਤੇ ਉਸ ਪ੍ਰਭੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜ ਲੈ, ਵਿਚਾਰਵਾਨ ਹੋ ਕੇ। ਤੋ ਜੇ ਤੈਨੂੰ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ ਤਾਂ ਫਿਰ ਦੁਨੀਆ ਵਿੱਚ ਮਲਕੀਤਾਂ ਮੱਲਣ ਦੇ ਥਾਂ ਤੇ, ਖਿਜਣ ਦੇ ਥਾਂ ਤੇ ਵਿਚਾਰਵਾਨ ਬਣ ਅਤੇ ਪ੍ਰਭੂ ਦਾ ਸਿਮਰਨ ਕਰ। ਇਹ ਸਿਮਰਨ ਵਿੱਚ ਇਹ ਜਿਹੜੇ ਸੰਸ਼ੇ ਹਨ, ਚਿੰਤਾਵਾਂ ਹਨ, ਇਹਨਾਂ ਨੂੰ ਇਸ ਸਿਮਰਨ ਦੇ ਪ੍ਰਭਾਵ ਵਿੱਚ, ਭਗਤੀ ਦੇ ਪ੍ਰਭਾਵ ਵਿੱਚ ਇਹਨਾਂ ਨੂੰ ਰੋੜ ਦੇ। ਕਬੀਰ ਸੰਤੋ ਨ ਛਾਡੈ ਸੰਤਈ, ਜੋ ਕੋਟਿਕ ਮਿਲੇ ਅਸੰਤ। ਤੋ ਇਹ ਕਬੀਰ ਆਖ ਕਿ ਸੰਤ ਆਪਣਾ ਜਿਹੜਾ ਸੁਭਾਅ ਹੈ ਉਹਨੂੰ ਛੱਡਦਾ। ਸੰਤ ਨਾ ਛੱਡੈ ਸੰਤਈ, ਜੋ ਕੋਟਿਕ ਮਿਲੇ ਅਸੰਤ। ਜੇ ਉਸ ਨੂੰ ਕਰੋੜਾਂ ਬੰਦੇ ਵੀ, ਭੈੜੇ ਬੰਦੇ ਵੀ ਮਿਲ ਪੈਣ, ਭੈੜੇ ਕਰੋੜਾਂ ਬੰਦਿਆਂ ਨੂੰ ਉਸ ਦਾ ਵਾਹ ਪੈ ਜਾਏ, ਤਾਂ ਉਹ ਭੈੜੇ ਬੰਦਿਆਂ ਦੀਆਂ ਆਦਤਾਂ ਜਿਹੜੀਆਂ ਉਹਨਾਂ ਨੂੰ ਨਹੀਂ ਅਪਣਾਉਂਦਾ। ਉਹ ਆਪਣਾ ਸੰਤਪੁਣਾ ਤਿਆਗਦਾ ਨਹੀਂ ਹੈ। ਮਲਿਆਗਰੂ ਕੋਈ ਅੰਗਮ ਬੇਢਿਓ, ਤਾਂ ਸ਼ੀਤਲਤਾ ਨਾ ਤਜੰਤ। ਤੋ ਜਿਸ ਤਰ੍ਹਾਂ ਚੰਦਨ ਦੇ ਬੂਟੇ ਹੁੰਦੇ ਹਨ, ਮਲਿਆਗੁਰ ਦਾ ਮਤਲਬ ਹੈ ਜਿਹੜੇ ਮੱਲਿਆ ਪਹਾੜ ਦੇ ਉੱਤੇ ਉੱਗੇ ਬੂਟੇ ਹਨ ਚੰਦਨ ਦੇ, ਉਹਨਾਂ ਨੂੰ ਕਿਹਾ ਜਾਂਦਾ ਮਲਿਆਗੁਰ।
ਚੰਦਨ ਦਾ ਬੂਟਾ ਮਲਿਆ ਗਰੂ, ਸਾਰੇ ਨੂੰ ਔਂਕੜ ਹੈ, ਇੱਕ ਵਚਨ ਹੈ। ਚੰਦਨ ਦਾ ਬੂਟਾ ਜਿਹੜਾ ਮੱਲਿਆ ਨਾਮੀ ਪਹਾੜ ਦੇ ਉੱਤੇ ਉੱਗਿਆ ਹੋਇਆ। ਉਹ ਚੰਦਨ ਦਾ ਬੂਟਾ ਜਿਹੜਾ ਹੈ ਭੁਯੰਗਮ ਬੇਡਿਓ, ਸੱਪਾਂ ਨਾਲ ਉਹ ਘਿਰਿਆ ਰਹਿੰਦਾ ਹੈ, ਉਹਦੇ ਉੱਪਰ ਸੱਪ ਲਿਪਟੇ ਰਹਿੰਦੇ ਹਨ। ਪਰ ਸੱਪ ਜਿਹੜੇ ਹਨ ਉਹਨਾਂ ਦੇ ਲਿਪਟਣ ਕਾਰਨ ਵੀ ਜਿਹੜਾ ਚੰਦਨ ਹੈ ਆਪਣੀ ਸ਼ੀਤਲਤਾ ਛੱਡਦਾ ਨਹੀਂ, ਚੰਦਨ ਆਪਣੀ ਠੰਡ ਨਹੀਂ ਛੱਡਦਾ। ਚੰਦਨ ਦੀ ਸ਼ੀਤਲਤਾ ਲੈਣ ਵਾਸਤੇ ਹੀ ਸੱਪ ਚੰਦਨ ਦੇ ਰੁੱਖ ਨਾਲ ਲਿਪਟੇ ਰਹਿੰਦੇ ਹਨ, ਉਸ ਨੂੰ ਚੱਟਦੇ ਰਹਿੰਦੇ ਹਨ। ਤੇ ਇਸ ਤਰ੍ਹਾਂ ਕਰਨ ਨਾਲ ਵੀ ਚੰਦਨ ਦਾ ਰੁੱਖ ਜ਼ਹਿਰ ਨਹੀਂ ਪ੍ਰਾਪਤ ਕਰਦਾ ਸੱਪਾਂ ਕੋਲੋਂ, ਉਹ ਆਪਣੀ ਸ਼ੀਤਲਤਾ ਨਹੀਂ ਛੱਡਦਾ। ਇਸੇ ਤਰ੍ਹਾਂ ਸੰਤ ਜਨ ਵੀ ਕਰੋੜਾਂ ਭੈੜੇ ਬੰਦਿਆਂ ਦੇ ਮਿਲਣ ਤੇ ਵੀ ਉਹਨਾਂ ਭੈੜੇ ਬੰਦਿਆਂ ਦੀ ਜਿਹੜੀ ਭੈੜੀ ਆਦਤ ਹੈ ਉਹ ਗ੍ਰਹਿਣ ਨਹੀਂ ਕਰਦੇ, ਆਪਣਾ ਸੰਤਪੁਣਾ ਨਹੀਂ ਤਿਆਗਦੇ। ਕਬੀਰ ਮਨ ਸ਼ੀਤਲ ਭਇਆ, ਪਾਇਆ ਬ੍ਰਹਮ ਗਿਆਨ। ਸ਼ੀਤਲ ਸ਼ਬਦ ਸੰਸਕ੍ਰਿਤ ਦਾ ਹੈ, ਸ਼ਾਸੌਂਡ ਹੈ। ਇਹ ਕਬੀਰ ਆਖ ਕਿ ਜਦੋਂ ਦਾ ਬ੍ਰਹਮ ਗਿਆਨ ਪ੍ਰਾਪਤ ਕੀਤਾ ਹੈ, ਜਦੋਂ ਦੀ ਪ੍ਰਭੂ ਨਾਲ ਜਾਣ ਪਛਾਣ ਹੋਈ ਹੈ, ਉਦੋਂ ਤੋਂ ਹੀ ਦੁਨੀਆ ਦੀ ਕਿਰਤਕਾਰ ਕਰਦਿਆਂ ਮਨ ਜਿਹੜਾ ਹੈ ਉਹ ਸ਼ੀਤਲ ਰਹਿੰਦਾ ਹੈ, ਠੰਡਾ ਰਹਿੰਦਾ ਹੈ। ਭਾਵ ਹੈ ਚਿੰਤਾਵਾਂ ਤੋਂ ਉਦੋਂ ਦਾ ਇਹ ਦੂਰ ਰਹਿੰਦਾ ਹੈ। ਜਿਨ ਜਵਾਲਾ ਜਗ ਉਜਾਰਿਆ, ਸੋ ਜਨ ਕੇ ਉਦਕ ਸਮਾਨ। ਤੋ ਜਿਸ ਸੜਨ ਨੇ, ਜਿਸ ਅੱਗ ਨੇ ਇਹ ਦੁਨੀਆ ਦੀਆਂ ਮਲਕੀਤਾਂ ਦੇ ਕਾਰਨ ਜਿਹੜੀ ਪੈਦਾ ਹੋਈ ਅੱਗ ਸੜਨ ਹੈ, ਇਹਨੇ ਜਿਸ ਸੰਸਾਰ ਨੂੰ ਸਾੜ ਦਿੱਤਾ ਹੈ, ਜਿਨ ਜਵਾਲਾ ਜਿਸ ਅੱਗ ਨੇ ਜਗ ਉਜਾਰਿਆ, ਉਹਨੇ ਜਗ ਨੂੰ ਜਾਲ ਦਿੱਤਾ ਹੈ, ਸੋ ਜਨ ਕੇ ਉਦਕ ਸਮਾਨ। ਉਹ ਤਾਂ ਜਿਹੜਾ ਬੰਦਗੀ ਕਰਨ ਵਾਲਾ ਤੇਰਾ ਦਾਸ ਹੁੰਦਾ ਹੈ ਕੋਈ, ਇਹ ਤਾਂ ਉਹਦੇ ਵਾਸਤੇ ਪਾਣੀ ਵਰਗੀ ਠੰਡੀ ਲੱਗਦੀ ਹੈ ਉਸਨੂੰ, ਉਹ ਤਾਂ ਉਹਦੇ ਵਾਸਤੇ ਉਦਕ ਸਮਾਨ ਹੈ, ਪਾਣੀ ਦੇ ਬਰਾਬਰ ਹੈ ਇਹ ਅੱਗ ਜਿਹੜੀ ਹੈ। ਭਾਵ ਉਹ ਜਿਹੜਾ ਹੈ ਦੁਨੀਆ ਦੀਆਂ ਮਲਕੀਤਾਂ ਬਣਾਉਣ ਵਿੱਚ, ਦਾਅਵੇ ਕਰਨ ਵਿੱਚ ਨਹੀਂ ਰੁੱਝਾ ਰਹਿੰਦਾ, ਉਹ ਤਾਂ ਪ੍ਰਭੂ ਦਾ ਨਾਮ ਹੀ ਸਿਮਰਦਾ ਹੈ। ਕਬੀਰ ਸਾਰੀ ਸਿਰਜਨਹਾਰ ਕੀ, ਜਾਣੈ ਨਾਹੀ ਕੋਈ। ਸਾਰੀ ਦਾ ਮਤਲਬ ਇੱਥੇ ਸਾਜੀ ਹੋਈ, ਬਣਾਈ ਹੋਈ। ਜਿਵੇਂ ਸ੍ਰੀ ਸ਼ਬਦ ਦਾ ਮਤਲਬ ਹੁੰਦਾ ਹੈ ਬਣਾਈ ਹੋਈ, ਇੱਥੇ ਉਹ ਸ਼ਬਦ ਜਿਹੜਾ ਉਹਦਾ ਅਰਥ ਹੈ ਸਾਰੀ, ਇੱਥੇ ਬਣਾਈ ਹੋਈ। ਸਿਰਜਣਹਾਰ ਕੀ, ਤੋ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਕਬੀਰ ਉਸ ਪ੍ਰਭੂ ਪਾਤਸ਼ਾਹ ਨੇ ਆਪ ਬਣਾਈ ਹੈ। ਸਿਰਜਣਹਾਰ ਕੀ ਜਾਣੈ ਨਾਹੀ ਕੋਈ। ਤੇ ਇਹ ਗੱਲ ਹਰੇਕ ਬੰਦਾ ਨਹੀਂ ਸਮਝਦਾ, ਹਰੇਕ ਪ੍ਰਾਣੀ ਇਹ ਗੱਲ ਨੂੰ ਨਹੀਂ ਸਮਝਦਾ ਕਿ ਇਹ ਜਿਹੜੀ ਸ੍ਰਿਸ਼ਟੀ ਹੈ, ਇਹ ਜੋ ਮਾਇਆ ਰੂਪ ਅੱਗ ਹੈ, ਇਹ ਸਾਰੇ ਸੰਸਾਰ ਨੂੰ ਜੋ ਸਾੜ ਰਹੀ ਹੈ, ਇਹ ਪ੍ਰਭੂ ਨੇ ਆਪ ਬਣਾਈ ਹੈ। ਇਹ ਗੱਲ ਜਿਹੜੀ ਹੈ, ਇਹ ਗੱਲਾਂ ਹਰ ਕੋਈ ਨਹੀਂ ਸਮਝਦਾ ਇਸ ਨੂੰ। ਕਹਿ ਜਾਣੈ ਆਪਨ ਧਨੀ, ਕਹਿ ਦਾਸ ਦੀਵਾਨੀ ਹੋਇ। ਸੋ ਕਹਿ ਜਾਣੈ ਆਪਨ ਧਨੀ, ਕਹਿ ਦਾ ਮਤਲਬ ਜਾਂ, ਇਸ ਭੇਦ ਨੂੰ ਜਾਂ ਤਾਂ ਪ੍ਰਭੂ ਆਪ ਹੀ ਜਾਣਦਾ ਹੈ, ਆਪਨ ਧਨੀ ਆਪ ਹੀ ਪ੍ਰਭੂ ਜਾਣਦਾ ਹੈ, ਤੇ ਜਾਂ ਫਿਰ ਕੌਣ ਜਾਣਦਾ ਹੈ, ਦੂਜਾ ਕਹਿ ਦਾ ਮਤਲਬ ਜਾਂ ਉਹ ਦਾਸ ਜਾਣਦਾ ਹੈ, ਜਾਂ ਉਹਦਾ ਦਾਸ ਜਾਣਦਾ ਹੈ ਪ੍ਰਭੂ ਦਾ। ਦੀਵਾਨੀ ਹੋਏ, ਜੋ ਉਸਦੇ ਦੀਵਾਨ ਵਿੱਚ ਰਹਿੰਦਾ ਹੈ, ਜੋ ਉਹਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਸੋ ਜਿਹੜਾ ਹਜ਼ੂਰੀ ਵਿੱਚ ਰਹਿੰਦਾ ਹੈ, ਉਸ ਨੂੰ ਮਾਇਆ ਦੀ ਸੜਨ ਤੋਂ ਬਚਣ ਲਈ ਮਾਇਆ ਨੂੰ ਬਣਾਉਣ ਵਾਲੇ ਚਰਨਾਂ ਵਿੱਚ ਜੁੜੇ ਰਹਿਣਾ ਸਹੀ ਤਰੀਕਾ ਹੈ। ਜਿਹੜਾ ਮਾਇਆ ਨੂੰ ਬਣਾਉਣ ਵਾਲਾ ਆ ਉਹਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ, ਜਿਹੜਾ ਜਾਂ ਉਸ ਨੂੰ ਪਤਾ ਹੈ ਇਸ ਭੇਦ ਦਾ, ਜਾਂ ਮਾਲਕ ਨੂੰ ਪਤਾ ਹੈ। ਤੋ ਗੁਰਮੁਖੋ, ਇੱਥੇ ਸ਼ਬਦ ਦਾਸ ਤੇ ਦੀਵਾਨੀ ਦੋ ਵਰਤੇ ਗਏ ਹਨ। ਦਾਸ ਸ਼ਬਦ ਜਿਹੜਾ ਇਹ ਪੁਲਿੰਗ ਸ਼ਬਦ ਹੈ, ਸੱਸੇ ਨੂੰ ਔਂਕੜ ਲੱਗਾ ਹੋਇਆ, ਇਹ ਪੁਲਿੰਗ ਸ਼ਬਦ ਹੈ, ਇੱਕ ਵਚਨ ਹੈ, ਮੈਸਕੂਲਨ ਜੈਂਡਰ ਹੈ, ਸਿੰਗੂਲਰ ਨੰਬਰ ਹੈ।
ਦਾਸ ਜਿਹੜਾ ਕਦੀ ਦੀਵਾਨੀ ਵੀ ਹੁੰਦਾ, ਕਦੇ ਸੋਚਿਆ ਕਿ ਦਾਸ ਦੀਵਾਨੀ ਹੋ ਗਿਆ, ਦਾਸ ਦੀਵਾਨਾ ਹੋ ਗਿਆ ਤਾਂ ਗੱਲ ਬਣਦੀ ਹੈ ਵੀ ਦਾਸ ਦੀਵਾਨਾ ਹੋ ਗਿਆ। ਤੇ ਇਹ ਦੀਵਾਨੀ ਸ਼ਬਦ ਜਿਹੜਾ ਹੈ ਇਹ ਦੇਖਣ ਨੂੰ ਲੱਗਦਾ ਹੈ ਵੀ ਇਸਤਰੀ ਲਿੰਗ ਹੈ ਦੀਵਾਨੀ ਸ਼ਬਦ, ਪਰ ਇਹ ਸ਼ਬਦ ਵੀ ਪੁਲਿੰਗ ਹੈ ਕਿਉਂਕਿ ਮੋਰੇ ਦਾਸ ਲੱਗਾ ਹੋਇਆ, ਦਾਸ ਦੀਵਾਨੀ। ਸੋ ਦੀਵਾਨੀ ਦਾ ਮਤਲਬ ਨਹੀਂ ਵੀ ਦੀਵਾਨੀ ਦਾ ਮਤਲਬ ਕਮਲੀ ਵੀ ਹੁੰਦਾ ਹੈ, ਜਿਵੇਂ ਦੀਵਾਨਾ ਦੀਵਾਨੀ, ਦੀਵਾਨੀ ਕਮਲੀ। ਸੋ ਦਾਸ ਸ਼ਬਦ ਨਾਲ ਦੀਵਾਨੀ ਦਾ ਕਮਲੀ ਨਹੀਂ ਪੁੱਗਦਾ ਕਿਉਂਕਿ ਦਾਸ ਅਸਨੌਕੜ ਹੈ। ਸੋ ਦੀਵਾਨੀ ਦਾ ਮਤਲਬ ਹੈ ਜਿਹੜਾ ਦੀਵਾਨ ਵਿੱਚ ਰਹਿਣ ਵਾਲਾ ਹੁੰਦਾ ਹੈ, ਦੀਵਾਨੀ, ਦੀਵਾਨ ਵਿੱਚ ਰਹਿਣ ਵਾਲਾ, ਦਰਬਾਰ ਵਿੱਚ ਰਹਿਣ ਵਾਲਾ, ਉਹਨੂੰ ਦਰਬਾਰੀ ਕਿਹਾ ਜਾਂਦਾ ਹੈ। ਇਵੇਂ ਦੀਵਾਨੀ ਹੈ ਜਿਹੜਾ ਪ੍ਰਭੂ ਦੀ ਹਜ਼ੂਰੀ 'ਚ ਰਹਿਣ ਵਾਲਾ, ਪ੍ਰਭੂ ਦਾ ਨਾਮ ਜਪਣ ਵਾਲਾ ਭਗਤ ਹੈ। ਜਾਂ ਇਸ ਭੇਦ ਨੂੰ ਉਹ ਜਾਣਦਾ ਹੈ ਜਾਂ ਪ੍ਰਭੂ ਆਪ ਜਾਣਦਾ ਹੈ ਕਿਸ ਭੇਦ ਨੂੰ, ਕਿ ਸਾਰੀ ਜਿਹੜੀ ਸ੍ਰਿਸ਼ਟੀ ਹੈ ਇਹ ਮੋਹ ਮਾਇਆ ਦੀ ਜਿਹੜੀ ਅੱਗ ਪੈਦਾ ਕੀਤੀ ਹੋਈ ਸ੍ਰਿਸ਼ਟੀ ਵਿੱਚ, ਇਹ ਸਾਰੀ ਉਸ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ, ਉਸ ਆਪ ਨੇ ਹੀ ਉਸਨੇ ਪੈਦਾ ਕੀਤੀ ਹੈ। ਕਬੀਰ ਭਲੀ ਭਈ ਜੋ ਭਉ ਭਰਿਆ, ਦਿਸ਼ਾ ਗਈ ਗਈ ਸਭ ਭੂਲੇ। ਗਈ ਸ਼ਬਦ ਨੂੰ ਇੱਥੇ ਜੋ ਈੜੀ ਉੱਪਰ ਬਿੰਦੀ ਪਾਈ ਨਜ਼ਰ ਆ ਰਹੀ ਹੈ ਛਾਪੇ ਵਾਲਿਆਂ ਵੱਲੋਂ, ਇਹ ਲੱਗਦਾ ਹੈ ਇਹ ਮਿਸਟੇਕ ਨਾਲ ਪਾਈ ਗਈ ਹੈ। 3 ਟੀਕਿਆਂ ਵਿੱਚ ਇਹ ਬਿੰਦੀ ਨਹੀਂ ਹੈ, ਜਿਵੇਂ ਫਰੀਦਕੋਟ ਵਾਲਾ ਟੀਕਾ ਹੈ ਉਹਦੇ ਵਿੱਚ ਇੱਥੇ ਬਿੰਦੀ ਨਹੀਂ ਹੈ। ਫਿਰ ਗਿਆਨੀ ਹਰਬੰਸ ਸਿੰਘ ਚੰਡੀਗੜ੍ਹ ਵਾਲਿਆਂ ਦਾ ਟੀਕਾ ਕੀਤਾ ਹੋਇਆ ਉਹਦੇ ਵਿੱਚ ਬਿੰਦੀ ਨਹੀਂ। ਰਸਦ ਸਾਹਿਬ ਸਿੰਘ ਦਾ ਕੀਤਾ ਹੋਇਆ ਟੀਕਾ ਹੈ ਉਹਦੇ ਵਿੱਚ ਇਹ ਬਿੰਦੀ ਨਹੀਂ ਹੈ। ਤੇ ਇੱਥੇ ਜਿਵੇਂ ਛਾਪੇ ਵਾਲਿਆਂ ਵੱਲੋਂ ਹੋਰ ਬਹੁਤ ਸਾਰੇ ਥਾਵਾਂ 'ਤੇ ਮਿਸਟੇਕਸ ਕੀਤੀਆਂ ਹੋਈਆਂ ਹਨ। ਕਿਤੇ ਸਿਹਾਰੀ ਫਾਲਤੂ ਪਾਈ ਹੋਈ ਹੈ, ਕਿਤੇ ਪੈਰ 'ਚ ਵਾਹ ਫਾਲਤੂ ਪਾਇਆ, ਦਾਸ ਨਾਲ ਨਾਲ ਦੱਸਦਾ ਰਿਹਾ ਹੈ। ਤਾਂ ਮੇ ਵੀ ਇਹ ਬਿੰਦੀ ਜਿਹੜੀ ਉਸ ਤਰ੍ਹਾਂ ਇੱਥੇ ਇਹ ਪਾਈ ਗਈ ਹੋਵੇ, ਅਰਥਾਂ ਵਿੱਚ ਇਹ ਬਿੰਦੀ ਆਉਂਦੀ ਨਹੀਂ ਹੈ। ਸੋ ਦਿਸ਼ਾ ਗਈ ਸਭ ਭੂਲੇ, ਇਹਦਾ ਮਤਲਬ ਹੈ ਕਿ ਚੰਗਾ ਹੋ ਗਿਆ, ਭਲੀ ਪਈ ਮੈਨੇ ਚੰਗਾ ਹੋ ਗਿਆ, ਚੰਗੀ ਹਾਲਤ ਹੋ ਜਾਂਦੀ ਹੈ। ਜੋ ਭਉ ਭਰਿਆ, ਭਉ ਮੈਨੇ ਡਰ, ਪ੍ਰਭੂ ਦਾ ਡਰ ਪੈ ਜਾਂਦਾ ਹੈ ਤਾਂ ਉਹ ਹਾਲਤ ਚੰਗੀ ਬਣ ਜਾਂਦੀ ਹੈ। ਦਿਸ਼ਾ ਗਈ ਸਭ ਭੂਲੇ, ਦਿਸ਼ਾ ਦਾ ਮਤਲਬ ਹੋਰ ਪਾਸੇ ਝਾਕਣਾ, ਹੋਰ ਪਾਸੇ ਦੀ ਭਟਕਣਾ, ਉਹ ਫਿਰ ਭੁੱਲ ਜਾਂਦੀ ਹੈ। ਸੋ ਕਬੀਰ ਆਖ, ਜਦੋਂ ਕਿਸੇ ਪ੍ਰਾਣੀ ਦੇ ਅੰਦਰ ਪ੍ਰਭੂ ਦਾ ਨਿਰਮਲ ਭਉ ਡਰ ਪੈਦਾ ਹੁੰਦਾ ਹੈ ਤਾਂ ਉਹਦੇ ਮਨ ਦੀ ਹਾਲਤ ਚੰਗੀ ਹੋ ਜਾਂਦੀ ਹੈ ਤੇ ਉਸ ਨੂੰ ਫਿਰ ਪ੍ਰਭੂ ਦੇ ਸਹਾਰੇ ਤੋਂ ਬਿਨਾਂ ਹੋਰ ਕਿਸੇ ਵੱਲ ਝਾਕਣਾ ਉਹਨੂੰ ਭੁੱਲ ਜਾਂਦਾ ਹੈ। ਹੋਰ ਪਾਸਾ, ਹੋਰ ਦਿਸ਼ਾ ਜਿਹੜੀ ਹੈ ਉਹਦੇ ਵੱਲ ਉਹਨੂੰ ਝਾਕਣਾ ਭੁੱਲ ਜਾਂਦਾ ਹੈ। ਉਹ ਰਾਗਾਰੇ ਪਾਣੀ ਭਇਆ, ਜਾਇ ਮਿਲਿਓ ਢਾਲੇ ਕੂਲੇ। ਕੂਲ ਦਾ ਮਤਲਬ ਹੈ ਨਦੀ। ਤੋ ਇਸ ਤਰ੍ਹਾਂ ਫਿਰ ਕੀ ਹੁੰਦਾ ਹੈ ਕਿ ਓਰਾ ਦਾ ਮਤਲਬ ਹੈ ਗੜਾ। ਜਦੋਂ ਐਂਡ ਪੈਂਦੀ ਹੈ ਤਾਂ ਗੜੇ ਡਿੱਗਦੇ ਹਨ, ਉਹਨੂੰ ਕਿਹਾ ਗਿਆ ਓਰਾ। ਸੋ ਪ੍ਰਭੂ ਦਾ ਡਰ ਜਿਹੜਾ ਹੈ ਉਹ ਮਨੁੱਖ ਦਾ ਜਿਹੜਾ ਕਠੋਰ ਹਿਰਦਾ ਉਹਦੇ ਵਾਸਤੇ ਉਹ ਸੇਕ ਦਾ ਕੰਮ ਕਰਦਾ ਹੈ। ਤੇ ਇਹ ਸੇਕ ਲੱਗਣ ਨਾਲ ਕੀ ਹੁੰਦਾ ਹੈ, ਜਿਵੇਂ ਗੜਾ ਹੁੰਦਾ ਹੈ ਉਹ ਪੰਗਰ ਕੇ ਮੁੜ ਪਾਣੀ ਬਣ ਜਾਂਦਾ। ਓਰਾ ਗਾਰੀ ਪਾਣੀ ਭਇਆ। ਗਰ ਦਾ ਮਤਲਬ ਗਲ ਕੇ, ਸੇਕ ਨਾਲ ਜਿਹੜਾ ਐਣ ਦਾ ਗੋਲਾ ਹੁੰਦਾ ਹੈ, ਐਣ ਦਾ ਗੜਾ ਹੁੰਦਾ ਹੈ, ਉਹ ਮੁੜ ਕੇ ਫਿਰ ਸੇਕ ਨਾਲ ਪਾਣੀ ਬਣ ਜਾਂਦਾ ਹੈ ਤੇ ਉਹ ਢਲ ਕੇ ਫਿਰ ਨਦੀ ਵਿੱਚ ਜਾ ਰਲਦਾ ਹੈ। ਤੋ ਇਸ ਤਰ੍ਹਾਂ ਜਿਹੜਾ ਪ੍ਰਭੂ ਦਾ ਡਰ ਹੈ ਉਹ ਮਨੁੱਖ ਦੇ ਕਠੋਰ ਹੋਏ ਹਿਰਦੇ ਨੂੰ ਉਹ ਨਰਮ ਕਰਦਾ ਹੈ, ਨਿਮਰਤਾ ਵਿੱਚ ਲਿਆਉਂਦਾ ਹੈ ਤੇ ਉਹ ਪ੍ਰਭੂ ਨਾਲ ਜੋੜਦਾ ਹੈ। ਪ੍ਰਭੂ ਦਾ ਡਰ ਹਿਰਦੇ ਕਠੋਰਤਾ ਨੂੰ ਦੂਰ ਕਰਕੇ ਪ੍ਰਭੂ ਨਾਲ ਜੋੜਦਾ ਹੈ, ਨਿਮਰਤਾ ਪੈਦਾ ਕਰਦਾ ਹੈ। ਜਿਸ ਤਰ੍ਹਾਂ
ਗੜਾ ਜਿਹੜਾ ਹੈ ਉਹ ਸੇਕ ਨਾਲ ਮੁੜ ਕੇ ਫਿਰ ਪਾਣੀ ਬਣ ਜਾਂਦਾ ਹੈ ਤੇ ਨਦੀ ਵਿੱਚ ਆ ਮਿਲਦਾ ਹੈ। ਇਸ ਤਰ੍ਹਾਂ ਹੀ ਜਿਹੜਾ ਪੰਘਰਿਆ ਹੋਇਆ ਮਨ ਹੈ ਉਹ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਕਬੀਰਾ ਧੂਰੀ ਸਕੇਲ ਕੈ ਪੁਰੀਆ ਬਾਂਧੀ ਦੇ। ਹੇ ਕਬੀਰ, ਆਖ ਜਿਵੇਂ ਮਿੱਟੀ ਇਕੱਠੀ ਕਰਕੇ ਕੋਈ ਨਗਰੀ ਵਸਾਈ ਜਾਂਦੀ ਹੈ, ਤਿਵੇਂ ਹੀ 5 ਤੱਤ ਇਕੱਠੇ ਕਰਕੇ ਪ੍ਰਭੂ ਨੇ ਇਹ ਸਰੀਰ ਬਣਾ ਦਿੱਤਾ ਹੈ। ਦਿਵਸ ਚਾਰ ਕੋ ਪੇਖਣਾ ਅੰਤੀ ਖੇ ਕੀ ਖੇ। ਤੋ ਦੇਖਣ ਨੂੰ ਤਾਂ ਇਹ ਸੰਸਾਰ ਜਿਹੜਾ ਹੈ ਇਹ 4 ਦਿਨ ਸੋਹਣਾ ਲੱਗਦਾ ਹੈ। ਦਿਵਸ ਚਾਰ ਕੋ ਪੇਖਣਾ, ਸੋਹਣਾ ਲੱਗਦਾ ਹੈ 4 ਦਿਨ ਦੇਖਣ ਨੂੰ ਸੰਸਾਰ, ਪਰ ਅੰਤੀ ਖੇ ਕੀ ਖੇ, ਆਖਰ ਵਿੱਚ ਜਿਸ ਮਿੱਟੀ ਤੋਂ ਇਹ ਬਣਿਆ ਹੈ ਉਸ ਮਿੱਟੀ ਵਿੱਚ ਹੀ ਇਹ ਮਿਲ ਜਾਂਦਾ ਹੈ। ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇ। ਸੂਰਜ ਚਾਂਦ ਕੈ ਉਦੈ, ਉਹਦੇ ਤੱਕ ਜਾ ਕੇ ਰੁਕਣਾ ਹੈ। ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇ। ਇਹਦਾ ਮਤਲਬ ਸੂਰਜ ਚਾਂਦ ਕੇ ਉਦੈ ਦਾ ਸੂਰਜ ਚੰਦਰਮਾ ਦੇ ਪ੍ਰਕਾਸ਼ ਦੀ ਖਾਤਰ, ਸੂਰਜ ਤੇ ਚੰਦਰਮਾ ਦੇ ਪ੍ਰਕਾਸ਼ ਦੀ ਖਾਤਰ। ਇਹ ਕਬੀਰ ਆ ਕੇ 5 ਤੱਤਾਂ ਦਾ ਬਣਿਆ ਇਹ ਸਰੀਰ, ਇਹਦੀ ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿੱਚ ਸੂਰਜ ਤੇ ਚੰਦਰਮਾ ਦਾ ਪ੍ਰਕਾਸ਼ ਹੋਵੇ, ਉਦੇ ਹੋਵੇ। ਇਸ ਕਰਕੇ ਇਹ ਰਚਨਾ ਕੀਤੀ ਗਈ ਹੈ। ਭਈ ਸਭ ਦੇ ਇਹ ਸਰੀਰ ਤਾਂ ਬਣਿਆ ਹੈ। ਇਹਦਾ ਮਤਲਬ ਇਹਦੇ ਵਿੱਚ ਨਿਮਰਤਾ ਵੀ ਹੋਵੇ, ਸ਼ੀਤਲਤਾ ਵੀ ਪੈਦਾ ਹੋਵੇ ਵਿੱਚ ਇਹਦੇ, ਤੇ ਪਰ ਇਹ ਗੁਣ ਜਿਹੜੇ ਪੈਦਾ ਤਾਂ ਹੋ ਸਕਦੇ ਹਨ ਜੇ ਗੁਰੂ ਨਾਲ ਮਿਲਾਪ ਹੋ ਜਾਏ, ਜੇ ਗੁਰੂ ਦੇ ਚਰਨਾਂ ਵਿੱਚ ਕੋਈ ਜੁੜੇ ਤਾਂ ਇਹਦੇ ਵਿੱਚ ਸੂਰਜ ਚੰਦ ਦੇ ਗੁਣ, ਨਰਮ ਦਿਲੀ, ਸ਼ੀਤਲਤਾ ਇਹ ਪੈਦਾ ਹੋ ਸਕਦੇ ਹਨ। ਗੁਰੂ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਖੇ। ਤੋ ਗੁਰੂ ਪਰਮੇਸ਼ਰ ਦੇ ਮਿਲਾਪ ਤੋਂ ਬਿਨਾਂ ਇਹ ਸਰੀਰ ਜਿਹੜਾ ਮੁੜ ਫਿਰ ਮਿੱਟੀ ਦਾ ਮਿੱਟੀ ਹੋ ਜਾਂਦਾ ਹੈ। ਪਲਟ ਪਈ ਸਭ ਖੇ, ਇਹਦਾ ਭਾਵ ਹੈ ਜਿਹੜਾ ਮਨੁੱਖਾ ਜੀਵਨ ਦਾ ਮਨੋਰਥ ਹੈ, ਮਨੁੱਖਾ ਸਰੀਰ ਇਹ ਬਿਲਕੁਲ ਵਿਅਰਥ ਹੀ ਚਲਾ ਜਾਂਦਾ ਹੈ। ਗੁਰੂ ਗੋਬਿੰਦ ਦੇ ਮਿਲਾਪ ਤੋਂ ਬਿਨਾਂ, ਗੁਰੂ ਪਰਮੇਸ਼ਰ ਦੀ ਯਾਦ ਤੋਂ ਬਿਨਾਂ, ਗੁਰੂ ਪਰਮੇਸ਼ਰ ਦੀ ਸੇਵਾ ਤੋਂ ਬਿਨਾਂ ਇਹ ਸਰੀਰ ਜਿਹੜਾ ਹੈ ਇਹ ਐਵੇਂ ਚਲਾ ਜਾਂਦਾ ਹੈ। ਇਸ ਵਿੱਚ ਨਾ ਤਾਂ ਨਰਮ ਦਿਲੀ ਪੈਦਾ ਹੁੰਦੀ ਹੈ, ਨਾ ਇਹਦੇ ਸ਼ੀਤਲਤਾ ਪੈਦਾ ਹੁੰਦੀ ਹੈ, ਨਾ ਇਹਦੇ ਚੰਦਰਮਾ ਤੇ ਸੂਰਜ ਦਾ ਪ੍ਰਕਾਸ਼ ਜਿਹੜਾ ਇਹਦੇ ਵਿੱਚ ਪੈਦਾ ਹੁੰਦਾ ਹੈ। ਜਾਂ ਅਨ ਭਉ ਤਾਂ ਭੈ ਨਹੀਂ, ਜਾਂ ਭਉ ਤਾਂ ਹਰਿ ਨਾਹੀ। ਤੋ ਕਬੀਰ ਜੀ ਕਹਿੰਦੇ ਹਨ ਬਈ ਜਿੱਥੇ ਜਾਂ ਅਨਭਉ, ਜਾਂ ਦਾ ਮਤਲਬ ਜਿੱਥੇ, ਅਨਭਉ ਦਾ ਮਤਲਬ ਅੰਦਰਲੀ ਸੂਝ ਬੂਝ, ਗਿਆਨ, ਅਨਭਉ, ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ, ਤਾਂ ਭੈ ਨਹੀਂ, ਉੱਥੇ ਦੁਨੀਆ ਵਾਲੇ ਡਰ ਫਿਕਰ, ਮੋਹ ਮਾਇਆ ਦੇ ਫਿਕਰ, ਮੋਹ ਮਾਇਆ ਦੇ ਜਿਹੜੇ ਡਰ ਹਨ, ਚਿੰਤਾਵਾਂ ਹਨ ਕਿ ਇਹ ਮੋਹ ਮਾਇਆ ਖਾ ਲੇਗੀ, ਇਹ ਡਰ ਫਿਕਰ ਨਹੀਂ ਹੁੰਦੇ। ਜਿੱਥੇ ਜ਼ਿੰਦਗੀ ਦੀ ਅੰਦਰਲੀ ਸੂਝ ਬੂਝ ਬੰਦੇ ਨੂੰ ਹੋ ਜਾਂਦੀ ਹੈ। ਜਾਂ ਭਉ ਤਾਂ ਹਰਿ ਨਾਇ, ਜਿੱਥੇ ਇਹ ਮੋਹ ਮਾਇਆ ਦੇ ਡਰ ਬਣੇ ਰਹਿਣ, ਸਹਿਮ ਬਣੇ ਰਹਿਣ, ਸੰਸ਼ੇ ਬਣੇ ਰਹਿਣ ਮੋਹ ਮਾਇਆ ਦੇ ਪਿਆਰ ਦੇ, ਤਾਂ ਉੱਥੇ ਫਿਰ ਹਰੀ ਪ੍ਰਭੂ ਦਾ ਨਾਮ ਉੱਥੇ ਨਹੀਂ ਹੁੰਦਾ। ਕਹੋ ਕਬੀਰ ਵਿਚਾਰਿ ਕੈ ਸੰਤ ਸੁਨੋ ਮਨ ਮਾਇ। ਤੇ ਸੰਤ ਜਨੋ ਧਿਆਨ ਨਾਲ ਦੇਖੋ, ਵਿਚਾਰ ਕੇ ਦੇਖੋ ਇਸ ਗੱਲ ਨੂੰ, ਇਸ ਗੱਲ ਨੂੰ ਧਿਆਨ ਨਾਲ ਸੁਣੋ। ਕਹੋ ਕਬੀਰ ਵਿਚਾਰਿ ਕੈ, ਸੋ ਧਿਆਨ ਲਾ ਕੇ ਸੁਣੋ। ਕਬੀਰ ਇਹ ਗੱਲ ਵਿਚਾਰ ਕੇ ਆਖ ਰਿਹਾ ਹੈ। ਵਿਚਾਰੀ ਮੈਨਾਂ ਵਿਚਾਰ ਕੇ, ਇਹ ਕਾਰ ਦੰਤਕ ਸ਼ਬਦ ਹੈ, ਪਾਰਟੀਸਿਪਲ ਹੈ। ਵਿਚਾਰ ਕੇ ਗੱਲ ਆਖ ਰਿਹਾ ਹੈ। ਸੰਤ ਜਨੋ ਸੁਣੋ ਵੀ ਜਿਸ ਵੀ ਪ੍ਰਾਣੀ ਦੇ ਅੰਦਰ
ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈ ਜਾਂਦੀ ਹੈ, ਉੱਥੇ ਫਿਰ ਸੜਨ, ਚਿੰਤਾ, ਕਠੋਰਤਾ ਆਦਿਕ ਇੱਦਾਂ ਦੇ ਕੋਈ ਖਤਰੇ ਨਹੀਂ ਰਹਿ ਜਾਂਦੇ। ਪਰ ਜਿਸ ਵੀ ਪ੍ਰਾਣੀ ਦੇ ਅੰਦਰ ਅਜੇ ਸਹਿਮ ਟਿਕੇ ਹੋਏ ਹਨ, ਮੋਹ ਮਾਇਆ ਦੇ ਖਿੱਚ ਟਿਕੀ ਹੋਈ ਹੈ, ਦਾਅਵੇ ਟਿਕੇ ਹੋਏ ਹਨ, ਇੱਦਾਂ ਦਾ ਡਰ ਮੌਜੂਦ ਹੋਵੇ, ਉੱਥੇ ਫਿਰ ਪ੍ਰਭੂ ਦਾ ਨਿਵਾਸ ਨਹੀਂ ਹੋਇਆ ਕਰਦਾ। ਕਬੀਰ ਜਿਨਹੁ ਕਿਛੁ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਈ। ਸੋ ਜਿਨ੍ਹਾਂ ਲੋਕਾਂ ਨੇ ਜੀਵਨ ਦੇ ਭੇਦ ਨੂੰ ਸਮਝਿਆ ਨਹੀਂ, ਜਿਹਨੂੰ ਕਿਛੁ ਜਾਣਿਆ ਨਹੀਂ, ਜੀਵਨ ਦੇ ਅਸਲੀ ਭੇਦ ਨੂੰ ਜਿਨ੍ਹਾਂ ਨੇ ਸਮਝਿਆ ਨਹੀਂ, ਤਿਨ ਸੁਖ ਨੀਂਦ ਬਿਹਾਏ, ਤਾਂ ਉਹ ਜਿਹੜੇ ਕਠੋਰਤਾ, ਦਾਜਨ, ਦਾਵੇ, ਸੰਸ਼ੇ ਉਹਦੇ ਵਿੱਚ ਵਿਲਕਦੇ ਹੋਏ ਵੀ, ਉਹਦੇ ਵਿੱਚ ਸੜਦੇ ਹੋਏ ਵੀ ਬੇਪਰਵਾਹੀ ਨਾਲ ਉਮਰ ਗੁਜ਼ਾਰ ਰਹੇ ਹਨ। ਤਿਨ ਸੁਖ ਨੀਂਦ ਬਿਹਾਏ। ਤੋ ਜਿਨ੍ਹਾਂ ਲੋਕਾਂ ਨੇ ਜੀਵਨ ਦੇ ਭੇਦ ਨੂੰ ਸਮਝਿਆ ਨਹੀਂ, ਉਹ ਵਿਲਕਦੇ ਹੋਏ ਵੀ ਬੇਪਰਵਾਹੀ ਨਾਲ ਆਪਣੀ ਉਮਰ ਗੁਜ਼ਾਰ ਰਹੇ ਹਨ। ਹਮ ਹੋ ਜੋ ਬੂਝਾ ਬੂਝਣਾ, ਪੂਰੀ ਭਰੀ ਬਲਾਏ। ਪਰ ਪ੍ਰਭੂ ਦੀ ਕਿਰਪਾ ਨਾਲ ਕਬੀਰ ਜੀ ਕਹਿੰਦੇ ਹਨ, ਮੈਂ ਤਾਂ ਇਹ ਗੱਲ ਸਮਝ ਲਈ ਹੈ, ਹਮ ਹੋ ਜੋ ਬੂਝਾ ਬੂਝਣਾ, ਅਸੀਂ ਗੱਲ ਇਹ ਸਮਝ ਲਈ ਹੈ ਕਿ ਜਿੱਥੇ ਜਿੱਥੇ ਅਨਭਉ ਹੈ ਉੱਥੇ ਭੈ ਨਹੀਂ ਹੈ। ਜਿਹੜਾ ਪਹਿਲੇ ਸ਼ਲੋਕ ਵਿੱਚ ਆਇਆ ਸੀ ਵੀ ਜਿੱਥੇ ਜੀਵਨ ਦੀ ਸੂਝ ਆ ਗਈ ਹੈ, ਜੀਵਨ ਦੇ ਰਸਤੇ ਦਾ ਪਤਾ ਲੱਗ ਗਿਆ ਹੈ, ਉੱਥੇ ਫਿਰ ਡਰ ਨਹੀਂ ਹੁੰਦਾ। ਤੇ ਜਿੱਥੇ ਮੋਹ ਮਾਇਆ ਦਾ ਡਰ ਹੀ, ਚਿੰਤਾ ਹੀ ਹੋਵੇ, ਉੱਥੇ ਪ੍ਰਭੂ ਦਾ ਵਾਸਾ ਨਹੀਂ ਹੁੰਦਾ। ਹਮ ਹੋ ਜੋ ਬੂਝਾ ਬੂਝਣਾ, ਪੂਰੀ ਭਰੀ ਬਲਾਏ। ਤਾਂ ਮੈਨੂੰ ਇਹ ਗੱਲ ਕਿਸੇ ਵੇਲੇ ਵੀ ਭੁੱਲਦੀ ਨਹੀਂ ਹੈ, ਕਿਸੇ ਵੇਲੇ ਵੀ ਮੈਨੂੰ ਇਹ ਖਿਆਲ ਜਿਹੜਾ ਹੈ ਉਹ ਵਿਸਰਦਾ ਨਹੀਂ ਹੈ। ਇਸ ਕਰਕੇ ਕਿਹਾ ਹੈ ਕਿ ਪੂਰੀ ਭਰੀ ਬਲਾਏ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੈ ਔਰ, ਲਾਗੀ ਚੋਟ ਮਰਮ ਕੀ, ਰਹਿਓ ਕਬੀਰਾ ਠੌਰ। ਮਾਰੇ ਦਾ ਮਤਲਬ ਹੈ ਮਾਰ ਪੈਂਦੀ ਹੈ। ਕਾਹਦੀ ਮਾਰ ਪੈਂਦੀ ਹੈ? ਦਾਅਵੇ ਕਰਨ ਵਾਲਿਆਂ ਨੂੰ ਸੜਨ ਦੀ, ਖਿੱਚ ਦੀ ਮਾਰ ਪੈਂਦੀ ਹੈ। ਬਹੁਤ ਪੁਕਾਰਿਆ ਨੇ, ਬਹੁਤ ਫਿਰ ਪੁਕਾਰਦਾ, ਹਾਹਾਕਾਰ ਕਰਦਾ ਹੈ, ਦੁਖੀ ਹੁੰਦਾ ਹੈ। ਪੀਰ ਦਾ ਮਤਲਬ ਹੈ ਪੀੜ। ਸੋ ਜਿਉਂ-ਜਿਉਂ ਇਹਦੀ ਪੀੜ ਉੱਠਦੀ ਹੈ, ਤਿਉਂ-ਤਿਉਂ ਇਹ ਹੋਰ ਦੁਖੀ ਹੁੰਦਾ ਜਾਂਦਾ ਹੈ। ਪੀਰ ਪੁਕਾਰੈ ਔਰ। ਤੇ ਚੋਟ ਦਾ ਮਤਲਬ ਹੈ ਸ਼ਬਦ ਦੀ ਚੋਟ, ਲਾਗੀ ਚੋਟ ਮਰਮ ਕੀ। ਮਰਮ ਕੀ ਦਾ ਮਤਲਬ ਹੈ ਦਿਲ ਨੂੰ ਵਿੰਨਣ ਵਾਲੀ ਜਦੋਂ ਸ਼ਬਦ ਦੀ ਚੋਟ ਲੱਗਦੀ ਹੈ। ਰਹਿਓ ਕਬੀਰਾ ਠੌਰ। ਸੋ ਠੌਰ ਦਾ ਮਤਲਬ ਥਾਂ ਤੇ ਟਿਕ ਜਾਣਾ। ਤੋ ਇਸ ਤਰ੍ਹਾਂ ਫਿਰ ਇਸ ਟਿਕਣ ਕਰਕੇ, ਥਾਂ ਪਰ ਟਿਕਣ ਕਰਕੇ ਫਿਰ ਜੀਵ ਜਿਹੜਾ ਪੁਕਾਰ ਜੋਗਾ ਰਹਿੰਦਾ ਨਹੀਂ, ਪੁਕਾਰਦਾ ਨਹੀਂ ਪਿਆ। ਫਿਰ ਇਹ ਜਿਉਂ-ਜਿਉਂ ਇਹਨੂੰ ਸੱਟ ਵੱਜਦੀ ਹੈ, ਇਵੇਂ ਪੁਕਾਰਦਾ ਨਹੀਂ, ਇਹਦੀਆਂ ਪੁਕਾਰਾਂ ਮੁੱਕ ਜਾਂਦੀਆਂ ਹਨ। ਤੇ ਜਿਹੜੇ ਇਹਦੇ ਵਿੱਚ ਸੜਨ ਜਾਂ ਖਿਝ ਆਦਿਕ ਹੈ, ਉਹ ਸਾਰੀ ਖਤਮ ਹੋ ਜਾਂਦੀ ਹੈ। ਇਸ ਕਰਕੇ ਇਹ ਕਬੀਰ ਜਿਸ ਮਨੁੱਖ ਨੂੰ ਸੰਸ਼ਿਆਂ ਦੀ, ਦਾਅਵੇ ਕਾਰਨ ਜਿਹੜੀ ਸੜਨ ਹੈ, ਇਹਦੀ ਮਾਰ ਪੈਂਦੀ ਰਹਿੰਦੀ ਹੈ, ਉਹ ਬੜੀ ਹਾਹਾਕਾਰ ਕਰਦਾ ਹੈ। ਜਿਉਂ-ਜਿਉਂ ਉਹਦੀ ਪੀੜ ਉੱਠਦੀ ਹੈ, ਤਿਉਂ-ਤਿਉਂ ਹੋਰ ਦੁਖੀ ਹੁੰਦਾ ਜਾਂਦਾ ਹੈ। ਤੇ ਫਿਰ ਵੀ ਇਹ ਮਾਇਆ ਦਾ ਖਹਿੜਾ ਛੱਡਦਾ ਨਹੀਂ, ਦਾਅਵੇ ਕਰਨ ਤੋਂ ਫਿਰ ਵੀ ਇਹ ਹਟਦਾ ਨਹੀਂ ਹੈ। ਸੋ ਕਬੀਰ ਜੀ ਕਹਿੰਦੇ ਹਨ, ਮੈਨੂੰ, ਕਬੀਰ ਨੂੰ ਤਾਂ ਗੁਰੂ ਦੇ ਸ਼ਬਦ ਦੀ ਚੋਟ ਜਦੋਂ ਵੱਜੀ ਹੈ ਨਾ, ਚੋਟ ਲਾਗੀ ਚੋਟ ਮਰਮ ਕੀ। ਜਦੋਂ ਚੋਟ ਵੱਜੀ ਹੈ ਭੇਦ ਵਾਲੀ, ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ। ਮਰਮ ਕੀ ਮਤਲਬ ਦਿਲ ਨੂੰ ਵਿੰਨਣ ਵਾਲੀ ਚੋਟ ਵੱਜੀ ਹੈ। ਤੇ ਸ਼ਬਦ ਦੀ ਚੋਟ ਨੇ ਮੇਰਾ ਦਿਲ ਜਿਹੜਾ ਉਹ ਵਿੰਨ ਲਿਆ ਹੈ। ਸੋ ਹੁਣ ਮੈਂ ਰਹਿਓ ਕਬੀਰਾ ਠੌਰ, ਹੁਣ ਮੈਂ ਥਾਂ ਸਿਰ ਟਿਕ ਗਿਆ ਹਾਂ। ਕਬੀਰ ਚੋਟ ਸੁਹੇਲੀ ਸ਼ੇਲ ਕੀ,
ਲਾਗਤ ਲਈ ਉਸਾਸ। ਸੇਲ ਸ਼ਬਦ ਅਸਲ ਵਿੱਚ ਸ਼ੇਲ ਤੋਂ ਬਣਦਾ ਹੈ ਜਾਂ ਸ਼ੂਲ ਤੋਂ ਬਣਦਾ, ਕਹਿ ਸਕਦੇ ਹਾਂ ਸ਼ੂਲ। ਸ਼ੂਲ ਦਾ ਮਤਲਬ ਕੋਈ ਤਿੱਖੀ ਚੀਜ਼। ਇੱਥੇ ਉਸ ਤਿੱਖੀ ਚੀਜ਼ ਨੂੰ ਨੇਜ਼ਾ ਕਿਹਾ ਗਿਆ ਹੈ। ਨੇਜ਼ਾ। ਸੋ ਨੇਜ਼ੇ ਦੀ ਜਿਹੜੀ ਚੋਟ ਹੈ ਉਹ ਚੰਗੀ ਹੈ। ਇਹ ਨੇਜ਼ਾ ਦਾ ਮਤਲਬ ਕਿ ਇੱਥੇ ਜਿਹੜਾ ਸ਼ਬਦ ਰੂਪ ਨੇਜ਼ਾ ਹੈ, ਗੁਰੂ ਦਾ ਸ਼ਬਦ ਰੂਪ ਨੇਜ਼ਾ ਹੈ, ਉਹਦੀ ਚੋਟ ਚੰਗੀ ਹੈ। ਲਾਗਤ ਲਈ ਉਸਾਸ। ਜਦੋਂ ਸ਼ਬਦ ਦੀ ਚੋਟ ਲੱਗਦੀ ਹੈ ਤਾਂ ਉਸ ਵੇਲੇ ਲੈ ਉਸਾਸ, ਇਹਦਾ ਮਤਲਬ ਹੈ ਉਸ ਵੇਲੇ ਪ੍ਰਭੂ ਚਰਨਾਂ ਦੇ ਨਾਲ ਪਿਆਰ ਬਣਦਾ ਹੈ। ਮਿਲਣ ਦੀ ਤਾਂਘ ਪੈਦਾ ਹੁੰਦੀ ਹੈ ਪਤੀ ਪਰਮੇਸ਼ਰ ਨੂੰ ਜਦੋਂ ਗੁਰੂ ਦੇ ਸ਼ਬਦ ਰੂਪ ਨੇਜ਼ੇ ਦੀ ਚੋਟ ਲੱਗਦੀ ਹੈ। ਇਹ ਚੰਗੀ ਹੈ ਚੋਟ, ਇਹ ਸੁਖਦਾਈ ਹੈ, ਸੁਹੇਲੀ ਹੈ। ਚੋਟ ਸਹਾਰਾ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਤੋ ਜਿਹੜਾ ਵੀ ਭਾਗਾਂ ਵਾਲਾ ਪ੍ਰਾਣੀ ਗੁਰੂ ਸ਼ਬਦ ਦੀ ਚੋਟ ਇਸ ਤਰ੍ਹਾਂ ਖਾਂਦਾ ਰਹਿੰਦਾ ਹੈ ਤਾਂ ਕਬੀਰ ਜੀ ਕਹਿੰਦੇ ਹਨ, ਤਾਸ ਗੁਰੂ ਮੈਂ ਦਾਸ। ਉਹ ਤਾਂ ਪੂਜਣਯੋਗ ਹੈ, ਉਹ ਤਾਂ ਗੁਰੂ ਰੂਪ ਹੈ ਤੇ ਮੈਂ ਉਸ ਦਾ ਹਰ ਵੇਲੇ ਸੇਵਕ ਬਣਨ ਲਈ ਤਿਆਰ ਹਾਂ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਰਾ ਹੋਏ। ਤੋ ਇਸ ਤਰ੍ਹਾਂ ਦੇ ਕੁਝ ਸ਼ਲੋਕ ਰਲੇ ਮਿਲੇ ਅਗਾਂਹ ਆ ਰਹੇ ਹਨ। 84, 85, 86, 87, 88 ਤੇ ਉਸ ਸਮੇਂ ਦੀ ਉਸ ਸਮੇਂ ਦੀ ਹਾਲਤ ਸੀ ਕਬੀਰ ਜੀ ਦੇ ਸਮੇਂ, ਉਸ ਦਾ ਥੋੜ੍ਹਾ ਬਹੁਤ ਗਿਆਨ ਹੋਣਾ ਜ਼ਰੂਰੀ ਹੈ। ਤਾਂ ਮੁਗਲਾਂ ਪਠਾਨਾਂ ਦਾ ਰਾਜ ਸੀ ਤੇ ਦੇਸ਼ ਵਿੱਚ ਇਸਲਾਮੀ ਸ਼ਰਅ ਦਾ ਕਾਨੂੰਨ ਚੱਲਦਾ ਸੀ ਉਸ ਵੇਲੇ, ਕਿਉਂਕਿ ਮੁਗਲਾਂ ਪਠਾਨਾਂ ਦਾ ਰਾਜ ਸੀ। ਤੋ ਭਾਰਤ ਜਿਹੜੇ ਵਾਸੀ ਸਨ, ਭਾਰਤ ਦੇ ਲੋਕ, ਉਹਨਾਂ ਵਾਸਤੇ ਅਤੇ ਜਿਹੜੇ ਆਮ ਪਠਾਨ ਸਨ ਮੁਗਲ, ਉਹਨਾਂ ਵਾਸਤੇ ਵੀ ਅਰਬੀ ਬੋਲੀ ਜਿਹੜੀ ਬੇਗਾਨੇ ਦੇਸ਼ ਦੀ ਬੋਲੀ ਸੀ, ਕਿਉਂਕਿ ਅਰਬੀ ਉਹ ਲੋਕ ਬੋਲਦੇ ਸਨ, ਮੁਗਲ ਆਦਿਕ ਜਿਨ੍ਹਾਂ ਦਾ ਰਾਜ ਸੀ, ਮੁਸਲਮਾਨ। ਸੋ ਹਰੇਕ ਮੁਸਲਮਾਨ ਕੁਰਾਨ ਸ਼ਰੀਫ ਨੂੰ ਨਹੀਂ ਸੀ ਸਮਝ ਸਕਦਾ, ਜਿਵੇਂ ਅੱਜ ਵੀ ਹਰ ਇੱਕ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਹੀਂ ਸਮਝਦਾ, ਭਾਸ਼ਾ ਨੂੰ ਸਮਝਦਾ ਨਹੀਂ ਹੈ, ਗਿਆਨ ਨਹੀਂ ਹੈ ਜਿੰਨੀ ਉੱਚੀ ਇਹ ਭਾਸ਼ਾ ਹੈ। ਇਸ ਤਰ੍ਹਾਂ ਉਸ ਸਮੇਂ ਵੀ ਕੁਰਾਨ ਸ਼ਰੀਫ ਨੂੰ ਸਾਰੇ ਮੁਸਲਮਾਨ ਨਹੀਂ ਸਮਝਦੇ ਸਨ। ਸੋ ਸਿੱਟਾ ਇਹ ਨਿਕਲਿਆ ਕਿ ਜਿੱਥੋਂ ਤੱਕ ਕਾਨੂੰਨ ਨੂੰ ਵਰਤਣ ਦਾ ਸੰਬੰਧ ਸੀ, ਰਾਜਸੀ ਤਾਕਤ ਕਾਜ਼ੀਆਂ ਮੌਲਾਣਿਆਂ ਦੇ ਹੱਥਾਂ ਵਿੱਚ ਸੀ। ਆਹ ਕਾਨੂੰਨ ਦੀ ਵਰਤੋਂ ਕਰਦੇ ਸਨ, ਉਹ ਕਾਜ਼ੀ ਫਤਵੇ ਦਿੰਦੇ ਸਨ। ਇਹ ਲੋਕ ਕੁਰਾਨ ਸ਼ਰੀਫ ਦੇ ਅਰਥ ਕਰਨ ਵਿੱਚ ਇਤਬਾਰਯੋਗ ਮੰਨੇ ਜਾਂਦੇ ਸਨ ਵੀ ਕਾਜ਼ੀ ਮੌਲਾਣੇ ਇਹਨਾਂ ਨੂੰ ਕੁਰਾਨ ਸ਼ਰੀਫ ਦਾ ਪਤਾ ਹੈ ਤੇ ਕੁਰਾਨ ਦੇ ਇਹ ਠੀਕ ਅਰਥ ਕਰਦੇ ਸਨ। ਆਮ ਲੋਕਾਂ ਵਿੱਚ ਵਿਸ਼ਵਾਸ ਸੀ, ਭਰੋਸਾ ਸੀ ਲੋਕਾਂ ਨੂੰ। ਤੋ ਇਹ ਲੋਕ ਐਸੇ ਸਨ ਵੀ ਇੱਕ ਪਾਸੇ ਇਹਨਾਂ ਕੋਲ ਰਾਜ ਤਾਕਤ ਵੀ ਸੀ, ਇਹ ਜੱਜਾਂ ਦਾ ਕੰਮ ਵੀ ਕਰਦੇ ਸਨ, ਫੈਸਲਿਆਂ ਦਾ ਕੰਮ ਵੀ ਕਰਦੇ ਸਨ। ਦੂਜੇ ਪਾਸੇ ਇਹ ਧਾਰਮਿਕ ਆਗੂ ਵੀ ਸਨ ਜਿਨ੍ਹਾਂ ਦਾ ਕੰਮ ਸੀ ਲੋਕਾਂ ਨੂੰ ਸਹੀ ਰਾਹ ਦੱਸਣਾ। ਇਹ ਦੋਵੇਂ ਗੱਲਾਂ ਜਿਹੜੀਆਂ ਇਹ ਇਕੱਠੀਆਂ ਹੋ ਗਈਆਂ, ਪਰ ਇਹ ਵਿਰੋਧੀ ਸਨ। ਰਾਜਸੀ ਤਾਕਤ ਹੋਣਾ ਅਤੇ ਲੋਕਾਂ ਨੂੰ ਜੀਵਨ ਦਾ ਰਾਹ ਦੱਸਣਾ ਧਾਰਮਿਕ ਤੌਰ 'ਤੇ, ਇਹ ਦੋ ਗੱਲਾਂ ਵਿਰੋਧੀ ਬਣ ਗਈਆਂ, ਕਿਉਂਕਿ ਇਹ ਕਾਜ਼ੀ ਮੌਲਾਣੇ ਇਹੋ ਹੀ ਧਰਮ ਦੇ ਠੇਕੇਦਾਰ ਸਨ ਅਤੇ ਇਹੋ ਹੀ ਕਾਨੂੰਨ ਦੇ ਲਾਗੂ ਕਰਨ ਵਾਲੇ ਸਨ, ਇਹੀ ਜੱਜਾਂ ਦੇ ਤੌਰ 'ਤੇ ਫੈਸਲੇ ਕਰਨ ਵਾਲੇ ਸਨ, ਫਤਵੇ ਦੇਣ ਵਾਲੇ ਸਨ।
ਤੋਂ ਦੋ ਹੀ ਗੱਲਾਂ ਇੱਕੋ ਛਣੀ 'ਚ ਇਕੱਠੀਆਂ ਹੋ ਗਈਆਂ ਜੋ ਵਿਰੋਧੀ ਸਨ। ਸੋ ਰਾਜ ਪ੍ਰਬੰਧ ਜਦੋਂ ਚਲਾਉਣਾ ਹੁੰਦਾ ਹੈ ਤਾਂ ਗੁਲਾਮ ਹਿੰਦੂ ਕੌਮ ਉੱਤੇ ਕਠੋਰਤਾ ਵਰਤਣੀ ਇਹਨਾਂ ਦਾ ਕੰਮ ਸੀ, ਕਿਉਂਕਿ ਇਹਨਾਂ ਨੇ ਰਾਜ ਕਰਨਾ ਸੀ। ਪਰ ਇਸ ਕਠੋਰਤਾ ਨੂੰ ਇਹ ਆਪਣੇ ਵੱਲੋਂ ਇਹ ਦੱਸਦੇ ਗਏ ਕਿ ਜਿਹੜੀ ਇਸਲਾਮੀ ਸ਼ਰਅ ਹੈ ਉਹਦੇ ਮੁਤਾਬਕ ਇਹ ਠੀਕ ਹੈ। ਹਿੰਦੂ ਸੱਜਣਾ ਉੱਤੇ ਉਹ ਜ਼ੁਲਮ ਕਰਦੇ ਰਹੇ ਕਾਜ਼ੀ ਮੌਲਾਣੇ, ਤੇ ਨਾਲ ਨਾਲ ਇਹ ਦੱਸਦੇ ਰਹੇ ਕਿ ਧਾਰਮਿਕ ਤੌਰ ਤੇ ਇਹ ਠੀਕ ਹੈ, ਇਹ ਸ਼ਰਅ ਇਸ ਨੂੰ ਠੀਕ ਮੰਨਦੀ ਹੈ। ਸੋ ਇਸਦਾ ਮਤਲਬ ਹੈ ਸ਼ਰਅ ਦੇ ਮੁਤਾਬਕ ਉਹ ਜ਼ੁਲਮ ਜਿਹੜਾ ਕੀਤਾ ਜਾ ਰਿਹਾ ਸੀ ਉਹਨੂੰ ਉਹ ਠੀਕ ਦੱਸਦੇ ਰਹੇ। ਤੋ ਇਸ ਤਰ੍ਹਾਂ ਮਜ਼ਹਬ ਦੇ ਵਿੱਚੋਂ ਇਹਨਾਂ ਨੂੰ ਸੁਭਾਵਿਕ ਹੀ ਦਿਲ ਦੀ ਕਠੋਰਤਾ ਇਹ ਮਿਲਦੀ ਗਈ ਲੋਕਾਂ ਨੂੰ, ਕਿ ਮਜ਼ਹਬ ਦੀ ਕਠੋਰਤਾ ਜਿਹੜੀ ਹੈ, ਦਿਲ ਦੀ ਕਠੋਰਤਾ ਜਿਹੜੀ ਹੈ, ਇਹ ਮਜ਼ਹਬ ਦੇ ਮੁਤਾਬਕ ਹੀ ਹੈ। ਦੂਜਿਆਂ 'ਤੇ ਜ਼ੁਲਮ ਕਰਨਾ ਇਹ ਮਜ਼ਹਬ ਦੇ ਮੁਤਾਬਕ ਹੀ ਹੈ। ਆਮ ਲੋਕਾਂ ਦੀਆਂ ਗੱਲਾਂ ਇਹ ਦਿਲ 'ਚ ਬਹਿ ਗਈਆਂ। ਸੋ ਜਿਸ ਵੀ ਦੇਸ਼ ਦਾ ਰਾਜ ਪ੍ਰਬੰਧ ਕਿਸੇ ਮਜ਼ਹਬ ਦੇ ਅਸੂਲਾਂ ਅਨੁਸਾਰ ਚਲਾਇਆ ਜਾਂਦਾ ਰਿਹਾ ਹੋਵੇ, ਉਸ ਮਜ਼ਹਬ ਦੇ ਪ੍ਰਚਾਰਕਾਂ ਦਾ ਇਹੀ ਹਾਲ ਹੁੰਦਾ ਰਿਹਾ ਹੈ। ਸੋ ਇਹ ਗੱਲ ਸਮਝਣੀ ਜ਼ਰੂਰੀ ਸੀ ਇਹਨਾਂ ਸ਼ਲੋਕਾਂ ਦਾ ਭਾਵ ਸਮਝਣ ਵਾਸਤੇ। ਸੋ ਕਬੀਰ ਜੀ ਨੇ ਆਪਣੇ ਸਮੇਂ ਦੇ ਕਾਜ਼ੀ ਮੌਲਾਣੇ ਮੌਲਵੀ ਉਹਨਾਂ ਦੀ ਇਹ ਹਾਲਤ ਦੇਖੀ ਵੀ ਇਹਨਾਂ ਵਿੱਚ ਤਾਂ ਦੋਵੇਂ ਗੱਲਾਂ ਇਕੱਠੀਆਂ ਹੋ ਗਈਆਂ, ਰਾਜ ਦੀ ਤਾਕਤ ਵੀ ਇਕੱਠੀ ਹੋ ਗਈ ਤੇ ਇਹ ਧਾਰਮਿਕ ਆਗੂ ਵੀ ਸਨ। ਇਸ ਕਰਕੇ ਧਰਮ ਦੇ ਨਾਂ ਦੇ ਉੱਤੇ ਇਹ ਜ਼ੁਲਮ ਕਰਦੇ ਰਹੇ ਤੇ ਠੀਕ ਦੱਸਦੇ ਰਹੇ ਕਿ ਜ਼ੁਲਮ ਕਰਨਾ ਠੀਕ ਹੈ। ਆਮ ਲੋਕਾਂ ਨੂੰ, ਮੁਸਲਮਾਨਾਂ ਨੂੰ ਇਹ ਕੁਰਾਨ ਬਾਰੇ ਇੰਨੀ ਸੋਝੀ ਨਹੀਂ ਸੀ, ਜਿਵੇਂ ਹੁਣ ਵੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਇੰਨੀ ਸੋਝੀ ਨਹੀਂ ਹੈ ਆਮ ਲੋਕਾਂ ਨੂੰ। ਸੋ ਇਹ ਹਾਲਤ ਵੇਖ ਕੇ ਕਾਜ਼ੀਆਂ ਮੌਲਵੀਆਂ ਦੀ ਕਬੀਰ ਜੀ ਨੇ ਇਹਨਾਂ ਸ਼ਲੋਕਾਂ ਵਿੱਚ ਦੱਸਿਆ ਕਿ ਮਜ਼ਹਬ ਦੀ ਰਹੁ ਰੀਤੀ ਨੇ, ਬਾਂਗ ਨਿਵਾਜ਼ ਹਾਜਾਦਕ ਨੇ ਇਹ ਦਿਲ ਦੀ ਸਫਾਈ ਸਿਖਾਉਣੀ ਸੀ, ਦਿਲ ਦੀ ਪਵਿੱਤਰਤਾ ਸਿਖਾਉਣੀ ਸੀ, ਪਰ ਇਹ ਸਿਖਾਈ ਨਹੀਂ। ਤੇ ਜੇ ਰਿਸ਼ਵਤ, ਕਠੋਰਤਾ, ਤਸਵ ਆਦਿਕ ਦੇ ਕਾਰਨ ਜਿਹੜਾ ਦਿਲ ਨਿਰਦਈ ਹੋ ਚੁੱਕਾ ਹੈ, ਤਾਂ ਇਹੀ ਕਰਮ ਜਿਹੜਾ ਹੈ ਇਹ ਦਿਲ ਨੂੰ ਹੋਰ ਇਹ ਕਠੋਰ ਬਣਾਈ ਜਾਂਦਾ ਹੈ। ਤੋ ਇਹਨਾਂ ਦਾ ਕਰਨ ਦਾ ਕੋਈ ਲਾਭ ਨਹੀਂ ਹੈ। ਸੋ ਇਸੇ ਕਰਕੇ ਕਬੀਰ ਜੀ ਨੇ ਇਹਨਾਂ ਸ਼ਲੋਕਾਂ ਦੀ ਇੱਥੇ ਰਚਨਾ ਕੀਤੀ ਹੈ। ਮੌਕੇ ਦੇ ਕਾਜ਼ੀਆਂ ਮੌਲਾਣਿਆਂ ਦੀ ਹਾਲਤ ਦੇਖ ਕੇ ਉਹਨਾਂ ਨੂੰ ਕੁਝ ਗੱਲਾਂ ਇਹਨਾਂ ਸ਼ਲੋਕਾਂ ਵਿੱਚ ਦੱਸੀਆਂ ਹਨ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ ਸਾਈਂ ਨਾ ਬਾਹਿਰਾ ਹੋਏ। ਤੋ ਸਾਈਂ ਬੋਲਾ ਨਹੀਂ ਹੈ। ਮੁੱਲਾ ਨੂੰ ਇਹ ਗੱਲ ਦੱਸੀ ਹੈ ਕਿ ਸਾਈਂ ਜਿਹੜਾ ਬੋਲਾ ਨਹੀਂ ਹੈ। ਇਹ ਮੁੱਲਾ ਤੂੰ ਮਸਜਿਦ ਦੇ ਮੁਨਾਰੇ ਉੱਤੇ ਚੜ੍ਹ ਕੇ ਆਪ ਨੂੰ ਕੋਈ ਫਾਇਦਾ ਨਹੀਂ ਦੇ ਰਿਹਾ, ਆਪ ਨੂੰ ਕੋਈ ਤੈਨੂੰ ਇਹਦਾ ਕੋਈ ਲਾਭ ਨਹੀਂ ਹੋ ਰਿਹਾ। ਕਿਆ ਚੜ੍ਹੇ, ਉੱਤੇ ਚੜ੍ਹ ਕੇ ਮਸਜਿਦ ਦੇ ਮੁਨਾਰੇ ਉੱਤੇ ਕੀ ਕਰਦਾ ਪਿਆ? ਜਿਸ ਰੱਬ ਦੀ ਨਵਾਜ਼ ਦੀ ਖਾਤਰ ਤੂੰ ਬਾਂਗ ਦੇ ਰਿਹਾ ਹੈ, ਉਹਨੂੰ ਤੂੰ ਆਪਣੇ ਦਿਲ ਵਿੱਚ ਵੇਖ, ਅੰਦਰ ਵੇਖ ਉਸ ਨੂੰ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ ਸਾਈਂ ਨਾ ਬਾਹਰਾ ਹੋ। ਬਾਰਾਂ ਨੇ ਬੋਲਾ ਜਾਂ ਕਾਰਨ ਤੂੰ ਬਾਂਗ ਦੇ, ਜਾਂ ਦਾ ਪਾਠ ਜਾ ਹੋਏਗਾ ਕਿਉਂਕਿ ਕੰਡੀਸ਼ਨ ਨਹੀਂ ਹੈ। ਜਾ ਕਾਰਨ ਤੂੰ ਬਾਂਗ ਦੇ, ਜਿਸ ਬਦਲੇ ਵਿੱਚ ਤੂੰ ਬਾਂਗ ਦੇ ਰਿਹਾ ਨਮਾਜ਼ ਦੀ ਖਾਤਰ, ਦਿਲ ਹੀ ਭੀਤਰ ਜੋਏ। ਉਹ ਰੱਬ, ਉਹ ਅੱਲਾ ਖੁਦਾ, ਉਹ ਤਾਂ ਤੇਰੇ ਦਿਲ ਵਿੱਚ ਹੈ, ਉਹ ਤੇਰੇ ਅੰਦਰ ਹੀ ਵਸ ਰਿਹਾ ਹੈ। ਜਿਸ ਰੱਬ ਦੀ ਨਮਾਜ਼ ਦੀ ਖਾਤਰ ਤੂੰ ਬਾਂਗ ਦੇ ਰਿਹਾ ਹੈ, ਸੋ ਤੇਰੇ ਆਪਣੇ ਅੰਦਰ ਹੀ ਸ਼ਾਂਤੀ ਨਹੀਂ। ਲੋਕਾਂ ਨੂੰ ਸੱਦਾ ਦੇ ਰਿਹਾ ਵੀ ਆ ਜਾਓ। ਖੁਦਾ ਬੋਲਾ ਨਹੀਂ ਹੈ, ਉਹ ਤੇਰੇ ਦਿਲ ਦੀ ਹਾਲਤ ਵੀ ਜਾਣਦਾ ਹੈ ਤੇ ਉਸ ਨੂੰ ਤੂੰ ਇਸ ਤਰ੍ਹਾਂ ਬਾਂਗ ਦੇ ਕੇ ਠੱਗ ਨਹੀਂ ਸਕਦਾ। ਤੋ ਇਸ ਤਰ੍ਹਾਂ ਇਹ ਪਹਿਲੇ ਸ਼ਲੋਕ ਵਿੱਚ ਮੁੱਲਾਂ ਪ੍ਰਤੀ ਕਬੀਰ ਜੀ ਨੇ ਬਚਨ ਕੀਤੇ ਹਨ। ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੈ ਜਾਏ। ਸ਼ੇਖ ਇਹਦੇ ਦੋਵੇਂ ਅੱਖਰ ਸਪੈਸ਼ਲ ਸਾਊਂਡਸ ਵਾਲੇ ਹਨ। ਸ਼ੇਖ ਮੁਸਲਮਾਨੀ ਮਤ ਅਨੁਸਾਰ ਜਿਹੜਾ ਸੰਤ ਫਕੀਰ ਉਹਨੂੰ ਸ਼ੇਖ ਕਿਹਾ ਜਾਂਦਾ ਹੈ,
ਇੱਕ ਇਹ ਨਾਗ ਵਾਸਤੇ ਸ਼ਬਦ ਵਰਤੇ ਜਾਂਦਾ ਹੈ। ਉੱਥੇ ਖੱਖਾ ਉਸ ਆਮ ਸਾਊਂਡ ਹੁੰਦੀ ਹੈ। ਸ਼ੇਖ 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 ਨਾਗ, ਇਹ ਹੈ ਸ਼ੇਖ। ਇਹਦਾ ਫਰਕ ਹੈ ਉਹਦੇ ਨਾਲ। ਸ਼ੇਖ ਤੇ ਸ਼ੇਖ ਦੋਵਾਂ ਦਾ ਫਰਕ ਹੈ। ਇੱਥੇ ਸੰਤ ਵਾਸਤੇ ਹੈ ਤੇ ਉੱਥੇ ਇਹ ਸੱਪ ਵਾਸਤੇ ਹੈ, ਖੱਖਾ ਜਿਹੜਾ ਹੁੰਦਾ। ਤੇ ਸ਼ੇਖ ਪ੍ਰਤੀ ਕਬੀਰ ਜੀ ਬਚਨ ਕਾ ਸ਼ੇਖ ਸਬੂਰੀ ਬਾਹਰਾ। ਇਹ ਸ਼ੇਖ ਤੇਰੇ ਅੰਦਰ ਸਬੂਰੀ ਨਹੀਂ ਹੈ, ਤੇਰੇ ਅੰਦਰ ਸੰਤੋਖ ਤਾਂ ਆਪਣੇ ਅੰਦਰ ਹੈ ਹੀ ਨਹੀਂ। ਕਿਆ ਹਜ ਕਾਬੈ ਜਾਏ, ਤਾਂ ਕਾਬੇ ਹਜ ਕਰਨ ਲਈ ਜਾਣ ਦਾ ਤੈਨੂੰ ਕੋਈ ਲਾਭ ਹੈ? ਕੀ ਲਾਭ ਹੈ ਤੈਨੂੰ ਕਾਬੇ ਹਜ ਕਰਨ ਦਾ? ਤੇਰੇ ਆਪਣੇ ਅੰਦਰ ਸ਼ਾਂਤੀ ਨਹੀਂ ਹੈ, ਸੰਤੋਖ ਹੀ ਨਹੀਂ ਹੈ। ਕਬੀਰ ਜਾ ਕੀ ਦਿਲ ਸਾਬਤੀ ਨਹੀਂ, ਤਾਕੋ ਕਹਾਂ ਖੁਦਾਏ। ਜਾ ਕੀ ਦਿਲ ਸਾਬਤੀ ਨਹੀਂ, ਸੋ ਕੀ ਸ਼ਬਦ ਆਇਆ? ਦਿਲ ਤੋਂ ਪਹਿਲਾਂ ਕੀ ਹੈ, ਇਸ ਕਰ ਕੀ ਸ਼ਬਦ ਜੋੜਨਾ ਹੈ। ਦਿਲ ਸਾਬਤੀ, ਦਿਲ ਦੀ ਸਬੂਤੀ। ਦਿਲ ਵਿੱਚ ਲੱਲੇ ਅੱਖਰ ਨੂੰ ਔਂਕੜ ਨਹੀਂ ਹੈ, ਤੇ ਜੇ ਔਂਕੜ ਹੁੰਦਾ ਤਾਂ ਜਾ ਕਾ ਦਿਲ ਹੋਣਾ ਸੀ, ਫਿਰ ਸਾਬਤੀ ਸ਼ਬਦ ਨਹੀਂ, ਫਿਰ ਸਾਬਤ ਹੋਣਾ ਸੀ। ਇੱਥੇ ਹੁਣ ਕੀ ਸ਼ਬਦ ਜਿਹੜਾ ਦਿਲ ਨਾਲ ਨਹੀਂ ਜੁੜਦਾ, ਇਹ ਸਬੂਤੀ ਨਾਲ ਜੁੜਦਾ ਹੈ, ਦਿਲ ਦੀ ਸਬੂਤੀ ਨਾਲ। ਦਿਲ ਸ਼ਬਦ ਇੱਥੇ ਸੰਬੰਧ ਕਾਰਕ ਵਿੱਚ ਹੋ ਗਿਆ। ਜਾ ਕੇ ਦਿਲ ਸਾਬਤੀ, ਦਿਲ ਦੀ ਸਬੂਤੀ ਹੈ ਹੀ ਨਹੀਂ ਜਿਹਦੇ ਕੋਲ, ਤਾਂ ਦਿਲ ਦੀ ਸਬੂਤੀ ਨਹੀਂ ਹੈ, ਦਿਲ ਦੀ ਸ਼ਾਂਤੀ ਜਿਹਦੀ ਆਪਣੇ ਕੋਲ ਹੈ ਹੀ ਨਹੀਂ। ਸਬੂਤੀ ਮਤਲਬ ਸ਼ਾਂਤੀ ਹੈ ਹੀ ਨਹੀਂ ਹੈ, ਤਾਂ ਉਹਦੇ ਤਾਂ ਕੋ ਕਹਾਂ ਖੁਦਾਏ, ਉਹਦੇ ਭਾਂ ਦਾ ਖੁਦਾ ਜਿਹੜਾ ਹੈ ਉਹ ਕਿਤੇ ਵੀ ਨਹੀਂ ਹੈ। ਜਿਹਦੇ ਅੰਦਰ ਆਪਣੇ ਦਿਲ ਦੀ ਸ਼ਾਂਤੀ ਨਹੀਂ ਹੈ, ਤੇ ਤਾ ਕੋ ਕਹਾਂ ਖੁਦਾਏ, ਉਹਨੂੰ ਖੁਦਾ ਕਿੱਥੇ ਹੈ? ਉਹਦੇ ਭਾਣੇ ਰੱਬ ਜਿਹੜਾ ਹੈ ਉਹ ਕਿਤੇ ਵੀ ਨਹੀਂ ਹੈ। ਕਬੀਰ ਅੱਲਾਹ ਕੀ ਕਰੀ ਬੰਦਗੀ, ਜੇ ਸਿਮਰਤ ਦੁੱਖ ਜਾਏ। ਇਹ ਕਬੀਰ ਆਖ ਬੇ ਰੱਬ ਦੀ ਬੰਦਗੀ ਕਰਿਆ ਕਰ, ਤੇ ਬੰਦਗੀ ਕੀਤਿਆਂ ਹੀ ਕੀ ਹੁੰਦਾ ਹੈ? ਦੁੱਖ ਜਾਏ। ਮੋਹ ਮਾਇਆ ਦਾ ਦੁੱਖ ਦੂਰ ਹੁੰਦਾ ਹੈ, ਇਹ ਜਾ ਸਕਦਾ ਹੈ। ਫਿਰ ਦਿਲ ਮੈਂ ਸਾਈਂ ਪ੍ਰਗਟੈ, ਬੁਝੇ ਬਲੰਤੀ ਨਾ। ਬਲੰਤੀ ਮਤਲਬ ਬਲਦੀ ਅੱਗ, ਤ੍ਰਿਸ਼ਨਾ ਦੀ ਬਲਦੀ ਅੱਗ। ਨਾ ਦਾ ਮਤਲਬ ਨਾਮ ਦੀ ਰਾਹੀਂ, ਨਾ ਹੈ। ਤੇ ਇਸ ਤਰ੍ਹਾਂ ਬੰਦਗੀ ਕਰਿਆ ਕਰ। ਬੰਦਗੀ ਦੀ ਬਰਕਤ ਨਾਲ ਕੀ ਹੋਏਗਾ? ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਤੇਰੇ ਅੰਦਰ ਬਲ ਰਹੀ ਹੈ ਨਾ, ਇਹ ਦਿਲ ਵਿੱਚੋਂ ਫਿਰ ਬੁਝ ਜਾਏਗੀ। ਤੇ ਇਸ ਤਰ੍ਹਾਂ 185 ਨੰਬਰ ਸ਼ਲੋਕ ਵਿੱਚ ਦੱਸਿਆ ਹੈ, ਸ਼ੇਖ ਸਬੂਰੀ ਬਾਹਰਾ, ਕਿਆ ਹਜ ਕਾਬੇ ਜਾਏ। ਕਬੀਰ ਜਾ ਕੀ ਦਿਲ ਸਾਬਤੀ ਨਹੀਂ, ਤਾ ਕੋ ਕਹਾਂ ਖੁਦਾਏ। ਸੋ ਦਿਲ ਦੇ ਸ਼ਬਦ ਜੋੜ ਦੇਖਣ ਵਾਲੇ ਹਨ, ਲੱਲੇ ਨੂੰ ਔਂਕੜ ਨਹੀਂ ਹੈ। ਇਸੇ ਕਰਕੇ ਪਹਿਲਾਂ ਕੀ ਸ਼ਬਦ ਆਇਆ ਹੈ? ਜਾ ਕੀ ਦਿਲ ਸਾਬਤੀ। ਸੋ ਕੀ ਦੇ ਨਾਲ ਦਿਲ ਸ਼ਬਦ ਨਹੀਂ ਆ ਸਕਦਾ ਜੇ ਔਂਕੜ ਹੁੰਦਾ ਤਾਂ, ਪਰ ਔਂਕੜ ਹੈ ਨਹੀਂ ਇੱਥੇ। ਇਸ ਕਰਕੇ ਇਹ ਸ਼ਬਦ ਦੇਸੀ ਲਿੰਗ ਹੈ ਕੀ, ਤੇ ਦਿਲ ਸਾਬਤੀ ਹੋ ਗਿਆ, ਦਿਲ ਦੀ ਸਬੂਤੀ, ਦਿਲ ਦੀ ਸ਼ਾਂਤੀ ਜੇ ਤੇ ਅੰਦਰ ਨਹੀਂ ਹੈ, ਉਹਨੂੰ ਫਿਰ ਖੁਦਾ ਕਿੱਥੇ ਹੈ? ਉਹਦੇ ਪਾਣੇ ਖੁਦਾ ਜਿਹੜਾ ਹੈ, ਕਹਾਂ ਖੁਦਾ ਮੈਨੇ ਰੱਬ, ਉਹਦੇ ਪਾਣੇ ਕਿਤੇ ਵੀ ਨਹੀਂ ਹੈ। ਜਿਹਦੇ ਅੰਦਰ ਆਪਣੇ ਦਿਲ ਦੀ ਡੋਲਤਾ ਨਹੀਂ ਹੈ, ਜਿਹਦਾ ਆਪਣਾ ਮਨ ਜਿਹੜਾ ਉਹ ਖਿੰਡਿਆ ਫਿਰਦਾ ਹੈ। ਕਬੀਰ ਅੱਲਾਹ ਕੀ ਕਰੀ ਬੰਦਗੀ, ਜਿਸ ਸਿਮਰਤ ਦੁੱਖ ਜਾਏ। ਤੋ ਜਿਹਦੇ ਨਾਲ ਦੁੱਖ ਦੂਰ ਹੋ ਜਾਏ, ਮੋਹ ਮਾਇਆ ਦਾ ਦੁੱਖ ਦੂਰ ਹੋ ਜਾਏ, ਉਹਦੀ ਬੰਦਗੀ ਕਰਿਆ ਕਰ। ਦਿਲ ਵਿੱਚ ਸਾਈਂ ਪ੍ਰਗਟ ਹੋ ਜਾਏਗਾ, ਤੇ ਬੁਝੇ ਬਲੰਤੀ ਨਾ। ਤੇ ਨਾਮ ਨਾਲ, ਰੱਬ ਦੇ ਨਾਮ ਨਾਲ, ਰੱਬ ਦੀ ਬੰਦਗੀ ਨਾਲ ਜਿਹੜੀ ਇਹ ਬਲਦੀ
ਤ੍ਰਿਸ਼ਨਾ ਹੈ, ਅੱਗ ਵਾਂਗ ਬਲ ਰਹੀ ਜਿਹੜੀ ਤ੍ਰਿਸ਼ਨਾ ਹੈ, ਇਹ ਫਿਰ ਬੁਝ ਜਾਵੇਗੀ। ਕਬੀਰ ਜ਼ੋਰੀ ਕੀਏ ਜ਼ੁਲਮ ਹੈ, ਕਹਤਾ ਨਾਮ ਹਲਾਲ। ਜ਼ੋਰੀ ਫਾਰਸੀ ਸ਼ਬਦ ਹੈ ਜ਼ੋਰ, ਉਹ ਤੋਂ ਬਣਦਾ ਜ਼ੋਰੀ, ਧੱਕੇ ਨਾਲ। ਜ਼ੋਰੀ ਕੀਏ ਜ਼ੁਲਮ ਹੈ, ਇਹ ਜ਼ੁਲਮ ਇਹ ਵੀ ਫਾਰਸੀ ਸ਼ਬਦ ਹੈ, ਧੁਨੀ ਅਰਬੀ ਫਾਰਸੀਆਂ ਧੁਨੀਆਂ ਹਨ ਇਹਦੇ, ਜ਼ ਜ਼ੋਰੀ ਤੇ ਜ਼ੁਲਮ। ਜ਼ੋਰੀ ਕੀਏ ਜ਼ੁਲਮ ਹੈ। ਤੇ ਮੁੱਲਾਂ ਦੱਸ ਵੀ ਕਿਸੇ ਉੱਤੇ ਧੱਕਾ ਕਰਨਾ ਜਿਹੜਾ ਇਹ ਜ਼ੁਲਮ ਹੈ, ਤੇ ਤੂੰ ਕੀ ਕਰਦਾ ਪਿਆ ਹੈ। ਕਹਤਾ ਨਾਉ ਹਲਾਲ, ਜਾਨਵਰ ਨੂੰ ਫੜ ਕੇ ਬਿਸਮਿਲ੍ਲਾ ਆਖ ਕੇ ਉਹਨੂੰ ਜ਼ਬਾ ਕਰਦਾ ਹੈ, ਤੇ ਆਖਦਾ ਹੈ ਕਿ ਇਹ ਜ਼ਬਾ ਕੀਤਾ ਜੋ ਜਾਨਵਰ ਹੈ ਇਹ ਹੁਣ ਹਲਾਲ ਹੋ ਗਿਆ ਹੈ। ਇਹਦਾ ਮਤਲਬ ਰੱਬ ਦੇ ਨਾਮ ਉੱਤੇ ਕੁਰਬਾਨੀ ਦੇਣ ਦੇ ਇਹ ਯੋਗ ਹੋ ਗਿਆ ਹੈ। ਧੱਕੇ ਨਾਲ ਤੂੰ ਉਸ ਨੂੰ ਮਾਰ ਰਿਹਾ, ਜਾਨਵਰ ਨੂੰ ਫੜ ਕੇ ਬਿਸਮਿਲ੍ਲਾ ਕਹਿ ਕੇ ਜ਼ਬਾ ਕਰਦਾ ਪਿਆ, ਤੇ ਕਿਸੇ ਉੱਤੇ ਧੱਕਾ ਕਰਨਾ ਇਹ ਜ਼ੁਲਮ ਹੁੰਦਾ ਹੈ, ਤੇ ਤੂੰ ਵੀ ਇਹੀ ਕੰਮ ਕਰ ਰਿਹਾ। ਕਹਤਾ ਨਾਮ ਹਲਾਲ, ਵੀ ਰੱਬ ਦੇ ਨਾਮ ਤੇ ਇਹ ਹੁਣ ਹਲਾਲ ਜਿਹੜਾ ਬਣ ਗਿਆ, ਇਹ ਕੁਰਬਾਨੀ ਦੇਣ ਦੇ ਯੋਗ ਹੋ ਗਿਆ। ਤੂੰ ਇਸ ਨੂੰ ਇਸ ਤੇ ਜ਼ੁਲਮ ਕਰਕੇ ਇਸ ਨੂੰ ਆਪ ਮਾਰਿਆ ਹੈ। ਦਫ਼ਤਰੀ ਲੇਖਾ ਮੰਗੀਐ, ਤਬ ਹੋਈ ਗੋ ਕੌਣ ਹਵਾਲ। ਦਫ਼ਤਰ ਸ਼ਬਦ ਫਾਰਸੀ ਦਾ ਹੈ, ਫਫਾ ਇਹਦੇ ਵਿੱਚ ਸਪੈਸ਼ਲ ਸਾਊਂਡ ਹੁੰਦੀ ਹੈ। ਫਿਰ ਕੁਰਬਾਨੀ ਦੇਣ ਦੇ ਯੋਗ ਤਾਂ ਬਣਾ ਲਿਆ, ਧੱਕਾ ਕਰਕੇ ਜਾਨਵਰ ਨੂੰ ਜ਼ਬਾ ਕਰ ਲਿਆ, ਤੇ ਕੀ ਇਸ ਤਰ੍ਹਾਂ ਜਿਹੜਾ ਖੁਦਾ ਤੇਰੇ ਤੇ ਖੁਸ਼ ਹੋ ਜਾਏਗਾ। ਇਹ ਮਾਸ ਤਾਂ ਤੂੰ ਆਪ ਹੀ ਖਾ ਲੈਂਦਾ ਹੈ, ਆਪ ਹੀ ਜ਼ਬਾ ਕਰਕੇ ਆਪ ਇਹਨੂੰ ਹੜੱਪ ਕਰਦਾ ਹੈ। ਤੋ ਇਸ ਤਰ੍ਹਾਂ ਪਾਪ ਜਿਹੜੇ ਆ ਉਹ ਬਖਸ਼ੇ ਨਹੀਂ ਜਾਂਦੇ। ਤੇ ਹੋਏਗਾ ਕਿ ਦਫ਼ਤਰੀ ਲੇਖਾ ਮੰਗੀਐ, ਸੋ ਰੱਬੀ ਦਰਗਾਹ ਵਿੱਚ ਤੇਰੇ ਅਮਲਾਂ ਜਿੱਥੇ ਲੇਖਾ ਚੋਖਾ ਕੀਤਾ ਜਾਏਗਾ ਨਾ, ਤਬ ਹੋਏਗੋ ਕੌਣ ਹਵਾਲ। ਫਿਰ ਤੇਰਾ ਕੀ ਹਾਲ ਹੋਵੇਗਾ ਉੱਥੇ, ਤੈਨੂੰ ਪਤਾ ਵੀ ਤੇਰਾ ਕੀ ਹਾਲ ਹੋਵੇਗਾ। ਇਹਨਾਂ ਜ਼ੁਲਮਾਂ ਦੇ ਬਦਲੇ ਤੈਨੂੰ ਕੀ ਸਜ਼ਾ ਮਿਲੇ ਤੈਨੂੰ ਪਤਾ ਹੈ। ਤੇ ਇਸ ਕਰਕੇ ਜ਼ੁਲਮ ਕਰਨਾ, ਜ਼ੋਰ ਕਰਨਾ, ਧੱਕਾ ਕਰਨਾ ਜਾਨਵਰਾਂ ਉੱਤੇ ਇਹ ਠੀਕ ਨਹੀਂ ਹੈ। ਕਬੀਰ ਖੂਬ ਖਾਣਾ ਖੀਚਰੀ, ਜਾ ਮੈਂ ਅੰਮ੍ਰਿਤ ਲੋਨ। ਤੇ ਇੱਕ ਵੀ ਰਾਖ ਜਿਹੜਾ ਮੁੱਲਾ ਆ ਉਹ ਤਾਂ ਬਿਸਮਿਲ੍ਲਾ ਕਹਿ ਕੇ ਜਾਨਵਰ ਨੂੰ ਜ਼ਬਾ ਕਰਦਾ, ਮਾਰਦਾ ਹੈ, ਤੇ ਕੁਰਬਾਨੀ ਦੇ ਬਹਾਨੇ ਵੀ ਰੱਬ ਦੇ ਨਾਂ ਤੇ ਕੁਰਬਾਨੀ, ਅੱਲਾ ਦੇ ਨਾਮ ਤੇ ਕੁਰਬਾਨੀ ਦੇਣੀ ਹੈ, ਉਹ ਮਾਸ ਆਪ ਖਾ ਜਾਂਦਾ ਹੈ ਕੁਰਬਾਨੀ ਦੇ ਨਾਂ ਤੇ। ਤੇ ਕਬੀਰ ਜੀ ਕਹਿੰਦੇ ਇਸ ਤਰ੍ਹਾਂ ਕਰਨ ਨਾਲੋਂ ਤਾਂ ਚੰਗਾ ਹੈ ਵੀ ਖਿਚੜੀ ਖਾ, ਖੂਬ ਖਾਣਾ ਖੀਚਰੀ, ਖਿਚੜੀ ਖਾ ਲੈਣੀ ਚੰਗੀ ਹੈ। ਖੀਚੜੀ ਤੇ ਭਾਵੇਂ ਖਿਚੜੀ। ਖੂਬ ਸ਼ਬਦ ਫਾਰਸੀ ਦਾ ਹੈ, ਖੱਖਾ ਇੱਥੇ ਸਪੈਸ਼ਲ ਸਾਊਂਡ ਹੁੰਦੀ ਆ। ਖੂਬ 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 ਤੇਰੋ ਨਾਮ, ਝੂਠ 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 ਦੁਨੀਆ ਗੁਮਾਨ। ਇਸ ਤਰ੍ਹਾਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ 'ਚ ਆਉਂਦੀਆਂ ਹਨ। ਖੂਬ ਵਧੀਆ ਹੈ, ਚੰਗਾ ਹੈ। ਖਾਣਾ ਖੀਚਰੀ, ਤੋ ਜ਼ਬਾ ਕਰਕੇ ਜਾਨਵਰ ਨੂੰ ਮਾਰਨਾ, ਰੱਬ ਦੇ ਨਾਂ ਤੇ ਕੁਰਬਾਨੀ ਦੇਣ ਲਈ ਉਹਨੂੰ ਮਾਰਨਾ ਤੇ ਖਾ ਜਾਣਾ ਮਾਸ ਆਪ ਹੀ। ਤੇ ਕਬੀਰ ਜੀ ਕਹਿੰਦੇ ਹਨ ਇਸ ਤਰ੍ਹਾਂ ਆਪ ਮਾਸ ਖਾਣ ਨਾਲੋਂ ਬਹਾਨਾ ਬਣਾ ਕੇ ਚੰਗਾ ਕੀ ਹੈ, ਖੂਬ ਚੰਗਾ ਹੈ ਖਾਣਾ ਖੀਚਰੀ, ਤੋ ਖਿਚੜੀ ਖਾ ਲੈਣੀ ਚੰਗੀ ਹੈ। ਜਾ ਮੈਂ ਅੰਮ੍ਰਿਤ ਲੋਨ, ਜਿਹਦੇ ਵਿੱਚ ਇੱਕ ਸਵਾਦਲਾ ਪਦਾਰਥ ਲੂਣ ਵੀ ਪਾਇਆ ਹੋਇਆ ਹੋਵੇ। ਅੰਮ੍ਰਿਤ ਵਰਗਾ ਪਦਾਰਥ ਜਿਹਦੇ ਵਿੱਚ ਲੂਣ ਵੀ ਪਾਇਆ ਜਾਂਦਾ ਹੈ। ਲੋਨ ਮੈਨੇ ਲੂਣ। ਤੇ ਕਬੀਰ ਜੀ ਕਹਿੰਦਾ ਹੀਰਾ ਰੋਟੀ ਕਾਰ ਨੇ,
ਗਲਾ ਕਟਾਵੇ ਕੌਣ। ਹੀਰਾ ਰੋਟੀ ਦਾ ਮਤਲਬ ਹੈ ਮਾਸ ਵਾਲੀ ਰੋਟੀ, ਮਾਸ ਜਿਹਦੇ ਵਿੱਚ ਹੋਵੇ। ਹੀਰਾ ਦਾ ਮਤਲਬ ਹੈ ਮਾਸ। ਇੱਕ ਮਾਸ ਹੁੰਦਾ, ਉਹਦਾ ਮਤਲਬ ਮਹੀਨਾ ਹੁੰਦਾ ਹੈ। ਇੱਕ ਮਾਸ ਹੁੰਦਾ, ਉਹ ਹੁੰਦਾ ਮੀਟ, ਜਾਨਵਰਾਂ ਦਾ ਮੀਟ, ਮਾਸ। ਤੋ ਹੀਰਾ ਰੋਟੀ ਕਾਰ ਨੇ, ਤੋ ਮਾਸ ਵਾਲੀ ਰੋਟੀ ਖਾਣ ਦੇ ਵਾਸਤੇ ਕਬੀਰ ਜੀ ਕਹਿੰਦੇ ਹਨ ਕਿ ਖਿਚੜੀ ਖਾਣੀ ਚੰਗੀ ਹੈ ਉਹਦੇ ਨਾਲੋਂ, ਜ਼ੋਰ ਧੱਕਾ ਕਰਕੇ ਜਾਨਵਰ ਖਾਣ ਨਾਲੋਂ ਬਹਾਨੇ ਨਾਲ। ਤਾਂ ਕਬੀਰ ਜੀ ਕਿ ਮੈਂ ਇਸ ਲਈ ਤਿਆਰ ਨਹੀਂ ਹਾਂ ਕਿ ਮਾਸ ਰੋਟੀ ਖਾਣ ਦੀ ਨੀਤ ਹੋਵੇ। ਆਪਣੀ ਹੀਰਾ ਰੋਟੀ ਕਾਰ ਨੇ ਆਪਣੀ ਨੀਤ ਹੋਵੇ ਮਾਸ ਰੋਟੀ ਖਾਣ ਦੀ, ਪਰ ਕੁਰਬਾਨੀ ਦਾ ਹੋਕਾ ਦੇ ਦੇ ਕੇ ਕਿਸੇ ਪਸ਼ੂ ਨੂੰ ਮੈਂ ਜ਼ਬਾ ਕਰਦਾ ਫਿਰਾਂ। ਗਲਾ ਕਟਾਵੇ ਕੌਣ। ਸੋ ਗਲਾ ਕਟਾਵੇ ਕੌਣ, ਮੈਂ ਕੱਟਣ ਨੂੰ ਤਿਆਰ ਨਹੀਂ ਹਾਂ, ਮੈਂ ਗਲਾ ਕੱਟਣ ਨੂੰ ਤਿਆਰ ਨਹੀਂ ਹਾਂ। ਕਾਰਨ ਦਾ ਮਤਲਬ ਹੈ ਗਰਜ਼ ਦੀ ਖਾਤਰ, ਮਾਸ ਰੋਟੀ ਖਾਣ ਦੀ ਨੀਤ ਨਾਲ। ਸੋ ਨੀਤ ਆਪਣੀ ਹੈ ਵੀ ਮਾਸ ਮਿਲੇ, ਮਾਸ ਵਾਲੀ ਰੋਟੀ ਮਿਲੇ, ਤਾਂ ਬਹਾਨੇ ਨਾਲ ਜਾਨਵਰ ਨੂੰ ਜ਼ਬਾ ਕਰਨਾ ਤੇ ਕਹਿਣਾ ਰੱਬ ਦੇ ਨਾਂ ਤੇ ਕੁਰਬਾਨੀ ਦਿੱਤੀ, ਅੱਲਾ ਦੇ ਨਾਮ ਤੇ ਕੁਰਬਾਨੀ ਦਿੱਤੀ ਹੈ, ਪਰ ਨੀਤ ਆਪਣੀ ਮਾਸ ਖਾਣ ਦੀ ਹੈ। ਤੋ ਕਬੀਰ ਜੀ ਕਹਿੰਦੇ ਨੇ ਇਸ ਤਰ੍ਹਾਂ ਮੈਂ ਜ਼ਬਾ ਕਰਦਾ ਫਿਰਾਂ ਕਿਸੇ ਜਾਨਵਰ ਨੂੰ ਆਪਣੀ ਸਵਾਦ ਦੀ, ਜੀਵ ਦੇ ਸਵਾਦ ਦੀ ਖਾਤਰ, ਮਾਸ ਰੋਟੀ ਦੀ ਖਾਤਰ, ਇਸ ਤਰ੍ਹਾਂ ਮੈਂ ਕਰਨ ਲਈ ਬਿਲਕੁਲ ਤਿਆਰ ਨਹੀਂ ਹਾਂ।